ਜੇ ਪਰਮੇਸ਼ਰ ਬਹੁਤ ਵਧੀਆ ਹੈ, ਉਹ ਸਦਾ ਨਰਕ ਵਿੱਚ ਲੋਕਾਂ ਨੂੰ ਕਿਉਂ ਸਾੜਦਾ ਹੈ? ਕੀ ਇਹ ਸੱਚਮੁੱਚ ਸੱਚ ਹੈ ਜਾਂ ਕੀ ਬਾਈਬਲ ਕੁਝ ਵੱਖਰਾ ਕਹਿੰਦੀ ਹੈ? ਕੀ ਬਾਈਬਲ ਇੱਕ ਸਮੇਂ ਬਾਰੇ ਸਿਖਾਉਂਦੀ ਹੈ ਜਿੱਥੇ ਤੁਹਾਡੇ ਕੋਲ ਹਰ ਸਵਾਲ ਦੇ ਜਵਾਬ ਹਨ, ਖਾਸ ਕਰਕੇ ਪਰਮੇਸ਼ਰ ਦੇ ਚਰਿੱਤਰ ਬਾਰੇ? ਕੀ ਇਸ ਦਾ ਪੂਰਾ ਜਵਾਬ ਦਿੱਤਾ ਜਾਵੇਗਾ? ਜਵਾਬ ਹੈਰਾਨ ਦੇਣ ਵਾਲੇ ਹੋ ਸਕਦੇ ਹਨ। ਮੇਰਾ ਨਾਮ ਕੈਮੀ ਉਟਮਨ ਹੈ ਅਤੇ ਇਹ ਬਾਈਬਲ ਦੀ ਭਵਿੱਖਬਾਣੀਆਂ ਨੂੰ ਅਨਲੌਕ ਕਰਨਾ ਹੈ। ਅੰਤਰਰਾਸ਼ਟਰੀ ਪੱਧਰ ਤੇ ਮਹਾਮਾਰੀ ਦਾ ਫੈਲਣਾ, ਕੋਰੋਨਾ ਵਾਇਰਸ ਤੋਂ ਬ੍ਰੇਕਿੰਗ ਨਿਊਜ਼, ਗਲੋਬਲ ਰਾਜਨੀਤੀ ਤੇ ਹੇਰ-ਫੇਰ, ਗੁਰੂ ਪ੍ਰਬੰਧਨ ਤੇ ਭ੍ਰਿਸ਼ਟਾਚਾਰ, ਕੁਦਰਤੀ ਆਫਤਾਂ ਦਾ ਛੇਤੀ ਵਧਣਾ, ਆਸਟ੍ਰੇਲੀਆ ਵਿੱਚ ਜੰਗਲ ਦੀ ਅੱਗ, ਦੁਨੀਆ ਭਰ ਵਿੱਚ ਇਹਨਾਂ ਦੀ ਚੇਤਾਵਨੀ। ਇਸ ਦਾ ਕੀ ਮਤਲਬ ਹੈ? ਇਸ ਦਾ ਕੀ ਭਵਿੱਖ ਹੈ? ਬਾਈਬਲ ਦੀ ਭਵਿੱਖਬਾਣੀ ਨੂੰ ਪ੍ਰਕਾਸ਼ਿਤ ਕਰਨ ਦੇ ਇਸ ਸਫ਼ਰ ਵਿੱਚ, ਜਿਸ ਦਾ ਨਾਮ ਅਨਲੌਕਿੰਗ ਬਾਈਬਲ ਪ੍ਰੋਫੈਸੀ ਹੈ, ਅੰਤਰਰਾਸ਼ਟਰੀ ਵਕਤਾ ਕੈਮੀ ਉਟਮਨ ਨਾਲ ਜੁੜੇ ਅਨਲੌਕਿੰਗ ਬਾਈਬਲ ਪ੍ਰੋਫੈਸੀਜ਼ ਤੇ ਆਪਣੇ ਸੰਸਾਰ ਭਰ ਦੀ ਯਾਤਰਾਵਾਂ ਦੇ ਦੌਰਾਨ ਜ਼ਿੰਦਗੀ ਦੇ ਸੱਚੇ ਸੰਕਟ ਦਾ ਸਾਹਮਣਾ ਕੀਤਾ, ਪਰ ਇਹਨਾਂ ਦੇ ਵਿਚਕਾਰ ਉਮੀਦਾਂ ਦੇ ਚਮਤਕਾਰਾਂ ਨੂੰ ਖੋਜਿਆ। ਜੁੜੀਏ ਅੰਤਰਰਾਸ਼ਟਰੀ ਵਕਤਾ ਕੈਮੀ ਉਟਮਨ ਨਾਲ ਅਨਲੌਕਿੰਗ ਬਾਈਬਲ ਪ੍ਰੋਫੈਸੀਜ਼ ਤੇ, ਜਿਸ ਵਿੱਚ ਉਹ ਦੱਸਦੇ ਹਨ ਕਿਸ ਤਰ੍ਹਾਂ ਬਾਈਬਲ ਦੀ ਭਵਿੱਖਬਾਣੀਆਂ ਛੇਤੀ ਬੀਤੇ ਸਮੇਂ ਤੋਂ ਪੂਰੀਆਂ ਹੋ ਰਹੀਆਂ ਹਨ। ਬਾਈਬਲ ਦੀ ਭਵਿੱਖਬਾਣੀਆਂ ਨੂੰ ਅਨਲੌਕ ਕਰਨ ਵਿੱਚ ਤੁਹਾਡਾ ਸਵਾਗਤ ਹੈ, ਜਿੱਥੇ ਅਸੀਂ ਕਰ ਰਹੇ ਹਾਂ ਬਾਈਬਲ ਦੀ ਸਭ ਤੋਂ ਰੋਮਾਂਚਕ ਖੋਜ। ਕੱਲ ਦੀ ਪੇਸ਼ਕਾਰੀ ਵਿੱਚ ਅਸੀਂ ਅਸਲ ਸਪਸ਼ਟਤਾ ਨਾਲ ਖੋਜ ਕੀਤੀ ਕਿ ਹੁਣ ਤੱਕ ਦਾ ਸਭ ਤੋਂ ਵੱਡਾ ਬਚਾਅ ਮਿਸ਼ਨ ਮਸੀਹ ਦਾ ਦੂਸਰਾ ਆਗਮਨ ਹੈ। ਬਾਈਬਲ ਸਪਸ਼ਟ ਰੂਪ ਵਿੱਚ ਸਾਨੂੰ ਸਿਖਾਉਂਦੀ ਹੈ ਇਹ ਬਿਲਕੁਲ ਵੀ ਭੇਦ ਨਹੀਂ ਹੈ, ਪਰ ਇਹ ਇੱਕ ਦਿਖਣਯੋਗ ਸੁਣਨਯੋਗ ਹੋਵੇਗਾ। ਸ਼ਾਨਦਾਰ ਰੋਮਾਂਚਕ ਯਿਸੂ ਦੀ ਵਾਪਸੀ। ਮੈਂ ਉਸ ਦਿਨ ਦੀ ਬਹੁਤ ਉਡੀਕ ਕਰ ਰਹੀ ਹਾਂ। ਮੈਨੂੰ ਉਮੀਦ ਹੈ ਕਿ ਤੁਸੀਂ ਵੀ ਕਰ ਰਹੇ ਹੋ। ਦੋਸਤੋ, ਬਹੁਤ ਉਤਸੁਕਤਾ ਦੇ ਨਾਲ ਨਿਆਏ, ਨਰਕ ਅਤੇ 1000 ਸਾਲਾਂ ਬਾਰੇ ਲੋਕਾਂ ਵਿੱਚ ਬਹੁਤ ਉਤਸੁਕਤਾ ਹੈ। ਕੀ ਤੁਹਾਨੂੰ ਇਹ ਜਾਣ ਕੇ ਸਦਮਾ ਲੱਗੇਗਾ ਕਿ ਜ਼ਿਆਦਾਤਰ ਈਸਾਈਆਂ ਦਾ ਨਰਕ ਦਾ ਸੰਕਲਪ ਯੂਨਾਨੀ ਮਿਥਿਹਾਸ ਵਿੱਚ ਪੈਦਾ ਹੋਇਆ ਅਤੇ ਬਾਈਬਲ ਦੀ ਸਿੱਖਿਆ ਦੇ ਨਾਲ ਉਸ ਦਾ ਕੋਈ ਲੈਣਾ ਦੇਣਾ ਨਹੀਂ ਹੈ। ਬਾਈਬਲ ਦੇ ਹਰ ਸੱਚ ਦੇ ਲਈ ਸ਼ੈਤਾਨ ਦੇ ਕੋਲ ਉਸ ਦਾ ਝੂਠ ਹੈ। ਮੈਂ ਇਸ ਬਾਰੇ ਬਹੁਤ ਉਤਸ਼ਾਹਿਤ ਹਾਂ ਕਿ ਤੁਹਾਡੇ ਵਿੱਚੋਂ ਕਿੰਨੇ ਲੋਕ ਇਸ ਚੈਟ ਵਿੱਚ ਸਰਗਰਮ ਹਨ। ਅਸਲ ਵਿੱਚ ਇਸ ਸਮੇਂ ਤੁਸੀਂ ਸਾਡੇ ਨਾਲ ਕਿਉਂ ਨਾ ਸਾਂਝਾ ਕਰੋ ਕਿ ਤੁਸੀਂ ਬਾਈਬਲ ਦੀ ਭਵਿੱਖਬਾਣੀਆਂ ਨੂੰ ਅਨਲੌਕ ਕਰਨ ਦੇ ਕਿੰਨੇ ਐਪੀਸੋਡ ਵੇਖੇ ਹਨ। ਅੱਜ ਰਾਤ ਅਸੀਂ 9ਵੇਂ ਨੰਬਰ ਤੇ ਹਾਂ, ਇਸ ਲਈ ਚੈਟ ਬਾਕਸ ਵਿੱਚ ਤੁਸੀਂ ਨੰਬਰ ਪਾਓ ਤੇ ਸਾਨੂੰ ਦੱਸੋ। ਸਾਡੇ ਲਾਈਵ ਆਨਲਾਈਨ ਬਾਈਬਲ ਇੰਸਟ੍ਰਕਟਰਾਂ ਨੇ ਮੈਨੂੰ ਸ਼ਾਨਦਾਰ ਰਿਪੋਰਟਾਂ ਦਿੱਤੀਆਂ ਹਨ ਤੁਹਾਡੇ ਵੱਲੋਂ ਪੁੱਛੇ ਗਏ ਸ਼ਾਨਦਾਰ ਸਵਾਲਾਂ ਬਾਰੇ। ਮੈਂ ਤੁਹਾਡੇ ਸਾਰਿਆਂ ਦੁਆਰਾ ਬਹੁਤ ਉਤਸ਼ਾਹਿਤ ਹਾਂ ਜੋ ਸਾਡੇ ਆਨਲਾਈਨ ਬਾਈਬਲ ਸਕੂਲ ਵਿੱਚ ਸ਼ਾਮਿਲ ਹੋ ਗਏ ਹਨ। ਜੇ ਤੁਸੀਂ ਹੇਠਾਂ ਕਲਿੱਕ ਕਰਨਾ ਚਾਹੁੰਦੇ ਹੋ ਤਾਂ ਇਹ ਵੀ ਯਾਦ ਰੱਖੋ ਕਿ ਤੁਸੀਂ ਪਿਛਲੀਆਂ ਸਾਰੀਆਂ ਪੇਸ਼ਕਾਰੀਆਂ ਵੇਖ ਸਕਦੇ ਹੋ awr.org/bible ਤੇ। ਆਓ ਅਸੀਂ ਇਕੱਠੇ ਪ੍ਰਾਰਥਨਾ ਕਰੀਏ। ਸਵਰਗੀ ਪਿਤਾ, ਬ੍ਰਹਮੰਡ ਦੇ ਬਾਦਸ਼ਾਹ, ਸਾਡੇ ਦਿਲਾਂ ਦੇ ਬਾਦਸ਼ਾਹ, ਪ੍ਰਭੂ ਮੈਨੂੰ ਆਪਣੇ ਆਪ ਤੋਂ ਖਾਲੀ ਕਰ ਦਿਓ, ਮੈਨੂੰ ਆਪਣੇ ਪਵਿੱਤਰ ਆਤਮਾ ਨਾਲ ਭਰ ਦਿਓ। ਅਸੀਂ ਤੁਹਾਨੂੰ ਪਿਆਰ ਕਰਦੇ ਹਾਂ ਹੇ ਰੱਬ, ਅਤੇ ਅਸੀਂ ਤੁਹਾਡੇ ਵਚਨਾਂ ਨੂੰ ਜਾਣਨਾ ਚਾਹੁੰਦੇ ਹਾਂ ਅਤੇ ਅਸੀਂ ਜਾਣਦੇ ਹਾਂ ਕਿ ਤੁਸੀਂ ਸਾਨੂੰ ਪਿਆਰ ਕਰਦੇ ਹੋ। ਤੁਹਾਡੇ ਪੁੱਤਰ ਯਿਸੂ ਦੀ ਕੁਰਬਾਨੀ ਕਾਰਨ ਤੁਹਾਡਾ ਧੰਨਵਾਦ। ਸਾਨੂੰ ਬਹੁਤ ਪਿਆਰ ਕਰਨ ਲਈ ਤੁਹਾਡਾ ਧੰਨਵਾਦ ਕਿ ਤੁਸੀਂ ਸਾਨੂੰ ਬਚਾਉਣ ਦਾ ਤਰੀਕਾ ਬਣਾਇਆ। ਯਿਸੂ ਦੇ ਕੀਮਤੀ ਸ਼ਕਤੀਸ਼ਾਲੀ ਨਾਮ ਦੇ ਵਿੱਚ ਆਮੀਨ। ਮੈਂ ਤੁਹਾਨੂੰ ਥੀਓ ਲਾਵੋ ਬਾਰੇ ਦੱਸਦੀ ਹਾਂ। ਮੇਰੇ ਫਿਲਮੀ ਅਮਲੇ ਤੇ ਮੈਂ ਮੈਡਗਾਸਕਰ ਦੇ ਖਤਰਨਾਕ ਲਾਲ ਖੇਤਰ ਵਿੱਚ ਯਾਤਰਾ ਕਰ ਰਹੇ ਸੀ ਥੀਓ ਲਾਵੋ ਦੀ ਹੈਰਾਨ ਕਰਨ ਵਾਲੀ ਜ਼ਿੰਦਗੀ ਨੂੰ ਦਸਤਾਵੇਜ਼ ਬਣਾਉਣ ਦੇ ਲਈ। ਅਤੇ ਜੇ ਤੁਸੀਂ ਪਸੰਦ ਕਰਦੇ ਹੋ ਤਾਂ ਤੁਸੀਂ awr.org ਤੇ ਪੂਰੀ ਕਹਾਣੀ ਵੇਖ ਸਕਦੇ ਹੋ। ਥੀਓ ਲਾਵੋ ਨੇ ਅਣਕਹੇ ਅਪਰਾਧਾਂ ਦੀ ਭਿਆਨਕ ਜ਼ਿੰਦਗੀ ਜੀ ਸੀ। 10 ਤੋਂ ਵੱਧ ਲੋਕਾਂ ਦਾ ਕਤਲ ਕੀਤਾ ਸੀ। ਉਹ ਜੰਗਲ ਵਿੱਚ ਜਾਨਵਰਾਂ ਵਾਂਗ ਲੁਕ ਕੇ ਪਨਾਹ ਲੈ ਰਿਹਾ ਸੀ। ਉਸਦੇ ਪਰਿਵਾਰ ਨੇ ਉਸਨੂੰ ਨਕਾਰ ਦਿੱਤਾ ਸੀ ਅਤੇ ਉਸ ਕੋਲ ਜਾਣ ਲਈ ਕਿਤੇ ਵੀ ਕੋਈ ਥਾਂ ਨਹੀਂ ਸੀ। ਉਸਨੇ ਆਪਣੇ ਪੁੱਤਰ ਵਾਂਗ ਫੈਸਲਾ ਕੀਤਾ ਕਿ ਹਾਰਨ ਲਈ ਕੁਝ ਵੀ ਨਹੀਂ ਹੈ ਅਤੇ ਜੰਗਲ ਵਿੱਚੋਂ ਉਹ ਬਾਹਰ ਨਿਕਲ ਗਿਆ ਤੇ 7ਵੇਂ ਦਿਨ ਦਾ ਐਡਵੈਂਟਿਸਟ ਚਰਚ ਲੱਭ ਲਿਆ। ਉੱਥੇ ਦੇ ਇੱਕ ਬਜ਼ੁਰਗ ਨੇ ਉਸਨੂੰ ਭਰੋਸਾ ਦਿੱਤਾ ਕਿ ਉਸ ਦਾ ਹਮੇਸ਼ਾ ਸਵਾਗਤ ਹੈ ਅਤੇ ਉਸ ਲਈ ਪ੍ਰਾਰਥਨਾ ਕਰਨ ਦਾ ਵਾਅਦਾ ਕੀਤਾ। ਹੁਣ ਪੁਲਿਸ ਦੇ ਫੜੇ ਜਾਣ ਦੇ ਡਰ ਤੋਂ ਥੀਓ ਲਾਵੋ ਵਾਪਸ ਜੰਗਲ ਵਿੱਚ ਵੜ ਗਿਆ, ਪਰ ਇਸ ਵਾਰ ਉਸਨੇ ਆਪਣੇ ਨਾਲ ਇੱਕ ਛੋਟਾ ਜਿਹਾ ਰੇਡੀਓ ਲਿਆ। ਇਹ ਬਾਹਰੀ ਸੰਸਾਰ ਨਾਲ ਉਸਦਾ ਇੱਕੋ ਇੱਕ ਸੰਬੰਧ ਸੀ ਅਤੇ ਉਹ ਉਸਨੂੰ ਬੜੀ ਉਤਸੁਕਤਾ ਨਾਲ ਸੁਣਿਆ ਕਰਦਾ ਸੀ। ਐਡਵੈਂਟਿਸਟ ਵਰਲਡ ਰੇਡੀਓ ਤੇ ਸੁਣੇ ਹੋਏ ਸ਼ਬਦਾਂ ਨੇ ਉਸਦੀ ਆਤਮਾ ਨੂੰ ਹਿਲਾ ਦਿੱਤਾ ਅਤੇ ਉਹ ਪਰਮੇਸ਼ਰ ਨਾਲ ਪਿਆਰ ਕਰਨ ਲੱਗ ਪਿਆ ਕਿ ਉਹ ਉਸ ਵਰਗੇ ਪਾਪੀ ਨੂੰ ਮਾਫ ਕਰ ਦੇਣਗੇ। ਆਪਣੇ ਨਵੇਂ ਦੋਸਤ ਯਿਸੂ ਨੂੰ ਲੈ ਕੇ ਉਤਸ਼ਾਹਿਤ ਥੀਓ ਲਾਵੋ ਨੇ ਹੋਰ ਅਪਰਾਧੀਆਂ ਨੂੰ ਸੱਦਾ ਦੇਣਾ ਸ਼ੁਰੂ ਕੀਤਾ ਜੋ ਉਸਦੀ ਗੱਲ ਸੁਣਨ ਲਈ ਜੰਗਲ ਵਿੱਚ ਲੁਕ ਗਏ ਸਨ। ਮਸੀਹ ਰਾਹੀਂ ਉਹਨਾਂ ਨੇ ਮੁਕਤੀ ਦਾ ਵਿਸ਼ਵਾਸ। ਥੀਓ ਲਾਵੋ ਅਤੇ ਹੋਰ 15 ਅਪਰਾਧੀ ਜੰਗਲ ਵਿੱਚੋਂ ਬਾਹਰ ਆ ਗਏ ਐਡਵੈਂਟਿਸਟ ਚਰਚ ਵਿੱਚ ਬਪਤਿਸਮਾ ਮੰਗਣ। ਅੱਜ ਥੀਓ ਲਾਵੋ ਯਿਸੂ ਵਿੱਚ ਇੱਕ ਆਜ਼ਾਦ ਜੀਵਨ ਜਿਉਂਦਾ ਹੈ। ਉਹ ਕਾਤਲ ਸੀ ਅਤੇ ਇੱਕ ਅਪਰਾਧੀ ਸੀ,
ਪਰ ਅੱਜ ਉਹ ਹੋਰਨਾਂ ਨੂੰ ਬਾਈਬਲ ਸੱਚ ਜਾਣਨ ਲਈ ਲੈ ਜਾਂਦਾ ਹੈ। ਉਸਨੇ ਪਰਮੇਸ਼ਰ ਦੇ ਵਚਨ ਦੇ ਪੂਰੀ ਤਰ੍ਹਾਂ ਪਰਿਵਰਤਨ ਦਾ ਅਨੁਭਵ ਕੀਤਾ ਹੈ। ਉਹੀ ਜਾਣਕਾਰੀ ਅਸੀਂ ਇਸ ਲੜੀ ਦੌਰਾਨ ਇਕੱਠੇ ਪੜ੍ਹ ਰਹੇ ਹਾਂ। ਦੋਸਤੋ, ਅਸੀਂ ਧਰਤੀ ਦੇ ਇਤਿਹਾਸ ਦੇ ਆਖਰੀ ਦਿਨਾਂ ਵਿੱਚ ਰਹਿ ਰਹੇ ਹਾਂ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਇਹ ਲਗਭਗ ਖਤਮ ਹੋ ਗਿਆ ਹੈ। ਇਹ ਸੰਸਾਰ ਟੱਕਰ ਰਿਹਾ ਹੈ, ਡਿੱਗਣ ਲਈ ਤਿਆਰ ਹੈ। ਹਿੰਸਾ ਅਤੇ ਦੰਗਿਆਂ ਦੇ ਨਾਲ ਅਸੀਂ ਅੱਜ ਦੁਨੀਆ ਭਰ ਵਿੱਚ ਵੇਖ ਰਹੇ ਹਾਂ। ਇਸ ਤੋਂ ਬਾਅਦ ਕੀ ਹੋਵੇਗਾ? ਜਲਦੀ ਹੀ ਯੀਸ਼ੂ ਵਾਪਸ ਆ ਜਾਵੇਗਾ ਅਤੇ ਅਸੀਂ ਬਾਈਬਲ ਤੋਂ ਸਿੱਖਿਆ, ਸਾਡੇ ਕੋਲ ਕੇਵਲ ਇੱਕ ਸਮਾਂ ਹੈ, ਅਨੁਗ੍ਰਹਿ ਦਾ ਯੁੱਗ, ਅਤੇ ਇਹ ਹੁਣ ਸਾਡੇ ਵਰਤਮਾਨ ਜੀਵਨ ਵਿੱਚ ਹੈ। ਬਾਈਬਲ ਕੀ ਕਹਿੰਦੀ ਹੈ? ਮਸੀਹ ਦੇ ਦੂਜੇ ਆਉਣ ਤੋਂ ਬਾਅਦ ਜਦੋਂ ਧਰਮੀ ਨੂੰ ਸਵਰਗ ਵਿੱਚ ਲਿਜਾਇਆ ਜਾਵੇਗਾ ਅਤੇ ਉਹ ਲੋਕ ਜਿਨ੍ਹਾਂ ਨੇ ਪਰਮੇਸ਼ਵਰ ਦਾ ਅਨੁਸਰਣ ਨਹੀਂ ਕੀਤਾ, ਕੀ ਉਹ ਧਰਤੀ ਤੇ ਮਰ ਚੁੱਕੇ ਹਨ? ਪ੍ਰਕਾਸ਼ਨ ਇਹ 1000 ਸਾਲ ਦੀ ਮਿਆਦ ਬਾਰੇ ਗੱਲ ਕਰਦਾ ਹੈ। ਇਸ ਨੂੰ ਅੰਗਰੇਜ਼ੀ ਵਿੱਚ ਮਿਲੇਨੀਅਮ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਕੱਠਿਆਂ ਅਸੀਂ ਬਾਈਬਲ ਦੀ ਸਰਲ ਸੱਚਾਈ ਦੇਖਾਂਗੇ, 1000 ਸਾਲਾਂ ਦੇ ਬਾਰੇ ਅਤੇ ਉਹ ਘਟਨਾਵਾਂ ਜੋ ਇਸ ਦੇ ਸ਼ੁਰੂ ਅਤੇ ਅੰਤ ਨੂੰ ਦਰਸਾਉਂਦੀਆਂ ਹਨ। ਯੀਸ਼ੂ ਮਸੀਹ ਨੇ ਪ੍ਰਕਾਸ਼ਨ ਉਸਦੇ 22 ਅਧਿਆਇ ਤੇ ਉਸਦੀ 7 ਆਇਤ ਵਿੱਚ ਇਸ ਤਰ੍ਹਾਂ ਕਿਹਾ ਹੈ, ਦੇਖੋ ਮੈਂ ਛੇਤੀ ਹੀ ਆ ਰਿਹਾ ਹਾਂ। ਉਹ ਲੋਕ ਹਨ ਜੋ ਭਵਿੱਖਬਾਣੀ ਦੇ ਸ਼ਬਦ ਦਾ ਪਾਲਣ ਕਰਦੇ ਹਨ। ਇਸ ਪੁਸਤਕ ਵਿੱਚ ਲਿਖਿਆ ਹੈ, ਪਰਮੇਸ਼ਵਰ ਸਾਨੂੰ ਅਗਿਆਨੀ ਦੋਸਤੋ ਨਹੀਂ ਚਾਹੁੰਦਾ। ਉਸਨੇ ਇਹ ਯਕੀਨੀ ਬਣਾਇਆ ਕਿ ਉਸਦਾ ਵਚਨ ਲਿਖਿਆ ਅਤੇ ਸੁਰੱਖਿਅਤ ਰੱਖਿਆ ਜਾਵੇ ਤਾਂ ਜੋ ਕੋਈ ਸਮਝ ਸਕੇ ਜੋ ਉਹ ਉਹਨਾਂ ਤੋਂ ਕੀ ਚਾਹੁੰਦਾ ਹੈ। ਭਵਿੱਖਬਾਣੀ ਦਾ ਅਧਿਐਨ ਕਰਦੇ ਸਮੇਂ ਬਾਈਬਲ ਦਾ ਆਪਣਾ ਦੁਭਾਸ਼ੀਆ ਹੁੰਦਾ ਹੈ। ਇਹ ਉਹਨਾਂ ਦੇ ਚਿੰਨ੍ਹਾਂ ਲਈ ਆਪਣੀ ਪਰਿਭਾਸ਼ਾ ਪ੍ਰਦਾਨ ਕਰਦਾ ਹੈ ਜਿੱਥੋਂ ਉਹ ਵਰਤਦਾ ਹੈ। ਸਾਨੂੰ ਅੰਦਾਜ਼ਾ ਲਗਾਉਣ ਦੀ ਲੋੜ ਨਹੀਂ ਹੈ। ਸਾਨੂੰ ਬਾਈਬਲ ਦੇ ਉਹਨਾਂ ਭਾਗਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਜੋ ਸਾਡੇ ਲਈ ਅਨੁਕੂਲ ਨਹੀਂ ਹਨ, ਜਾਂ ਬਾਈਬਲ ਦੇ ਕੁਝ ਭਾਗਾਂ ਨੂੰ ਲਾਗੂ ਨਾ ਹੋਣ ਕਰਕੇ ਉਸ ਨੂੰ ਰੱਦ ਕਰ ਦੇਣਾ ਚਾਹੀਦਾ ਹੈ, ਜਾਂ ਇਸ ਵਿੱਚ ਆਪਣੇ ਸ਼ਬਦ ਸ਼ਾਮਿਲ ਕਰ ਦੇਣੇ ਚਾਹੀਦੇ ਹਨ। ਤੁਸੀਂ ਦੇਖਦੇ ਹੋ ਕਿ ਪਰਮੇਸ਼ਵਰ ਦਾ ਵਚਨ ਕਦੇ ਵੀ ਨਹੀਂ ਬਦਲਦਾ। ਪੁਰਾਣਾ ਅਤੇ ਨਵਾਂ ਨਿਯਮ ਦੋਨੋਂ ਹੀ ਸਬੂਤ ਪ੍ਰਮੁੱਖ ਹਨ ਅਤੇ ਉਹ ਦੋਨੋਂ ਇਕੱਠੇ ਜਾਂਦੇ ਹਨ, ਕਿਉਂਕਿ ਪਰਮੇਸ਼ਵਰ ਕੱਲ੍ਹ, ਅੱਜ ਅਤੇ ਹਮੇਸ਼ਾ ਲਈ ਉਹੀ ਹੈ। ਆਓ ਅਸੀਂ ਇਕੱਠਿਆਂ ਸਾਡੇ ਵਿਸ਼ੇ ਦੀ ਸਮੀਖਿਆ ਕਰੀਏ। ਜੇ ਇਹ ਬਾਈਬਲ ਵਿੱਚ ਹੈ ਤਾਂ ਮੇਰਾ ਵਿਸ਼ਵਾਸ ਹੈ, ਅਤੇ ਜੇ ਬਾਈਬਲ ਇਸ ਨਾਲ ਅਸਹਿਮਤ ਹੈ ਤਾਂ ਇਹ ਮੇਰੇ ਲਈ ਨਹੀਂ ਹੈ। ਪ੍ਰਕਾਸ਼ਨ ਵੀ ਬਿਆਨ ਕਰਦਾ ਹੈ ਕਿ ਇੱਕ ਸ਼ਕਤੀਸ਼ਾਲੀ ਦੂਤ ਸ਼ੈਤਾਨ ਨੂੰ ਇੱਕ ਵੱਡੀ ਲੜੀ ਨਾਲ ਬੰਨ੍ਹਣ ਜਾ ਰਿਹਾ ਹੈ ਅਤੇ ਉਸ ਨੂੰ 1000 ਸਾਲਾਂ ਤੱਕ ਥੱਲੇ ਵਾਲੇ ਟੋਏ ਵਿੱਚ ਪਾ ਦਿੱਤਾ ਜਾਵੇਗਾ। ਸ਼ੈਤਾਨ ਇੱਥੇ ਤਦ ਤੋਂ ਨਾਰਾਜ਼ ਹੈ ਕਿ ਉਹ ਭਵਿੱਖ ਬਾਰੇ ਇਹ ਨੁਕਸਾਨਦਾਇਕ ਜਾਣਕਾਰੀ, ਜਿਸ ਨੂੰ ਸ਼ਾਸਤਰ ਵਿੱਚ ਜਨਤਕ ਗਿਆਨ ਦਿੱਤਾ ਗਿਆ ਹੈ, ਬਦਕਿਸਮਤੀ ਨਾਲ ਅੱਜ ਪ੍ਰਸਿੱਧ ਸਿੱਖਿਆਵਾਂ ਲਗਭਗ 1000 ਸਾਲ ਤੱਕ ਤਦ ਦੀ ਗੱਲ ਨਹੀਂ ਹੈ। ਇਹ ਸ਼ੱਕ ਦੀ ਗੱਲ ਹੈ ਕਿ ਸ਼ੈਤਾਨ ਦੀ ਕਾਢ ਹੋ ਸਕਦੀ ਹੈ ਲੋਕਾਂ ਨੂੰ ਫਸਾਉਣ ਅਤੇ ਧੋਖਾ ਦੇਣ ਦੇ ਲਈ। ਸ਼ੈਤਾਨ ਗੇਮਾਂ ਨਹੀਂ ਖੇਡ ਰਿਹਾ ਦੋਸਤੋ, ਉਹ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਅਜਿਹਾ ਕਰਦਾ ਹੈ। ਜੋ ਲੋਕ ਪਰਮੇਸ਼ਵਰ ਦੇ ਵਿਰੁੱਧ ਬਗਾਵਤ ਕਰਨ ਦੀ ਚੋਣ ਕਰਦੇ ਹਨ, ਉਹ ਉਹਨਾਂ ਦੇ ਨੇਤਾ ਦੇ ਤੌਰ ਦੇ ਉੱਤੇ ਇਹ ਗੇਮਾਂ ਖੇਡਦਾ ਹੈ। ਸ਼ੈਤਾਨ ਦਾ ਇੱਕ ਨਿਸ਼ਾਨਾ ਹੈ, ਉਹ ਹੈ ਤੁਹਾਡਾ ਵਿਨਾਸ਼। ਸਾਡੀ ਸੁਰੱਖਿਆ ਪਰਮੇਸ਼ਵਰ ਦੇ ਵਚਨ ਵਿੱਚ ਰਹਿਣ ਦੀ ਹੈ। ਬਾਈਬਲ ਸ਼ੈਤਾਨ ਦੇ ਜਾਲ ਨੂੰ ਨੰਗਾ ਕਰਦੀ ਹੈ। ਇਸ ਲਈ ਆਓ ਅੱਜ ਰਾਤ ਨੂੰ ਅਸੀਂ ਪਤਾ ਕਰੀਏ ਕਿ ਕੀ ਹੁੰਦਾ ਹੈ ਦੂਜੇ ਆਗਮਨ ਤੋਂ ਬਾਅਦ। ਪ੍ਰਕਾਸ਼ਨ ਦੀ ਪੋਥੀ ਉਹਦੇ 20 ਦੇ 4-6 ਵਿੱਚ ਲਿਖਿਆ, ਤੇ ਉਹ ਮਸੀਹ ਨਾਲ 1000 ਸਾਲ ਰਾਜ ਕਰਦੇ ਹੋਏ ਤੇ ਰਾਜ ਕਰਨਗੇ। ਧਨ ਅਤੇ ਪਵਿੱਤਰ ਹੈ ਉਹ ਜਿਨ੍ਹਾਂ ਦਾ ਪਹਿਲਾ ਅਤੇ ਪੂਰਨ ਥਾਨ ਹੈ। ਇਸ ਤਰ੍ਹਾਂ ਦੀ ਦੂਜੀ ਮੌਤ ਦੀ ਕੋਈ ਸ਼ਕਤੀ ਨਹੀਂ ਹੈ, ਪਰ ਉਹ ਰੱਬ ਦੇ ਵਿਸ਼ਵਾਸੀ ਹੋਣਗੇ ਅਤੇ ਮਸੀਹ ਦੇ ਵੀ ਵਿਸ਼ਵਾਸੀ ਹੋਣਗੇ, ਅਤੇ ਉਹ 1000 ਸਾਲਾਂ ਤੱਕ ਉਸ ਨਾਲ ਰਾਜ ਕਰੇਗਾ। ਆਮੀਨ। ਮਸੀਹ ਆਉਂਦਾ ਹੈ, ਧਰਤੀ ਨੂੰ ਮੁੜ ਜੀਵਿਤ ਕੀਤਾ ਜਾਂਦਾ ਹੈ ਅਤੇ ਯੀਸ਼ੂ ਨੂੰ ਹਵਾ ਵਿੱਚ ਮਿਲਾਉਣ ਲਈ ਅਸੀਂ ਸਾਰੇ ਉੱਠ ਜਾਵਾਂਗੇ। ਅਸੀਂ ਸਵਰਗ ਜਾਂਦੇ ਹਾਂ। 1000 ਸਾਲਾਂ ਬਾਅਦ ਦੀ ਮਿਆਦ ਦੀ ਸ਼ੁਰੂਆਤ ਦਾ ਇਹ ਨਿਸ਼ਾਨ ਹੈ। ਮੈਂ ਉਸ ਗਰੁੱਪ ਵਿੱਚ ਰਹਿਣਾ ਚਾਹੁੰਦੀ ਹਾਂ ਕਿ ਤੁਸੀਂ ਨਹੀਂ ਰਹਿਣਾ ਚਾਹੁੰਦੇ। ਯੀਸ਼ੂ ਦੂਜੀ ਪੂਰਨ ਉਦਾਵਨ ਦੀ ਗੱਲ ਕਰਦਾ ਹੈ ਕਿ ਬਾਦਸ਼ਾਹਾਂ ਨੂੰ ਕਦੋਂ ਉਠਾਇਆ ਜਾਵੇਗਾ ਅਤੇ ਉਹਨਾਂ ਦੀ ਕਬਰਾਂ ਵਿੱਚੋਂ ਸੌਣ ਤੋਂ ਬਾਅਦ। ਯਹੂਨਾ ਉਹਦੀ 5:28 ਤੇ 29 ਵਿੱਚ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਤਰ੍ਹਾਂ ਨਹੀਂ, ਕਿਉਂਕਿ ਉਹ ਘੜੀ ਆ ਰਹੀ ਹੈ ਜਿਸ ਵਿੱਚ ਉਹ ਕਬਰਾਂ ਵਿੱਚ ਹਨ ਉਸਦੀ ਆਵਾਜ਼ ਨੂੰ ਸੁਣਨਗੇ, ਤੇ ਜਦੋਂ ਆਵੇਗਾ ਤੇ ਉਹ ਮੁੜ ਜੀ ਉੱਠਣਗੇ ਤੇ ਉਹਨਾਂ ਨੂੰ ਚੰਗਾ ਕੀਤਾ ਜਾਵੇਗਾ, ਅਤੇ ਉਹ ਜਿਨ੍ਹਾਂ ਨੇ ਬੁਰਾ ਕੀਤਾ ਹੈ ਉਹ ਮੁੜ ਸੁਰਜੀਤ ਨਹੀਂ ਹੋਣਗੇ। 20:5 ਵਿੱਚ ਅਸੀਂ ਦੇਖਦੇ ਹਾਂ ਕਿ ਇਹ ਕਦੋਂ ਵਾਪਰਦਾ ਹੈ, ਪਰ ਬਾਕੀ ਦੇ ਮਰੇ ਫਿਰ ਨਹੀਂ ਸਨ ਜਿਉਂਦੇ। ਜਦੋਂ ਤੱਕ 1000 ਸਾਲ ਪੂਰੇ ਨਹੀਂ ਹੋ ਜਾਂਦੇ, ਦੁਸ਼ਟ ਮੁਰਦੇ ਆਪਣੀ ਕਬਰਾਂ ਵਿੱਚ ਹੀ ਰਹਿੰਦੇ ਹਨ, ਸਦੀਆਂ ਤੋਂ ਬਾਅਦ ਤੱਕ ਵੀ। ਇਹ ਇੱਕ ਮਹੱਤਵਪੂਰਨ ਤੱਥ ਹੈ। ਸਦੀਆਂ ਦਾ ਸਮਾਂ ਹੈ ਪਹਿਲੇ ਅਤੇ ਦੂਜੇ ਦੇ ਵਿਚਕਾਰ। ਪਹਿਲੀ ਵਾਰ ਪੂਰਨ ਸੁਰਜਤੀ ਮੌਕੇ ਵਿੱਚ ਇੱਕ ਮਹਾਨ ਸਮਾਗਮ ਹੁੰਦਾ ਹੈ, ਜਦਕਿ ਦੂਜੇ ਦੇ ਵਿੱਚ ਯੀਸ਼ੂ ਦਾ ਆਉਣਾ। ਪਹਿਲਾ ਥੈਸਲੋਨੀਕਾ ਉਹਦੀ 4:16 ਵਿੱਚ ਇਸ ਤਰ੍ਹਾਂ ਦੱਸਿਆ ਗਿਆ ਹੈ, ਕਿਉਂਕਿ ਪ੍ਰਭੂ ਆਪ ਹੀ ਸਵਰਗ ਤੋਂ ਉਤਰ ਕੇ ਉੱਚੀ ਆਵਾਜ਼ ਨਾਲ ਉਤਰੇਗਾ
ਮਹਾਸਵਰਦੂਤ ਦੀ ਆਵਾਜ਼ ਦੇ ਨਾਲ ਅਤੇ ਪਰਮੇਸ਼ਵਰ ਦੀ ਤੁਰਹੀ ਦੇ ਨਾਲ ਅਤੇ ਮਸੀਹ ਵਿੱਚ ਮਰੇ ਹੋਏ ਲੋਕ ਪਹਿਲਾਂ ਜੀ ਉੱਠਣਗੇ। ਯੀਸ਼ੂ ਆਪਣੇ ਲੋਕਾਂ ਨੂੰ ਬਚਾਉਣ ਲਈ ਆਉਂਦਾ ਹੈ, ਜਿਨ੍ਹਾਂ ਨੇ ਉਸਨੂੰ ਪਿਆਰ ਕੀਤਾ ਹੈ ਅਤੇ ਉਸਦਾ ਅਨੁਸਰਨ ਕੀਤਾ ਹੈ। ਉਹ ਸੰਤ ਜੋ ਕਬਰਾਂ ਵਿੱਚੋਂ ਉਠਾ ਦਿੱਤੇ ਗਏ ਹਨ ਅਤੇ ਉਹ ਸੰਤ ਜੋ ਯੀਸ਼ੂ ਨੂੰ ਵਾਪਸ ਆਉਂਦੇ ਦੇਖਣ ਲਈ ਜਿਉਂਦੇ ਹਨ, ਇਹਨਾਂ ਨੂੰ ਤੁਰੰਤ ਹੀ ਸੰਪੂਰਨ ਅਮਰ ਸਰੀਰ ਦਿੱਤਾ ਜਾਂਦਾ ਹੈ। ਮੈਂ ਇਸ ਚੀਜ਼ ਦੀ ਉਡੀਕ ਨਹੀਂ ਕਰ ਸਕਦੀ। ਪਹਿਲਾ ਕੁਰਿੰਥੀਓ 15 ਦੀ 51 ਅਤੇ 52 ਵਿੱਚ ਇਸ ਤਰ੍ਹਾਂ ਲਿਖਿਆ ਹੈ, ਦੇਖੋ ਮੈਂ ਤੁਹਾਨੂੰ ਇੱਕ ਰਹੱਸ ਦੱਸਦਾ ਹਾਂ, ਅਸੀਂ ਸਾਰੇ ਸੌਂਦੇ ਨਹੀਂ ਹਾਂ, ਪਰ ਅਸੀਂ ਸਾਰੇ ਬਦਲ ਜਾਵਾਂਗੇ ਇੱਕ ਪਲ ਵਿੱਚ, ਅੱਖ ਦੀ ਇੱਕ ਝਪਕੀ ਦੇ ਨਾਲ, ਆਖਰੀ ਵਾਰ ਤੁਰਹੀ ਵੱਜਣ ਦੇ ਨਾਲ, ਕਿਉਂਕਿ ਤੁਰਹੀ ਦੀ ਆਵਾਜ਼ ਸੁਣਾਈ ਦੇਵੇਗੀ ਅਤੇ ਮੁਰਦਿਆਂ ਨੂੰ ਜਲਾਇਆ ਜਾਵੇਗਾ ਅਤੇ ਸਾਨੂੰ ਬਦਲ ਦਿੱਤਾ ਜਾਵੇਗਾ। ਦੂਜਾ ਥੈਸਲੋਨੀਓ 2:8 ਸਾਨੂੰ ਦੱਸਦਾ ਹੈ ਕਿ ਬਦਮਾਸ਼ਾਂ ਨਾਲ ਕੀ ਹੁੰਦਾ ਹੈ ਜਦੋਂ ਯੀਸ਼ੂ ਵਾਪਸ ਆਉਂਦਾ ਹੈ। ਅਤੇ ਫਿਰ ਬੇਕਾਨੂੰਨੀ ਵਿਅਕਤੀ ਦਾ ਖੁਲਾਸਾ ਹੋਵੇਗਾ, ਜਿਸ ਨੂੰ ਪ੍ਰਭੂ ਆਪਣੇ ਮੂੰਹ ਦੇ ਸਾਹ ਦੇ ਨਾਲ ਭਸਮ ਕਰ ਦੇਵੇਗਾ ਤੇ ਉਸ ਦੇ ਆਗਮਨ ਦੇ ਚਾਹੁਣ ਦੇ ਨਾਲ ਉਸਦੀ ਤਬਾਹੀ ਹੋ ਜਾਵੇਗੀ। ਪ੍ਰਕਾਸ਼ਨ 20 ਦੀ 5 ਪਰ ਬਾਕੀ ਦੇ ਮੁਰਦੇ ਮੁੜ ਨਹੀਂ ਸਨ ਜਿਉਂਦੇ ਜਦੋਂ ਤੱਕ 1000 ਸਾਲ ਪੂਰੇ ਨਹੀਂ ਹੋ ਜਾਂਦੇ। ਹਰ ਉਮਰ ਦੇ ਦੁਸ਼ਟ ਧਰਤੀ ਤੇ ਮਰਦੇ ਰਹਿੰਦੇ ਹਨ 1000 ਸਾਲ ਪੂਰੇ ਹੋਣ ਤੱਕ। ਆਓ ਅਸੀਂ ਇਸ ਗੱਲ ਦੀ ਸਮੀਖਿਆ ਕਰੀਏ ਕਿ ਬਾਈਬਲ ਘਟਨਾਵਾਂ ਨੂੰ ਕਿਵੇਂ ਦੱਸਦੀ ਹੈ, ਜੋ 1000 ਸਾਲਾਂ ਤੋਂ ਸ਼ੁਰੂ ਹੁੰਦਾ ਹੈ। ਪਹਿਲਾ, ਯੀਸ਼ੂ ਦਾ ਦੂਜਾ ਆਗਮਨ, ਜਿੱਥੇ ਧਰਮੀ ਮੁਰਦਿਆਂ ਨੂੰ ਫਿਰ ਜਿੱਤਾ ਕੀਤਾ ਜਾਂਦਾ ਹੈ ਅਤੇ ਧਰਮੀ ਜੀਵਨ ਨੂੰ ਅਮਰ ਕਰ ਦਿੱਤਾ ਜਾਂਦਾ ਹੈ। ਸਾਰੇ ਧਰਮੀ ਬੱਦਲਾਂ ਦੇ ਵਿੱਚ ਜਾਂਦੇ ਹਨ ਅਤੇ ਯੀਸ਼ੂ ਨੂੰ ਹਵਾ ਦੇ ਵਿੱਚ ਮਿਲਣ ਦੇ ਲਈ ਅਤੇ ਅੰਤ ਵਿੱਚ ਉਹ ਸਵਰਗ ਵੱਲ ਜਾਂਦੇ ਹਨ। ਪ੍ਰਭੂ ਦੇ ਆਗਮਨ ਦੇ ਨਾਲ ਦੁਸ਼ਟਾਂ ਨੂੰ ਮਾਰ ਦਿੱਤਾ ਜਾਂਦਾ ਹੈ ਅਤੇ ਜੋ ਮਰੇ ਹੋਏ ਦੁਸ਼ਟ ਹਨ ਉਹ ਮਰੇ ਹੀ ਰਹਿੰਦੇ ਹਨ। ਸ਼ੈਤਾਨ ਫਿਰ ਇਸ ਉਜੜੀ ਪੁਜੜੀ ਧਰਤੀ ਨੂੰ ਭਟਕਾਉਣ ਦੇ ਲਈ ਤੁਰਦਾ ਰਹਿੰਦਾ ਹੈ। ਇੱਥੇ ਯਿਰਮੀਆ ਨਬੀ ਦਾ ਵਰਣਨ ਹੈ ਜੋ ਕੁਝ ਉਸਨੇ ਦੇਖਿਆ ਦ੍ਰਿਸ਼ਟੀ ਵਿੱਚ ਧਰਤੀ ਦੇ ਯੀਸ਼ੂ ਦੇ ਆਉਣ ਤੋਂ ਠੀਕ ਬਾਅਦ। ਯਿਰਮੀਆ 25 ਦੀ 33 ਅਤੇ ਉਸ ਦਿਨ ਪ੍ਰਭੂ ਦੁਆਰਾ ਕਤਲੇਆਮ ਧਰਤੀ ਦੇ ਇੱਕ ਸਿਰੇ ਤੋਂ ਹੋਣਗੇ ਧਰਤੀ ਦੇ ਦੂਜੇ ਸਿਰੇ ਤੱਕ। ਉਹਨਾਂ ਨੂੰ ਦੁੱਖ ਨਹੀਂ ਹੋਵੇਗਾ, ਨਾ ਹੀ ਉਹ ਇਕੱਠੇ ਹੋਣਗੇ ਜਾਂ ਨਾ ਹੀ ਉਹ ਦਫਨਾਏ ਜਾਣਗੇ। ਉਹ ਜ਼ਮੀਨ ਤੇ ਬੇਕਾਰ ਕਰ ਦਿੱਤੇ ਜਾਣਗੇ। ਇੱਥੇ ਯਿਰਮੀਆ ਧਰਤੀ ਨੂੰ ਢੱਕਦਾ ਹੋਇਆ ਦੇਖਦਾ ਹੈ, ਕਿਸੇ ਨੂੰ ਵੀ ਦਫਨਾਇਆ ਜਾ ਰਿਹਾ ਤੇ ਕਿਸੇ ਨੂੰ ਵੀ ਰੋਣਾ ਨਹੀਂ ਆ ਰਿਹਾ। ਕਾਰਨ ਸਰਲ ਹੈ, ਕੋਈ ਵੀ ਜ਼ਿੰਦਾ ਨਹੀਂ ਸੀ ਬਚਿਆ ਜਿਸ ਦਾ ਅੰਤਿਮ ਸੰਸਕਾਰ ਕੀਤਾ ਜਾਵੇ, ਕਿਉਂਕਿ ਹਜ਼ਾਰਾਂ ਸਾਲਾਂ ਦੌਰਾਨ ਧਰਤੀ ਸਾਰੇ ਸਵਰਗ ਵਿੱਚ ਹੀ ਹਨ ਅਤੇ ਬਦਮਾਸ਼ ਸਾਰੇ ਮਰ ਚੁੱਕੇ ਹਨ। ਕੁਝ ਨੇ ਸਿੱਖਿਆ ਹੈ ਕਿ ਦੂਜਾ ਮੌਕਾ ਹੋਵੇਗਾ ਹਜ਼ਾਰਾਂ ਸਾਲਾਂ ਦੇ ਦੌਰਾਨ, ਪਰ ਇਹ ਲਿਖਤ ਸਪਸ਼ਟ ਰੂਪ ਵਿੱਚ ਬਿਆਨ ਕਰਦੀ ਹੈ ਕਿ ਕੋਈ ਦੂਜਾ ਮੌਕਾ ਨਹੀਂ ਹੈ। ਹਜ਼ਾਰਾਂ ਸਾਲਾਂ ਦੌਰਾਨ ਸਾਰੇ ਗੁਆਚੇ ਹੋਏ ਲੋਕ ਮਰ ਗਏ ਹਨ। ਲਾਸ਼ਾਂ ਧਰਤੀ ਦੇ ਚਿਹਰੇ ਨੂੰ ਢੱਕ ਦਿੰਦੀਆਂ ਹਨ, ਜਿਸ ਦੇ ਨਾਲ ਕੋਈ ਵੀ ਉਹਨਾਂ ਉੱਤੇ ਦੁੱਖ ਪ੍ਰਗਟ ਕਰਨ ਲਈ ਨਹੀਂ ਸੀ ਬਚਿਆ। ਯਿਰਮੀਆ ਉਹਦੀ 4 ਦੀ 23 ਤੋਂ 25 ਸਾਨੂੰ ਹੋਰ ਵੀ ਵਿਸਥਾਰ ਦਿੰਦੀ ਹੈ ਸਦੀਆਂ ਦੇ ਸਮੇਂ ਧਰਤੀ ਦੀ ਹਾਲਾਤਾਂ ਬਾਰੇ। ਸ਼ਲੋਕ 23 ਦੇ ਵਿੱਚ ਮੈਂ ਧਰਤੀ ਨੂੰ 19 ਤੋਂ 23 ਦੇ ਵਿੱਚ ਲਿਖਿਆ ਹੈ ਕਿ ਸੱਚਮੁੱਚ ਇਹ ਬਿਨਾਂ ਰੂਪ ਅਤੇ ਖਲਾਸ ਸੀ ਅਤੇ ਆਕਾਸ਼ ਉਹਨਾਂ ਕੋਲ ਕੋਈ ਚਾਨਣ ਨਹੀਂ ਸੀ। ਅਤੇ 25 ਆਇਤ ਵਿੱਚ ਲਿਖਿਆ ਹੈ ਕਿ ਕੋਈ ਵੀ ਮਨੁੱਖ ਉੱਥੇ ਨਹੀਂ ਸੀ ਅਤੇ ਸਾਰੇ ਆਕਾਸ਼ ਦੇ ਪੰਛੀ ਨੱਸ ਗਏ ਸਨ। ਤੇ ਆਓ ਹੁਣ ਅਸੀਂ ਯਸ਼ਾਇਆ ਉਹਦੇ 24 ਦੀ 3 ਅਤੇ 19 ਵਿੱਚ ਦੇਖੀਏ। ਜ਼ਮੀਨ ਪੂਰੀ ਤਰ੍ਹਾਂ ਨਾਲ ਖਾਲੀ ਹੋ ਜਾਵੇਗੀ ਅਤੇ ਪੂਰੀ ਤਰ੍ਹਾਂ ਨਾਲ ਲੁੱਟੀ ਜਾਵੇਗੀ, ਕਿਉਂਕਿ ਪ੍ਰਭੂ ਨੇ ਆਪਣੇ ਵਚਨ ਵਿੱਚ ਬੋਲਿਆ ਹੈ। 19 ਧਰਤੀ ਹਿੰਸਕ ਰੂਪ ਵਿੱਚ ਟੁੱਟ ਗਈ ਹੈ ਅਤੇ ਧਰਤੀ ਖੁੱਲੀ ਹੈ ਤੇ ਧਰਤੀ ਬਹੁਤ ਹਿੱਲ ਗਈ ਹੈ। ਇਹ ਵਚਨ ਇੱਕ ਸਪਸ਼ਟ ਤਸਵੀਰ ਪੇਸ਼ ਕਰਦੇ ਹਨ ਇਸ ਧਰਤੀ ਦੇ ਉਜਾੜ ਦੇ ਬਾਰੇ। ਬਾਈਬਲ ਇੱਥੇ ਇੱਕ ਥੱਲੇ ਤੋਂ ਰਹਿਤ ਟੋਏ ਦਾ ਵੀ ਵਰਣਨ ਕਰਦੀ ਹੈ ਕਿ ਸ਼ੈਤਾਨ 1000 ਸਾਲਾਂ ਤੱਕ ਜਿਸ 'ਚ ਵੱਜਿਆ ਹੋਇਆ ਹੈ। ਪ੍ਰਕਾਸ਼ਨ ਉਸਦੇ 20 ਦੀ 1 ਤੋਂ 3 ਦੇ ਵਿੱਚ ਫਿਰ ਮੈਂ ਇੱਕ ਫਰਿਸ਼ਤਾ ਸਵਰਗ ਤੋਂ ਹੇਠਾਂ ਉਤਰਦੇ ਦੇਖਿਆ, ਹੇਠਾਂ ਵਾਲੇ ਟੋਏ ਦੀ ਕੁੰਜੀ ਹੋਣਾ ਅਤੇ ਉਸਦੇ ਹੱਥ ਵਿੱਚ ਇੱਕ ਵੱਡੀ ਚੇਨ ਸੀ। ਉਸਨੇ ਡਰੈਗਨ ਨੂੰ ਫੜ ਲਿਆ। ਹੁਣ ਇਹ ਡਰੈਗਨ ਕੌਣ ਹੈ? ਪੁਰਾਣੇ ਜ਼ਮਾਨੇ ਦਾ ਸੱਪ ਅਤੇ ਡੈਵਿਲ ਅਤੇ ਸ਼ੈਤਾਨ, ਜੋ ਕਿ ਹਜ਼ਾਰਾਂ ਸਾਲਾਂ ਦੇ ਲਈ ਬੰਨਿਆ ਗਿਆ ਹੈ ਅਤੇ ਉਸ ਨੂੰ ਹੁਣ ਥੱਲੇ ਵਾਲੇ ਟੋਏ ਵਿੱਚ ਪਾ ਦਿੱਤਾ ਗਿਆ ਤੇ ਉਸ ਨੂੰ ਬੰਦ ਕਰ ਦਿੱਤਾ ਗਿਆ ਤੇ ਉਸ ਦੇ ਉੱਤੇ ਮੋਹਰ ਲਾ ਦਿੱਤੀ ਗਈ। ਇਹਨਾਂ ਵਚਨਾਂ ਦੀ ਤੁਲਨਾ ਕਰਨ ਦੇ ਨਾਲ ਅਸੀਂ ਦੇਖ ਸਕਦੇ ਹਾਂ ਕਿ ਹੇਠਲਾ ਟੋਇਆ ਸਾਰੀ ਅਰਾਜਕਤਾ ਤੋਂ ਧਰਤੀ ਫਟ ਗਈ ਹੈ। ਇਸ ਨੂੰ ਦਰਸਾਉਂਦਾ ਹੈ ਜਿੱਥੇ ਕਿ ਪੂਰੀ ਤਰ੍ਹਾਂ ਨਾਲ ਅੰਧੇਰਾ ਹੈ ਔਰ ਉੱਥੇ ਕੋਈ ਵੀ ਜ਼ਿੰਦਾ ਲੋਕ ਨਹੀਂ ਬਚੇ ਹਨ। ਡਰੈਗਨ ਜੋ ਕਿ ਸ਼ੈਤਾਨ ਹੈ ਉਸ ਨੂੰ ਹੁਣ ਬੰਦ ਦਿੱਤਾ ਗਿਆ ਹੈ। ਹੁਣ ਅਸੀਂ ਪ੍ਰਕਾਸ਼ਨ ਉਸਦੀ 20 ਦੇ 3 ਦੇ ਵਿੱਚ ਦੇਖਦੇ ਹਾਂ ਤੇ ਇਹ ਕੌਮਾਂ ਨੂੰ ਧੋਖਾ, ਤਾਂ ਕਿ ਇਹ ਕੌਮਾਂ ਨੂੰ ਧੋਖਾ ਨਾ ਦੇਵੇ ਜਦੋਂ ਤੱਕ 1000 ਸਾਲ ਪੂਰੇ ਨਹੀਂ ਹੋ ਜਾਂਦੇ। ਪਰ ਇਹਨਾਂ ਗੱਲਾਂ ਤੋਂ ਬਾਅਦ ਉਸ ਨੂੰ ਕੁਝ ਸਮੇਂ ਲਈ ਰਿਹਾ ਕਰ ਦਿੱਤਾ ਜਾਵੇਗਾ। ਇਹ ਉਹ ਸਮਾਂ ਹੈ ਜਦੋਂ ਸ਼ੈਤਾਨ ਆਪਣੇ ਬੁਰੇ ਕੰਮਾਂ ਨੂੰ ਯਾਦ ਕਰੇਗਾ ਅਤੇ ਉਹ ਸਾਰੇ ਨਤੀਜਿਆਂ ਨੂੰ ਦੇਖੇਗਾ। ਉਸ ਨੂੰ ਇੱਕ ਟੋਏ ਵਿੱਚ ਸੰਗਲ ਵਿੱਚ ਬੰਨ੍ਹਦੇ ਹੋਏ ਵੀ ਉਹ ਆਪਣੇ ਬੁਰੇ ਕੰਮਾਂ ਨੂੰ ਨਹੀਂ ਰੋਕ ਸਕੇਗਾ। ਉਹ ਸਾਰੇ ਲੋਕ ਉਸ ਤੋਂ ਧੋਖਾ ਖਾਣਗੇ। ਉਹ ਹੁਣ ਕਿਸੇ ਨੂੰ ਲਾਲਚ ਨਹੀਂ ਦੇਖ ਸਕਦਾ ਤੇ ਨਾ ਹੀ ਕਿਸੇ ਨੂੰ ਧੋਖਾ ਹੁਣ ਹੋਰ ਜ਼ਿਆਦਾ ਦੇ ਸਕਦਾ ਹੈ।
ਕਿਉਂਕਿ ਧਰਤੀ ਦੇ ਉੱਤੇ ਸਾਰੇ ਦੁਸ਼ਟ ਜੋ ਕੀ ਹੈ ਉਹ ਮਰ ਗਏ ਹਨ ਅਤੇ ਸਾਰੇ ਧਰਮੀ ਹੁਣ ਸਵਰਗ ਦੇ ਵਿੱਚ ਹਨ। ਸ਼ੈਤਾਨ ਹੁਣ ਇਕੱਲਾ ਹੈ। ਉਹ ਲੜੀ ਜੋ ਉਸ ਨੂੰ ਧਰਤੀ ਨਾਲ ਬੰਨ੍ਹਦੀ ਹੈ ਉਹ ਹੁਣ ਲੜੀ ਹੈ ਹੀ ਨਹੀਂ। ਉਹ ਲੜੀ ਕੋਈ ਧਾਤ ਦੀ ਲੜੀ ਨਹੀਂ ਹੈ, ਪਰ ਜਿਹੜੀ ਉਹ ਲੜੀ ਜਿਹੜੀ ਉਸਨੂੰ ਧਰਤੀ ਨਾਲ ਬੰਨ੍ਹਦੀ ਹੈ ਉਹ ਅਵਸਥਾਵਾਂ ਦੀ ਲੜੀ ਹੈ। ਆਓ ਹੁਣ ਵੇਖੀਏ ਕਿ ਧਰਮੀ ਕੀ ਕੰਮ ਕਰੇਗਾ ਇਹਨਾਂ ਸਦੀਆਂ ਦੇ ਦੌਰਾਨ ਸਵਰਗ ਦੇ ਵਿੱਚ ਫੈਸਲਾ ਦੇ ਵਿੱਚ ਭਾਗ ਹੋਣ ਦੇ ਨਾਲ ਨਾਲ। ਪ੍ਰਕਾਸ਼ਨ ਉਸਦੀ 20:4 ਦੇ ਵਿੱਚ, ਅਤੇ ਮੈਂ ਸਿੰਘਾਸਨ ਦੇਖਿਆ ਸੀ ਤੇ ਉਸ ਦੇ ਉੱਤੇ ਉਹਨਾਂ ਨੂੰ ਬੈਠੇ ਹੋਏ ਅਤੇ ਉਹਨਾਂ ਦੇ ਨਾਲ ਨਿਰਣੇ ਲੈਣ ਦਾ ਸੰਕਲਪ ਸੀ। ਫਿਰ ਮੈਂ ਉਹਨਾਂ ਲੋਕਾਂ ਦੀਆਂ ਆਤਮਾਵਾਂ ਨੂੰ ਵੇਖਿਆ ਜਿਨ੍ਹਾਂ ਦਾ ਸਿਰ ਵੱਢ ਦਿੱਤਾ ਗਿਆ ਸੀ ਯੀਸ਼ੂ ਦੇ ਗਵਾਹ ਅਤੇ ਪਰਮੇਸ਼ਵਰ ਦੇ ਵਚਨ ਦੇ ਕਾਰਨ, ਜਿਨ੍ਹਾਂ ਨੇ ਜਾਨਵਰ ਜਾਂ ਉਸ ਦੇ ਅਕਸ ਦੀ ਪੂਜਾ ਨਹੀਂ ਕੀਤੀ ਸੀ ਅਤੇ ਨਾ ਹੀ ਉਸ ਦਾ ਕੋਈ ਨਿਸ਼ਾਨ ਤੇ ਮੋਹਰ ਨੂੰ ਆਪਣੇ ਮੱਥੇ ਜਾਂ ਹੱਥਾਂ ਉੱਤੇ ਲਾਇਆ ਸੀ। ਨਿਸ਼ਾਨ ਵਾਲਾ ਵਿਸ਼ੇ ਕੱਲ ਰਾਤ ਦਾ ਵਿਸ਼ੇ ਹੈ, ਇਸ ਨੂੰ ਸੁਣਨ ਦਾ ਮੌਕਾ ਨਾ ਖੁੰਝਿਓ। ਅਤੇ ਉਹ ਮਸੀਹ ਨਾਲ 1000 ਸਾਲ ਰਾਜ ਕਰਦੇ ਰਹੇ ਤੇ ਕਰਦੇ ਰਹਿ ਰਹੇ ਹਨ। ਇਹ ਨਿਰਣਾ ਜਿਸ ਵਿੱਚ ਸੰਤ ਭਾਗ ਲੈਂਦੇ ਹਨ ਸਦੀਆਂ ਦੇ ਸਮੇਂ ਸਵਰਗ ਵਿੱਚ ਹੁੰਦਾ ਹੈ। ਆਓ ਕੁਝ ਨੁਕਤਿਆਂ ਤੇ ਨਜ਼ਰ ਮਾਰੀਏ ਇਸ ਬਾਰੇ ਕਿ ਅਸਲ ਵਿੱਚ ਫੈਸਲਾ ਕੀ ਹੈ ਅਤੇ ਕੀ ਨਹੀਂ। ਇਹ ਨਿਆਂ ਬਚਾਏ ਹੋਏ ਧਰਮੀਆਂ ਦੇ ਲਈ ਨਹੀਂ ਹੈ। ਧਰਮੀਆਂ ਦਾ ਨਿਆਂ ਯਿਸੂ ਮਸੀਹ ਦੇ ਦੂਜੇ ਆਗਮਨ ਤੋਂ ਪਹਿਲਾਂ ਹੀ ਹੋ ਚੁੱਕਾ ਹੈ। ਜਿਵੇਂ ਅਸੀਂ ਦੇਖਦੇ ਹਾਂ ਪ੍ਰਕਾਸ਼ਨ ਦੀ ਪੋਥੀ 22 ਉਹਦੇ 12 ਅਧਿਆਏ ਦੇ ਵਿੱਚ ਯਿਸੂ ਕਹਿੰਦੇ ਹਨ, ਅਤੇ ਦੇਖੋ ਮੈਂ ਛੇਤੀ ਆ ਰਿਹਾ ਹਾਂ ਅਤੇ ਮੇਰਾ ਇਨਾਮ ਮੇਰੇ ਨਾਲ ਹੈ, ਹਰ ਕਿਸੇ ਨੂੰ ਉਸਦੇ ਕੰਮ ਦੇ ਅਨੁਸਾਰ ਦੇਣਾ ਹੈ। ਤੁਸੀਂ ਦੇਖਦੇ ਹੋ ਕਿ ਯਿਸੂ ਸਦੀਵੀ ਜੀਵਨ ਦਾ ਇਨਾਮ ਲੈ ਕੇ ਆਉਂਦਾ ਹੈ। ਉਹ ਉਹਨਾਂ ਲੋਕਾਂ ਨੂੰ ਜਿਨ੍ਹਾਂ ਦਾ ਪਹਿਲਾਂ ਹੀ ਨਿਰਣਾ ਕੀਤਾ ਜਾ ਚੁੱਕਾ ਹੈ ਉਹਨਾਂ ਦੇ ਲਈ, ਅਤੇ ਮਸੀਹ ਦੇ ਵਫਾਦਾਰ ਪੈਰੋਕਾਰਾਂ ਵਜੋਂ ਦ੍ਰਿੜ ਸੰਕਲਪ ਕਰਨ ਵਾਲਿਆਂ ਦੇ ਲਈ। ਦੂਜਾ ਇਹ ਨਿਰਣਾ ਕੇਵਲ ਦੁਸ਼ਟਾਂ ਨਾਲ ਸੰਬੰਧਿਤ ਹੈ ਜੋ ਸਦੀਆਂ ਤੋਂ ਮਰ ਚੁੱਕੇ ਹਨ। ਪ੍ਰਕਾਸ਼ਨ 20:12 ਕਹਿੰਦਾ ਹੈ, ਮੈਂ ਮੁਰਦਿਆਂ ਨੂੰ ਦੇਖਿਆ, ਛੋਟੇ ਅਤੇ ਵੱਡਿਆਂ ਨੂੰ ਪਰਮੇਸ਼ਵਰ ਦੇ ਅੱਗੇ ਹੋਏ ਖੜਾ ਹੋਇਆ, ਅਤੇ ਕਿਤਾਬਾਂ ਖੋਲੀਆਂ ਗਈਆਂ ਤੇ ਇੱਕ ਹੋਰ ਕਿਤਾਬ ਖੋਲੀ ਗਈ ਜਿਸ ਦਾ ਨਾਂ ਹੈ ਜੀਵਨ ਦੀ ਕਿਤਾਬ, ਅਤੇ ਮੁਰਦਿਆਂ ਦਾ ਉਹਨਾਂ ਦੇ ਕੰਮਾਂ ਦੇ ਅਨੁਸਾਰ ਨਿਰਣਾ ਕੀਤਾ ਗਿਆ। ਕਿਤਾਬਾਂ ਵਿੱਚ ਲਿਖੀਆਂ ਗਈਆਂ ਚੀਜ਼ਾਂ ਦੁਆਰਾ ਜੋ ਸਵਰਗ ਵਿੱਚ ਹਨ ਉਹ ਸਾਰੇ ਵੇਰਵੇ ਦੇਖਣਗੇ ਜਿਨ੍ਹਾਂ ਨੂੰ ਗੁੰਮ ਕੀਤਾ ਗਿਆ ਸੀ ਅਤੇ ਕਿਉਂ। ਤੀਜਾ ਇਹ ਫੈਸਲਾ ਸਜ਼ਾ ਦੀ ਡਿਗਰੀ ਦਾ ਫੈਸਲਾ ਹੈ ਸ਼ੈਤਾਨ ਅਤੇ ਉਸਦੇ ਫਰਿਸ਼ਤੇ ਸਮੇਤ ਸਾਰੇ ਗੁਆਚੇ ਹੋਏ ਲੋਕਾਂ ਦੇ ਲਈ, ਅਤੇ ਇਹ ਸਪਸ਼ਟ ਕਰਦਾ ਹੈ ਕਿ ਕੁਝ ਲੋਕ ਜੋ ਸਾਨੂੰ ਪਿਆਰ ਕਰਦੇ ਹਨ ਉਹ ਸਵਰਗ ਵਿੱਚ ਕਿਉਂ ਨਹੀਂ ਹਨ। ਅੰਤ ਵਿੱਚ ਇਸ ਨਿਰਣੇ ਦਾ ਮਕਸਦ ਪਾਪ ਦੀ ਵਿਨਾਸ਼ਕਾਰੀ ਸਮੱਸਿਆ ਨੂੰ ਹਮੇਸ਼ਾ ਦੇ ਲਈ ਹੱਲ ਕਰ ਦੇਣਾ ਹੈ। ਮਨੁੱਖ ਅਤੇ ਫਰਿਸ਼ਤੇ ਦੋਵੇਂ ਹੀ ਸਮਝਦੇ ਹਨ ਅਤੇ ਖੁੱਲ੍ਹੇਆਮ ਇਕਬਾਲ ਕਰਦੇ ਹਨ ਕਿ ਪਰਮੇਸ਼ਵਰ ਸਾਰਾ ਸਮਾਂ ਪਿਆਰ, ਨਿਰਪੱਖ ਅਤੇ ਇਮਾਨਦਾਰ ਰਿਹਾ ਹੈ। ਅੰਤ ਵਿੱਚ ਉਸਦੇ ਚਰਿੱਤਰ ਦੀ ਪੁਸ਼ਟੀ ਹੋਵੇਗੀ। ਇਸਦੇ ਕਈ ਪੜਾਵਾਂ ਵਿੱਚ ਨਿਰਣਾ ਮਨੁੱਖ ਦੇ ਫਰਿਸ਼ਤਿਆਂ ਦੋਨਾਂ ਨੂੰ ਇਸ ਨੂੰ ਸਪਸ਼ਟ ਕਰਦਾ ਹੈ। ਸਾਡੇ ਸਾਰੇ ਸਵਾਲਾਂ ਦਾ ਪੂਰੀ ਤਰ੍ਹਾਂ ਜਵਾਬ ਦਿੱਤਾ ਜਾਂਦਾ ਹੈ। ਪਰਮੇਸ਼ਵਰ ਸਭ ਕੁਝ ਨੂੰ ਪਹਿਲਾਂ ਤੋਂ ਹੀ ਪੂਰੀ ਤਰ੍ਹਾਂ ਸਮਝ ਚੁੱਕਾ ਹੈ। ਇਹ ਨਿਰਣਾ ਉਸਦੇ ਫਾਇਦੇ ਲਈ ਨਹੀਂ ਸਗੋਂ ਸਾਡੇ ਫਾਇਦੇ ਲਈ ਹੈ। ਉਹ ਬਹੁਤ ਦਿਆਲੂ ਪਰਮੇਸ਼ਵਰ ਹੈ। ਆਓ ਅਸੀਂ ਸਮੀਖਿਆ ਕਰੀਏ 1000 ਸਾਲਾਂ ਦੌਰਾਨ ਹਾਲਾਤਾਂ ਅਤੇ ਘਟਨਾਵਾਂ ਦਾ। ਸੰਤ ਸਵਰਗ ਵਿੱਚ ਦੁਸ਼ਟਾਂ ਦੇ ਨਿਰਣੇ ਵਿੱਚ ਭਾਗ ਲੈਂਦੇ ਹਨ ਜਦੋਂ ਕਿ ਧਰਤੀ ਦਬਾਈ ਅਤੇ ਪੂਰੀ ਤਰ੍ਹਾਂ ਹਨੇਰੇ ਵਿੱਚ ਹੈ ਅਤੇ ਧਰਤੀ ਤੇ ਕੋਈ ਵੀ ਲੋਕ ਜ਼ਿੰਦਾ ਨਹੀਂ ਹਨ, ਜਦਕਿ ਸ਼ੈਤਾਨ ਅਤੇ ਉਸਦੇ ਦੂਤ ਧਰਤੀ ਤੇ ਰਹਿਣ ਲਈ ਮਜਬੂਰ ਹਨ ਕਿਉਂਕਿ ਇਹ ਬਚਿਆ ਹੋਇਆ ਹੈ। 1000 ਸਾਲਾਂ ਦੇ ਖਤਮ ਹੋਣ ਦੇ ਸੰਬੰਧ ਦੇ ਵਿੱਚ ਯਹੂਨਾ ਨੇ ਪ੍ਰਕਾਸ਼ਨ ਉਸਦੀ 21:22 ਵਿੱਚ ਲਿਖਿਆ ਹੈ, ਫਿਰ ਮੈਂ ਯਹੂਨਾ ਪਵਿੱਤਰ ਸ਼ਹਿਰ ਨਵੇਂ ਯਰੂਸ਼ਲਮ ਨੂੰ ਵੇਖਦਾ ਹਾਂ, ਪਰਮੇਸ਼ਵਰ ਤੋਂ ਸਵਰਗ ਤੋਂ ਹੇਠਾਂ ਉਤਰਦੇ ਹੋਏ ਆਪਣੇ ਪਤੀ ਲਈ ਸਜਾਈ ਗਈ ਦੁਲਹਨ ਦੇ ਤੌਰ ਤੇ ਇਸ ਪਵਿੱਤਰ ਸ਼ਹਿਰ ਨੂੰ ਤਿਆਰ ਕੀਤਾ ਜਾਂਦਾ ਹੈ। ਹੁਣ ਜੇ ਤੁਸੀਂ ਪਿਛਲੀ ਰਾਤ ਦੀ ਪੇਸ਼ਕਾਰੀ ਦਾ ਰੈਸਕਿਊ ਤੋਂ ਖੁੰਝ ਗਏ ਹੋ, ਇਸ ਦੀ ਅਸੀਂ ਇੱਕ ਝਲਕ ਖੁਲਾਸਾ 21 ਅਧਿਆਏ ਉਸਦਾ ਅਧਿਐਨ ਕਰਕੇ ਦੇਖ ਸਕਦੇ ਹਾਂ ਜਿਸ ਵਿੱਚ ਇਸ ਦਾ ਸ਼ਾਨਦਾਰ ਵਰਣਨ ਕੀਤਾ ਗਿਆ ਹੈ। ਕੀ ਤੁਸੀਂ ਜਾਣਦੇ ਹੋ ਕਿ ਬਾਈਬਲ ਸਾਨੂੰ ਵੀ ਦੱਸਦੀ ਹੈ ਜਿੱਥੇ ਪਵਿੱਤਰ ਸ਼ਹਿਰ ਹੋਵੇਗਾ ਇਸ ਧਰਤੀ ਤੇ ਕਿੱਥੇ ਉਹ ਸਥਿਤ ਹੋਵੇਗਾ ਸਦੀਆਂ ਤੋਂ ਬਾਅਦ। ਜ਼ਕਰਿਆ 14:4 ਦੇ ਵਿੱਚ, ਅਤੇ ਉਸ ਦਿਨ ਉਸਦਾ ਮਤਲਬ ਯਿਸੂ ਪੈਰ ਜੈਤੂਨ ਦੇ ਪਰਬਤ ਤੇ ਖੜਾ ਹੋਵੇਗਾ ਜੋ ਪੂਰਬ ਵੱਲੋਂ ਯਰੂਸ਼ਲਮ ਦਾ ਸਾਹਮਣਾ ਕਰ ਰਿਹਾ ਹੈ, ਅਤੇ ਜੈਤੂਨ ਦੀ ਪਰਬਤ 2 ਹਿੱਸਿਆਂ ਵਿੱਚ ਵੰਡੀ ਜਾਵੇਗੀ, ਪੂਰਬ ਤੋਂ ਪੱਛਮ ਵੱਲ ਇੱਕ ਬਹੁਤ ਵੱਡੀ ਘਾਟੀ ਬਣਾਉਂਦੇ ਹੋਏ। ਪਹਾੜ ਦਾ ਅੱਧਾ ਹਿੱਸਾ ਉੱਤਰ ਵੱਲ ਜਾਵੇਗਾ ਅਤੇ ਇਸ ਦਾ ਇੱਕ ਅੱਧਾ ਹਿੱਸਾ ਦੱਖਣ ਵੱਲ ਜਾਵੇਗਾ। ਵਾਹ ਦੋਸਤੋ, ਮੇਰਾ ਵੀਡੀਓ ਕਰੂ ਅਤੇ ਮੈਂ ਹਾਲ ਵਿੱਚ ਹੀ ਫਿਲਮ ਕਰ ਰਹੇ ਸਾਂ ਜੈਤੂਨ ਦੇ ਪਰਬਤ ਦੇ ਉੱਤੇ, ਤੇ ਇਹ ਸੋਚ ਕੇ ਕਿ ਇੱਥੇ ਹੀ ਪਵਿੱਤਰ ਸ਼ਹਿਰ ਹੋਵੇਗਾ ਆਖੀਰਕਾਰ ਦੇ ਵਿੱਚ। ਜਿਵੇਂ ਹੀ ਪ੍ਰਭੂ ਜੈਤੂਨ ਦੇ ਪਰਬਤ ਤੇ ਖੜਾ ਹੋਵੇਗਾ ਉਦੋਂ ਹੀ ਇਹ ਪਰਬਤ ਇੱਕ ਮਹਾਨ ਔਰ ਬਹੁਤ ਉੱਚੇ ਮੈਦਾਨ ਵਿੱਚ ਬਦਲ ਜਾਵੇਗਾ ਪਵਿੱਤਰ ਸ਼ਹਿਰ ਦੇ ਲਈ ਇੱਕ ਆਧਾਰ ਵਜੋਂ।
ਧਿਆਨ ਦਿਓ, ਜਦੋਂ ਯੀਸ਼ੂ ਤੀਜੀ ਵਾਰ ਆਉਂਦਾ ਹੈ 1000 ਸਾਲਾਂ ਦੇ ਅੰਤ ਤੇ, ਇਹ ਉਸਦੇ ਸੰਤਾਂ ਦੇ ਨਾਲ ਹੈ। ਜ਼ਕਰਿਆ 14:5 ਇਸ ਤਰ੍ਹਾਂ ਪ੍ਰਭੂ ਮੇਰਾ ਰੱਬ ਆਵੇਗਾ ਤੇ ਸਾਰੇ ਸੰਤ ਤੇਰੇ ਨਾਲ ਹਨ। ਜਦੋਂ ਕਿ ਉਹ ਦੂਜੇ ਨੰਬਰ ਤੇ 1000 ਸਾਲ ਸ਼ੁਰੂ ਹੋ ਜਾਂਦੇ ਹਨ, ਯੀਸ਼ੂ ਆਪਣੇ ਸੰਤਾਂ ਲਈ ਆਉਂਦਾ ਹੈ। ਪ੍ਰਕਾਸ਼ਨ ਵਿੱਚ 20:7 ਹੁਣ ਜਦੋਂ 1000 ਸਾਲਾਂ ਦੀ ਮਿਆਦ ਪੁੱਗ ਚੁੱਕੀ ਹੈ, ਸ਼ੈਤਾਨ ਨੂੰ ਉਸਦੀ ਜੇਲ੍ਹ ਵਿੱਚੋਂ ਰਿਹਾ ਕਰ ਦਿੱਤਾ ਗਿਆ ਹੈ। ਯਾਦ ਰੱਖੋ ਕਿ ਦੁਸ਼ਟਾਂ ਦੀ ਮੁੜ ਸੁਰਜੀਤੀ ਇਹ 1000 ਸਾਲਾਂ ਦੇ ਅੰਤ ਤੇ ਹੁੰਦਾ ਹੈ। ਪ੍ਰਕਾਸ਼ਨ 20:5 ਪਰ ਬਾਕੀ ਦੇ ਮੁਰਦਿਆਂ ਜਦੋਂ ਤੱਕ ਕਿ 1000 ਸਾਲ ਪੂਰੇ ਨਹੀਂ ਹੋ ਜਾਂਦੇ, ਉਦੋਂ ਤੱਕ ਉਹ ਦੁਬਾਰਾ ਨਹੀਂ ਰਹੇ। ਸਾਰੇ ਬਦਮਾਸ਼ਾਂ ਦੀ ਇਹ ਅੰਤਿਮ ਪੂਰਨ ਸੁਰਜੀਤੀ ਜਦੋਂ ਸ਼ੈਤਾਨ ਨੂੰ ਰਿਹਾ ਕੀਤਾ ਜਾਂਦਾ ਹੈ, ਉਸ ਨੂੰ ਇੱਕ ਲੰਬੀ ਕੁਆਰੰਟੀਨ ਉਸਦੀ ਹਾਲਾਤਾਂ ਦੀ ਲੜੀ ਤੋਂ ਰਿਹਾ ਕੀਤਾ ਗਿਆ ਹੈ, ਤਾਂ ਕਿ ਉਹ ਫਿਰ ਲੋਕਾਂ ਨੂੰ ਧੋਖਾ ਦਿੰਦਾ ਹੈ, ਉਹਨਾਂ ਨੂੰ ਪਵਿੱਤਰ ਸ਼ਹਿਰ ਤੇ ਹਮਲਾ ਕਰਨ ਦੇ ਲਈ ਮਨਾਉਂਦਾ ਹੈ ਅਤੇ ਪਰਮੇਸ਼ਵਰ ਨੂੰ ਉਸਦੀ ਗੱਦੀ ਤੋਂ ਹਟਾਉਣ ਦੇ ਲਈ ਕਹਿੰਦਾ ਹੈ। ਇਸ ਦੌਰਾਨ ਸ਼ੈਤਾਨ ਸਾਨੂੰ ਦਿਖਾਉਂਦਾ ਹੈ ਕਿ ਉਸਦਾ ਦਿਲ ਬਿਲਕੁਲ ਵੀ ਬਦਲਿਆ ਨਹੀਂ ਹੈ। ਪ੍ਰਕਾਸ਼ਨ 20:8 ਕਹਿੰਦਾ ਹੈ ਕਿ ਉਹ ਬਾਹਰ ਜਾਵੇਗਾ ਕੌਮਾਂ ਨੂੰ ਧੋਖਾ ਦੇਣ ਦੇ ਲਈ ਜੋ ਧਰਤੀ ਦੇ ਚਾਰੋਂ ਕੋਨਿਆਂ ਵਿੱਚ ਹਨ, ਗੋਗ ਅਤੇ ਮਾਗੋਗ। ਉਹਨਾਂ ਨੂੰ ਇਕੱਠੇ ਕਰਕੇ ਲੜਾਈ ਲਈ ਇਕੱਠਾ ਕਰਨਾ ਕਿਸੇ ਦੀ ਗਿਣਤੀ ਸਮੁੰਦਰ ਦੀ ਰੇਤ ਹੈ। ਸ਼ੈਤਾਨ ਅਤੇ ਉਸਦੇ ਪੈਰੋਕਾਰ ਪਵਿੱਤਰ ਸ਼ਹਿਰ ਨੂੰ ਕਬਜ਼ੇ ਲੈਣ ਦੇ ਲਈ ਕੋਸ਼ਿਸ਼ ਕਰਦੇ ਹਨ। ਉਹ ਧਰਤੀ ਦੀ ਚੜ੍ਹਾਈ ਤੇ ਆਉਂਦੇ ਹਨ ਅਤੇ ਸੰਤਾਂ ਅਤੇ ਪਿਆਰੇ ਸ਼ਹਿਰ ਨੂੰ ਢੇਰੇ ਨਾਲ ਘੇਰ ਲੈਂਦੇ ਹਨ ਅਤੇ ਅੱਗ ਸਵਰਗ ਤੋਂ ਪਰਮੇਸ਼ਵਰ ਤੋਂ ਹੇਠਾਂ ਆਉਂਦੀ ਹੈ ਤੇ ਉਹ ਉਸ ਨੂੰ ਖਾ ਲੈਂਦੇ ਹਨ। ਜੇ ਮੈਂ ਅੱਗ ਤੋਂ ਬਚਣਾ ਹੈ ਤਾਂ ਮੇਰਾ ਨਾਂ ਕਿੱਥੇ ਲਿਖਿਆ ਹੋਣਾ ਚਾਹੀਦਾ ਹੈ? ਪ੍ਰਕਾਸ਼ਨ 20:15 ਸਾਨੂੰ ਦੱਸਦਾ ਹੈ ਅਤੇ ਕੋਈ ਵੀ ਵਿਅਕਤੀ ਜੀਵਨ ਦੀ ਕਿਤਾਬ ਦੇ ਵਿੱਚ ਜੇ ਨਹੀਂ ਮਿਲਦਾ ਹੈ, ਉਹਨੂੰ ਅੱਗ ਦੀ ਝੀਲ ਦੇ ਵਿੱਚ ਸੁੱਟ ਦਿੱਤਾ ਜਾਂਦਾ ਹੈ। ਦੋਸਤੋ, ਅਸੀਂ ਇਸ ਕਿਤਾਬ ਜੋ ਕਿ ਜੀਵਨ ਦੀ ਕਿਤਾਬ ਦੇ ਵਿੱਚ ਹੈ, ਉਸ ਦਾ ਵਿੱਚ ਆਪਣਾ ਨਾਂ ਚਾਹੁੰਦੇ ਹਨ। ਜੀਵਨ ਦੀ ਕਿਤਾਬ ਵਿੱਚ ਹੋਣ ਦਾ ਕੀ ਮਕਸਦ ਹੈ ਤੇ ਇਹਦੇ ਵਿੱਚ ਕੀ ਹੋਣਾ ਚਾਹੀਦਾ ਹੈ? ਜੇ ਤਾਂ ਤੁਹਾਡੇ ਨਾਮ ਉੱਥੇ ਮਿਲ ਜਾਣ, ਸਾਡੇ ਕੋਲ ਯੀਸ਼ੂ ਨਾਲ ਨਿੱਜੀ ਰਿਸ਼ਤਾ ਹੋਣਾ ਚਾਹੀਦਾ ਹੈ ਉਸ ਕਿਤਾਬ ਦੇ ਵਿੱਚ ਆਪਣਾ ਨਾਂ ਪਾਉਣ ਦੇ ਲਈ, ਅਤੇ ਸਾਨੂੰ ਆਪਣੇ ਪਾਪਾਂ ਤੋਂ ਮਾਫੀ ਮਿਲਣੀ ਚਾਹੀਦੀ ਹੈ ਤੇ ਸਾਨੂੰ ਆਪਣੇ ਗੁਨਾਹਾਂ ਦੇ ਲਈ ਇਕਰਾਰ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਨਵੇਂ ਯਰੂਸ਼ਲਮ ਦੇ ਵਿੱਚ ਦਾਖਲ ਹੋ ਸਕੀਏ। ਹਜ਼ਾਰਾਂ ਸਾਲਾਂ ਦੇ ਅੰਤ ਤੇ ਬਾਈਬਲ ਦੀਆਂ ਘਟਨਾਵਾਂ ਇੱਥੇ ਦਿੱਤੀਆਂ ਜਾਂਦੀਆਂ ਹਨ। ਯੀਸ਼ੂ ਆਪਣੇ ਸੰਤਾਂ ਨਾਲ ਧਰਤੀ ਤੇ ਵਾਪਸ ਆ ਜਾਂਦਾ ਹੈ। ਪਵਿੱਤਰ ਸ਼ਹਿਰ ਜੈਤੂਨ ਦੇ ਪਰਬਤ ਦੇ ਉੱਤੇ ਉਹ ਉਤਰਦਾ ਹੈ। ਫਿਰ ਦੁਸ਼ਟਾਂ ਨੂੰ ਧਰਤੀ ਉੱਤੇ ਕਬਰਾਂ ਤੋਂ ਬਾਹਰ ਨਿਕਾਲਿਆ ਜਾਂਦਾ ਹੈ। ਸ਼ੈਤਾਨ ਆਪਣੀ ਪਰਿਸਥਿਤੀਆਂ ਦੀ ਲੜੀ ਤੋਂ ਆਜ਼ਾਦ ਹੈ ਅਤੇ ਦੁਸ਼ਟਾਂ ਨੂੰ ਪਵਿੱਤਰ ਸ਼ਹਿਰ ਦੇ ਯੁੱਧ ਕਰਨ ਲਈ ਉਹਨਾਂ ਨੂੰ ਮਨਾਉਂਦਾ ਹੈ ਤੇ ਤਾਂ ਜੋ ਉਹ ਪਵਿੱਤਰ ਸ਼ਹਿਰ ਦੇ ਉੱਤੇ ਹਮਲਾ ਕਰ ਸਕਣ। ਉਸ ਸਮੇਂ ਸਵਰਗ ਤੋਂ ਲੱਗੀ ਅੱਗ ਸਾਰੇ ਹਮਲਾਵਰ ਨੂੰ ਹਮੇਸ਼ਾ ਲਈ ਤਬਾਹ ਕਰ ਦਿੰਦੀ ਹੈ। ਫਿਰ ਅੱਗ ਧਰਤੀ ਨੂੰ ਸ਼ੁੱਧ ਕਰ ਦਿੰਦੀ ਹੈ ਤੇ ਉਹ ਫਿਰ ਉਸ ਤੋਂ ਬਾਹਰ ਚਲੀ ਜਾਂਦੀ ਹੈ। ਪਰਮੇਸ਼ਵਰ ਨੇ ਨਵਾਂ ਸਵਰਗ ਅਤੇ ਨਵੀਂ ਧਰਤੀ ਦੀ ਸਿਰਜਣਾ ਕੀਤੀ ਹੈ। ਉਸ ਸਮੇਂ ਪਰਮੇਸ਼ਵਰ ਨੇ ਉਸ ਦਾ ਨਾਂ ਰਾਜ ਇਸ ਧਰਤੀ ਦੇ ਉੱਤੇ ਸਥਾਪਿਤ ਕੀਤਾ ਜੋ ਉਸ ਨੂੰ ਪਿਆਰ ਕਰਦੇ ਹਨ ਤਾਂ ਜੋ ਉਹਨਾਂ ਦੇ ਨਾਲ ਰਹਿ ਸਕੇ। ਬਹੁਤ ਸਾਰੇ ਲੋਕ ਸਿਖਾਉਂਦੇ ਹਨ ਕਿ ਇੱਕ ਹੋਰ ਮੌਕਾ ਮਿਲੇਗਾ 1000 ਸਾਲਾਂ ਦੌਰਾਨ ਪਛਤਾਵਾ ਦੇ ਲਈ। ਕੁਝ ਇਸ ਨੂੰ ਦੂਜਾ ਮੌਕਾ ਕਹਿੰਦੇ ਹਨ ਅਤੇ ਹੋਰ ਲੋਕ ਦਾਅਵਾ ਕਰਦੇ ਹਨ ਕਿ ਇਹ ਪਹਿਲਾ ਮੌਕਾ ਹੋਵੇਗਾ। ਇਹ ਮੌਕਾ ਉਹਨਾਂ ਨੂੰ ਦਿੱਤਾ ਜਾਵੇਗਾ ਜਿਨ੍ਹਾਂ ਨੇ ਕਦੀ ਵੀ ਮੁਕਤੀ ਦੀ ਯੋਜਨਾ ਨੂੰ ਨਹੀਂ ਸੁਣਿਆ। ਪਰੰਤੂ ਸ਼ਾਸਤਰ ਦੇ ਅਨੁਸਾਰ ਇਹ ਅਸੰਭਵ ਹੈ, ਕਿਉਂਕਿ ਮੱਤੀ 24:37 ਤੋਂ 39 ਵਿੱਚ ਲਿਖਿਆ ਹੈ, ਮਸੀਹ ਦੇ ਆਉਣ ਨੂੰ ਦੂਜੇ ਆਉਣ ਦੀ ਤੁਲਨਾ ਕੀਤੀ ਗਈ ਹੈ। ਨੂਹ ਦੇ ਹੜ੍ਹ ਦੇ ਸਮੇਂ ਨੂੰ ਲੈ ਕੇ ਉਹਨਾਂ ਦੀ ਤੁਲਨਾ ਕੀਤੀ ਗਈ ਹੈ। ਅਸੀਂ ਜਾਣਦੇ ਹਾਂ ਕਿ ਉਹਨਾਂ ਨੂੰ ਦੂਜਾ ਮੌਕਾ ਨਹੀਂ ਸੀ ਮਿਲਿਆ ਤਾਂ ਜੋ ਉਹ ਸੁਰੱਖਿਆ ਦੀ ਬੇੜੀ ਵਿੱਚ ਜਾ ਸਕਣ। ਆਓ ਵੇਖੀਏ 37 ਪਰ ਜਿਵੇਂ ਨੂਹ ਦੇ ਦਿਨ ਸਨ, ਇਸੇ ਤਰ੍ਹਾਂ ਮਨੁੱਖ ਦੇ ਪੁੱਤਰ ਦੇ ਆਉਣ ਵਾਲੇ ਦਿਨ ਹੋਣਗੇ। ਕਿਉਂਕਿ ਜਿਵੇਂ ਹੜ੍ਹ ਤੋਂ ਪਹਿਲਾਂ ਦੇ ਦਿਨ ਵਿੱਚ ਹੋਇਆ ਸੀ, ਉਹ ਖਾ ਰਹੇ ਸਨ, ਪੀ ਰਹੇ ਸਨ ਤੇ ਵਿਆਹ ਦੇ ਵਿੱਚ ਆਪਣੇ ਬੱਚਿਆਂ ਨੂੰ ਦੇ ਰਹੇ ਸਨ ਤੇ ਉਸ ਦਿਨ ਤੱਕ ਨੋਹ ਬੇੜੀ ਵਿੱਚ ਦਾਖਲ ਹੋ ਗਿਆ ਤੇ ਕਿਸੇ ਨੂੰ ਪਤਾ ਨਹੀਂ ਸੀ ਜਦ ਤੱਕ ਕਿ ਹੜ੍ਹ ਨਹੀਂ ਆਇਆ ਤੇ ਉਹਨਾਂ ਨੂੰ ਲੈ ਨਹੀਂ ਡੁੱਬਿਆ। ਇਸੇ ਤਰ੍ਹਾਂ ਮਨੁੱਖ ਦੇ ਪੁੱਤਰ ਦੇ ਆਉਣ ਵਾਲੀ ਗੱਲ ਹੋਵੇਗੀ। ਨਹੀਂ, ਕੋਈ ਦੂਜਾ ਮੌਕਾ ਨਹੀਂ ਹੈ। ਜੀਵਨ ਦਾ ਦਰਵਾਜ਼ਾ ਫਿਰ ਬੰਦ ਹੋ ਗਿਆ। ਜਿਨ੍ਹਾਂ ਨੇ ਪਰਮੇਸ਼ਵਰ ਦੀ ਸੁਰੱਖਿਆ ਨੂੰ ਸੱਦੇ ਨੂੰ ਰੱਦ ਕਰ ਦਿੱਤਾ, ਉਹ ਹੜ੍ਹ ਵਿੱਚ ਡੁੱਬ ਗਏ ਤੇ ਉਹ ਮਰ ਗਏ। ਸਦੀਆਂ ਦੀ ਸ਼ਾਨ ਅਤੇ ਸ਼ਾਂਤੀ ਦੇ 1000 ਸਾਲ ਨਹੀਂ ਹੋਣਗੇ ਇੱਥੇ ਧਰਤੀ ਤੇ। ਦੋਸਤੋ, ਸਾਰੀ ਮਨੁੱਖਤਾ ਨੂੰ ਉਸ ਤੋਂ ਪਹਿਲਾਂ ਨਹੀਂ ਬਦਲਿਆ ਜਾਵੇਗਾ, ਇਸ ਦੌਰਾਨ ਜਾਂ ਇਸ ਤੋਂ ਬਾਅਦ, ਤੇ ਨਾ ਹੀ ਮਸੀਹ ਅਤੇ ਨਾ ਹੀ ਉਸਦੀ ਮੁਕਤੀ ਪ੍ਰਾਪਤ ਕਰਨ ਵਾਲੇ 1000 ਸਾਲਾਂ ਦੌਰਾਨ ਧਰਤੀ ਤੇ ਹੋਣਗੇ। ਸੱਚਾਈ ਇਹ ਹੈ ਕਿ ਯੀਸ਼ੂ ਇਸ ਧਰਤੀ ਤੇ ਫਿਰ ਵਾਪਿਸ ਨਹੀਂ ਆਵੇਗਾ ਜਦੋਂ ਉਹ ਸਾਰਿਆਂ ਨੂੰ ਇਸ ਧਰਤੀ ਤੋਂ ਮੁਕਤੀ ਦੀ ਅਦਭੁਤ ਪੇਸ਼ਕਸ਼ ਤੋਂ ਲੈ ਜਾਵੇਗਾ। ਹਰ ਵਿਅਕਤੀ ਜਾਂ ਹਰ ਇੱਕ ਦੇ ਫੈਸਲਾ ਕਰੇਗਾ ਜਾਂ ਇਸ ਦੇ ਵਿਰੁੱਧ ਜਾਂ ਉਸ ਦੇ ਹੱਕ ਦੇ ਵਿੱਚ। ਮੱਤੀ 24:14 ਅਤੇ ਰਾਜ ਦੀ ਇਹ ਸ਼ੁਭ ਸਮਾਚਾਰ ਸਾਰੇ ਸੰਸਾਰ ਵਿੱਚ ਪ੍ਰਚਾਰ ਕੀਤਾ ਜਾਵੇਗਾ, ਸਾਰੇ ਦੇਸ਼ਾਂ ਦੇ ਵਿੱਚ ਗਵਾਹ ਵਜੋਂ, ਅਤੇ ਫਿਰ ਅੰਤ ਆ ਜਾਵੇਗਾ।
ਇਸ ਸਮੇਂ ਅੱਜ ਰਾਤ ਤੁਸੀਂ ਇੱਕ ਭਵਿੱਖਬਾਣੀ ਨੂੰ ਪੂਰਾ ਕਰਨ ਦਾ ਹਿੱਸਾ ਹੋ। ਇਹ ਖੁਸ਼ਖਬਰੀ ਸੁਨੇਹਾ ਸੰਸਾਰ ਭਰ ਦੇ ਹਰ ਜ਼ੋਨ ਦੇ ਵਿੱਚ ਸੁਣਾਇਆ ਜਾ ਰਿਹਾ ਹੈ। ਪਰਮੇਸ਼ਵਰ ਕੁਝ ਸ਼ਾਨਦਾਰ ਕਰ ਰਿਹਾ ਹੈ। ਹੁਣ ਪਰਮੇਸ਼ਵਰ ਨੇ ਸਿਰਫ ਇਸ ਨੂੰ ਖਤਮ ਕਰਨ ਲਈ ਹੀ ਗਵਾਚਿਆ ਹੋਇਆ ਮੁੜ ਜੀਵਿਤ ਕਿਉਂ ਕੀਤਾ? ਗਵਾਚੇ ਹੋਏ ਵਿਅਕਤੀਗਤ ਹੋਣ ਦੀ ਲੋੜ ਪਰਮੇਸ਼ਵਰ ਦੇ ਨਿਰਣੇ ਦੀ ਸੀਟ ਤੋਂ ਪਹਿਲਾਂ ਹਰ ਕਿਸੇ ਨੂੰ ਸਵਰਗ ਦੀਆਂ ਕਿਤਾਬਾਂ ਵਿੱਚ ਸਬੂਤ ਦੇਖਣ ਦੀ ਲੋੜ ਹੁੰਦੀ ਹੈ, ਜੋ ਕਿ ਪਵਿੱਤਰ ਸ਼ਹਿਰ ਤੋਂ ਬਾਹਰ ਹੋਣ ਦਾ ਕਾਰਨ ਰਿਕਾਰਡ ਕਰਦਾ ਹੈ। ਉਹਨਾਂ ਦੇ ਸਾਹਮਣੇ ਤੱਥਾਂ ਦੇ ਨਾਲ ਉਹ ਸਵੀਕਾਰ ਕਰਨਗੇ ਕਿ ਪਰਮੇਸ਼ਵਰ ਧਰਮੀ ਅਤੇ ਸੱਚਾ ਹੈ ਅਤੇ ਉਸ ਦੇ ਸਾਰੇ ਨਿਰਣਿਆਂ ਦੇ ਵਿੱਚ ਰੋਮੀਓ 14 ਦੀ 10 ਤੋਂ 12 ਕਹਿੰਦੀ ਹੈ, ਪਰ ਤੁਸੀਂ ਆਪਣੇ ਭਰਾ ਨੂੰ ਕਿਉਂ ਨਿਰਣਾ ਕਰਦੇ ਹੋ? ਉਸ ਦਾ ਕਿਉਂ ਨਿਆਂ ਕਰਦੇ ਹੋ? ਜਾਂ ਫਿਰ ਤੁਸੀਂ ਆਪਣੇ ਭਰਾ ਪ੍ਰਤੀ ਕਿਉਂ ਨਫ਼ਰਤ ਦਿਖਾਉਂਦੇ ਹੋ? ਕਿਉਂਕਿ ਅਸੀਂ ਸਾਰੇ ਮਸੀਹ ਦੇ ਫੈਸਲੇ ਵਾਲੀ ਸੀਟ ਦੇ ਸਾਹਮਣੇ ਖੜੇ ਹੋਵਾਂਗੇ, ਕਿਉਂਕਿ ਇਹ ਲਿਖਿਆ ਹੋਇਆ ਹੈ। ਪ੍ਰਭੂ ਕਹਿੰਦਾ ਹੈ ਕਿ ਹਰ ਘੁਟਨਾ ਮੇਰੇ ਅੱਗੇ ਝੁਕੇਗਾ ਅਤੇ ਹਰ ਜੀਭ ਪਰਮੇਸ਼ਵਰ ਦਾ ਅੰਗੀਕਾਰ ਕਰੇਗੀ, ਉਸ ਨੂੰ ਕਬੂਲ ਕਰੇਗੀ। ਤਾਂ ਫਿਰ ਅਸੀਂ ਸਾਰੇ ਆਪਣੇ ਆਪ ਨੂੰ ਪਰਮੇਸ਼ਵਰ ਨੂੰ ਕਿਉਂ ਨਹੀਂ ਦਿੰਦੇ? ਪ੍ਰਕਾਸ਼ਨ 19:2 ਕਿਉਂਕਿ ਸੱਚੇ ਅਤੇ ਧਰਮੀ ਹਨ ਉਸਦੇ ਨਿਰਣੇ, ਕਿਉਂਕਿ ਉਸਨੇ ਮਹਾਨ ਹਾਰਲੋਟ ਦਾ ਨਿਰਣੇ ਕੀਤਾ ਹੈ, ਜਿਸਨੇ ਆਪਣੇ ਵਿਚਾਰ ਦੇ ਨਾਲ ਧਰਤੀ ਨੂੰ ਵਿਗਾੜ ਦਿੱਤਾ ਸੀ ਅਤੇ ਉਸਨੇ ਉਸਦਾ ਬਦਲਾ ਲਿਆ ਹੈ। ਉਸਦੇ ਨੌਕਰਾਂ ਦਾ ਖੂਨ ਉਸਦੇ ਹੱਥੋਂ ਵਹਾ ਕੇ ਤੁਸੀਂ ਖੁੰਝਣਾ ਨਹੀਂ ਚਾਹੋਗੇ ਸਾਡੀ ਆਉਣ ਵਾਲੀ ਪੇਸ਼ਕਾਰੀ ਨੂੰ। ਹਾਰਲੋਟ ਬਚਾਏ ਗਏ ਲੋਕ ਇਹ ਗਵਾਹ ਹੋਣਗੇ ਕਿ ਉਹਨਾਂ ਦੇ ਗੁਆਚੇ ਪਿਆਰੇ ਵੀ ਪਰਮੇਸ਼ਵਰ ਦੀ ਹੋਂਦ ਅਤੇ ਸ਼ਕਤੀ ਦੇ ਸਬੂਤ ਨੂੰ ਵੇਖਦਿਆਂ ਹੋਏ ਵੀ ਉਹਨਾਂ ਦੇ ਸਾਹਮਣੇ ਉਹਨਾਂ ਦੇ ਜੀਵਨ ਦੇ ਵਿੱਚ ਉਹ ਅਜੇ ਵੀ ਉਹਨਾਂ ਦੇ ਖਿਲਾਫ ਬਗਾਵਤ ਕਰਨ ਦੀ ਚੋਣ ਕਰਦੇ ਹਨ। ਉਹਨਾਂ ਨੂੰ ਬਚਾਉਣ ਲਈ ਹੋਰ ਕੁਝ ਨਹੀਂ ਕੀਤਾ ਜਾ ਸਕਦਾ। ਇਹ ਦੂਜਾ ਆਗਮਨ ਬ੍ਰਹਮੰਡ ਨੂੰ ਇਹ ਦਿਖਾਉਂਦਾ ਹੈ ਕਿ ਸ਼ੈਤਾਨ ਅਤੇ ਪਾਪੀ ਹੋਰ ਕਿੰਨੇ ਦੂਰ ਜਾ ਸਕਦੇ ਹਨ। ਪੂਰ ਜਾਣਕਾਰੀ ਦੇ ਨਾਲ ਰੱਬ ਸਿੰਘਾਸਨ ਤੇ ਬੈਠਾ ਹੈ। ਦੁਸ਼ਟ ਅਜੇ ਵੀ ਉਸ ਨੂੰ ਅਤੇ ਉਸਦੇ ਪੈਰੋਕਾਰਾਂ ਨੂੰ ਤਬਾਹ ਕਰਨਾ ਚਾਹੁੰਦੇ ਹਨ। ਇਹ ਸਭ ਲਈ ਸਪਸ਼ਟ ਹੈ, ਜੇ ਗੁਆਚੇ ਲੋਕਾਂ ਨੂੰ ਰਹਿਣ ਦੀ ਆਗਿਆ ਹੈ ਤਾਂ ਉਹ ਆਪਣੇ ਜੀਵਨ ਨੂੰ ਖੁਦ ਖਤਰੇ ਵਿੱਚ ਪਾ ਦਿੰਦੇ ਹਨ। ਇਸ ਅੰਤਿਮ ਪ੍ਰਦਰਸ਼ਨ ਦੇ ਨਾਲ ਇਹ ਦੱਸਦੇ ਹੋਏ ਕਿ ਪਰਮੇਸ਼ਵਰ ਦਿਆਲੂ ਅਤੇ ਨਿਆਂਪੂਰਨ ਹੈ ਜਦੋਂ ਉਹ ਸ਼ੈਤਾਨ ਅਤੇ ਪਾਪੀ ਨੂੰ ਨਸ਼ਟ ਕਰਦਾ ਹੈ। ਹੁਣ ਬਚਾਏ ਗਏ ਲੋਕ ਅਤੇ ਬਾਕੀ ਬ੍ਰਹਮੰਡ ਹਮੇਸ਼ਾ ਸੁਰੱਖਿਅਤ ਰਹਿਣਗੇ, ਜਿਵੇਂ ਕਿ ਪਰਮੇਸ਼ਵਰ ਨੇ ਨਹੂਮ 1:9 ਵਿੱਚ ਵਾਅਦਾ ਕੀਤਾ ਹੈ। ਹੁਣ ਦੁੱਖ ਦੂਜੀ ਵਾਰ ਨਹੀਂ ਉੱਠੇਗਾ। ਆਮੀਨ। ਪਰਮੇਸ਼ਵਰ ਦੀ ਅੱਗ ਸਾਰੇ ਪਾਪ ਨੂੰ ਨਸ਼ਟ ਕਰ ਦੇਵੇਗੀ ਤੇ ਭਸਮ ਕਰਨ ਦੇ ਨਾਲ ਉਹ ਜਿਸ ਨਾਲ ਧਰਤੀ ਨੂੰ ਸਾਫ਼ ਕੀਤਾ ਜਾਵੇਗਾ। ਆਓ ਕੁਝ ਸਮਾਂ ਲਵਾਂਗੇ ਦੇਖਣ ਦੇ ਲਈ ਕਿ ਇਸ ਅੱਗ ਬਾਰੇ ਬਾਈਬਲ ਕੀ ਕਹਿੰਦੀ ਹੈ। ਆਮ ਤੌਰ ਤੇ ਇਸ ਨੂੰ ਨਰਕ ਕਿਹਾ ਜਾਂਦਾ ਹੈ। ਜ਼ਿਆਦਾਤਰ ਗ੍ਰਾਫਿਕ ਭਾਸ਼ਾ ਵਿੱਚ ਬਾਈਬਲ ਬਾਰ-ਬਾਰ ਅੱਗ ਦੀ ਇਸ ਝੀਲ ਵੱਲ ਇਸ਼ਾਰਾ ਕਰਦੀ ਹੈ ਅਤੇ ਅਨਰੱਖਿਅਕ ਕੀਤੇ ਹੋਏ ਲੋਕਾਂ ਨੂੰ ਸਜ਼ਾ ਦੇਣ ਵੱਲ। ਯਿਸੂ ਮਸੀਹ ਨੇ 15 ਵਾਰ ਅੱਗ ਦੀ ਝੀਲ ਦਾ ਜ਼ਿਕਰ ਕੀਤਾ ਹੈ, ਇਸ ਲਈ ਤਾਂ ਜੋ ਪ੍ਰਕਾਸ਼ਨ ਵਿੱਚ ਯਹੂਨਾ ਨੂੰ ਪਤਾ ਹੋਵੇ ਤੇ ਸਾਨੂੰ ਇਸ ਦੁਆਰਾ ਪਤਾ ਲੱਗ ਜਾਵੇ ਕਿ ਅੱਗ ਕੋਈ ਕਹਾਣੀ ਨਹੀਂ ਹੈ, ਪਰ ਪਾਪ ਨੂੰ ਹਮੇਸ਼ਾ ਲਈ ਖਤਮ ਕਰਨ ਲਈ ਇੱਕ ਜ਼ਰੂਰੀ ਹੈ। ਬਹੁਤ ਸਾਰੇ ਲੋਕ ਇਹ ਪੜ੍ਹ ਕੇ ਹੈਰਾਨ ਹੋ ਗਏ ਹਨ ਕਿ ਅਵਿਸ਼ਵਾਸੀ ਲੋਕਾਂ ਨੂੰ ਦਿਨ ਰਾਤ ਤਸੀਹੇ ਦਿੱਤੇ ਜਾਣਗੇ ਹਮੇਸ਼ਾ ਅਤੇ ਹਮੇਸ਼ਾ ਲਈ। ਪ੍ਰਕਾਸ਼ਨ 20:10 ਦੇ ਵਿੱਚ ਲਿਖਿਆ ਹੈ, ਕਿਉਂਕਿ ਅਜਿਹੇ ਸ਼ਬਦ ਮਨ ਨੂੰ ਭਰ ਦਿੰਦੇ ਹਨ ਜਿਸ ਵਿੱਚ ਪਰਮੇਸ਼ਵਰ ਦੀ ਦਇਆ ਅਤੇ ਨਿਆਂ ਬਾਰੇ ਮੁਸ਼ਕਿਲ ਸਵਾਲ ਹਨ। ਕੀ ਦੁਸ਼ਟਾਂ ਨੂੰ ਹਮੇਸ਼ਾ ਲਈ ਸਜ਼ਾ ਦਿੱਤੀ ਜਾਂਦੀ ਹੈ, ਭਾਵੇਂ ਉਹਨਾਂ ਦੇ ਪਾਪਾਂ ਦੀ ਗੰਭੀਰਤਾ ਜਾਂ ਗਿਣਤੀ ਕਿੰਨੀ ਹੀ ਕਿਉਂ ਨਾ ਹੋਵੇ? ਕੀ ਕੋਈ ਪਾਪੀ ਜਿਸਨੇ 4000 ਸਾਲ ਪਹਿਲਾਂ ਮੌਤ ਹੋ ਗਈ, ਕਿਆ ਉਹ 4000 ਸਾਲ ਹੋਰ ਸਜ਼ਾ ਪ੍ਰਾਪਤ ਕਰੇਗਾ ਉਸ ਵਿਅਕਤੀ ਨਾਲੋਂ ਜੋ ਅੱਜ ਮਰ ਜਾਂਦਾ ਹੈ ਤੇ ਉਹੀ ਪਾਪ ਦੇ ਲਈ ਉਹ ਗੁੰਮ ਸੀ? ਪਰਮੇਸ਼ਵਰ ਪਾਪ ਤੋਂ ਪੱਕੇ ਤੌਰ ਤੇ ਕਿਵੇਂ ਛੁਟਕਾਰਾ ਪਾ ਸਕਦਾ ਹੈ? ਜੇ ਪਾਪੀ ਨੂੰ ਕਿਤੇ ਵੀ ਜ਼ਿੰਦਾ ਰੱਖਿਆ ਜਾਵੇਗਾ, ਕਿਆ ਅੱਗ ਹਮੇਸ਼ਾ ਲਈ ਇਸ ਦਾ ਬਦਲਾ ਅਤੇ ਚੀਕਦਾ ਉਹ ਰਹੇਗਾ? ਤੇ ਅੱਗ ਵਿੱਚ ਬਦਮਾਸ਼ਾਂ ਨੂੰ ਕਿਵੇਂ ਸਜ਼ਾ ਦਿੱਤੀ ਜਾਵੇਗੀ? ਦੂਜਾ ਪਤਰਸ 2:9 ਦੇ ਵਿੱਚ ਲਿਖਿਆ ਹੈ, ਤਾਂ ਪ੍ਰਭੂ ਜਾਣਦਾ ਹੈ ਕਿ ਪਰਮੇਸ਼ਵਰ ਦੇ ਲੋਕਾਂ ਨੂੰ ਲਾਲਚ ਤੋਂ ਕਿਵੇਂ ਬਾਹਰ ਕੱਢਿਆ ਜਾਵੇ ਤੇ ਜੋ ਲੋਕ ਅਨਿਆਈ ਹਨ ਤੇ ਉਹਨਾਂ ਨੂੰ ਕਿਵੇਂ ਫੈਸਲੇ ਦੇ ਦਿਨ ਦੀ ਸਜ਼ਾ ਦੇ ਅਧੀਨ ਰੱਖਿਆ ਜਾਵੇ। ਫੈਸਲੇ ਦਾ ਦਿਨ ਹੁਣ ਕਦੋਂ ਹੈ? ਯਹੂਨਾ 12:48 ਉਹੀ ਉਸ ਨੂੰ ਆਖਰੀ ਦਿਨ ਵਿੱਚ ਹੀ ਨਿਰਣਾ ਕਰੇਗਾ। ਮੱਤੀ 13:40-42 ਸੰਸਾਰ ਦੇ ਅੰਤ ਵਿੱਚ ਜ਼ਿਕਰ ਕਰਦਾ ਹੈ, ਅਸੀਂ ਕਿਸੇ ਵਿਅਕਤੀ ਨੂੰ ਜੇਲ੍ਹ ਭੇਜਣ ਬਾਰੇ ਨਹੀਂ ਸੋਚਾਂਗੇ ਜਦ ਤੱਕ ਕਿ ਉਸ ਤੇ ਮੁਕੱਦਮਾ ਨਹੀਂ ਚਲਾਇਆ ਜਾਂਦਾ ਜਾਂ ਨਿਰਣਾ ਨਹੀਂ ਦਿੱਤਾ ਜਾਂਦਾ। ਨਾ ਹੀ ਪਰਮੇਸ਼ਵਰ ਉਸਦੇ ਲੋਕਾਂ ਨੂੰ ਸਜ਼ਾ ਦੇਵੇਗਾ ਜਦੋਂ ਤੱਕ ਕਿ ਉਹ ਅੰਤਿਮ ਫੈਸਲੇ ਦੇ ਵਿੱਚ ਆਉਣ ਦਾ ਸਾਹਮਣਾ ਨਹੀਂ ਕਰਦੇ ਸੰਸਾਰ ਦੇ ਅੰਤ ਵਿੱਚ ਅਤੇ ਉਸਦੇ ਸਿੰਘਾਸਨ ਤੋਂ ਪਹਿਲਾਂ। ਪਰ ਜੇ ਬਦਮਾਸ਼ ਮਰ ਗਏ, ਅੱਜ ਨਰਕ ਦੀਆਂ ਲਾਟਾਂ ਵਿੱਚ ਪਹਿਲਾਂ ਹੀ ਲਿਖ ਰਹੇ ਹਨ। ਭਵਿੱਖ ਦੇ ਫੈਸਲੇ ਦੀ ਕੀ ਲੋੜ ਹੈ, ਕਿਉਂਕਿ ਦੁਸ਼ਟਾਂ ਨੂੰ ਨਰਕ ਵਿੱਚ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ ਸੰਸਾਰ ਦੇ ਅੰਤਿਮ ਨਿਰਣਾ ਦੇ ਦਿਨ ਤੱਕ। ਇਸ ਸਮੇਂ ਕਿੰਨੀਆਂ ਆਤਮਾਵਾਂ ਨਰਕ ਵਿੱਚ ਹਨ? ਇੱਕ ਵੀ ਨਹੀਂ। ਸਾਰੇ ਦੁਸ਼ਟ ਅਤੇ ਬਦਮਾਸ਼ ਹਲੇ ਆਪਣੀ ਕਬਰਾਂ ਵਿੱਚ ਹੀ ਹਨ ਅਤੇ ਇੰਤਜ਼ਾਰ ਕਰ ਰਹੇ ਸਨ ਆਪਣੇ ਨਸ਼ਟ ਹੋਣ ਦੇ ਪੁਨਰੁਥਾਨ ਦੀ, ਜੋ ਕਿ 1000 ਸਾਲਾਂ ਦੇ ਅੰਤ ਤੇ ਹੋਵੇਗਾ। ਮੇਰੀ ਪੇਸ਼ਕਾਰੀ ਵਿੱਚ ਜਿਸਦਾ ਸਿਰਲੇਖ ਸੀ ਕਬਰ, ਅਸੀਂ ਬਾਈਬਲ ਵਿੱਚੋਂ ਪੜ੍ਹਦੇ ਹਾਂ ਕਿ ਮੌਤ ਨੂੰ ਨੀਂਦ ਕਿਉਂ ਕਿਹਾ ਜਾਂਦਾ ਹੈ।
ਔਰ ਇਸ ਨੂੰ ਇਹ ਘੱਟ ਤੋਂ ਘੱਟ 50 ਵਾਰ ਕਿਹਾ ਗਿਆ ਹੈ, ਜਿਵੇਂ ਕਿ ਦਾਨੀਏਲ 12:2 ਵਿੱਚ। ਅਤੇ ਉਹਨਾਂ ਵਿੱਚੋਂ ਬਹੁਤ ਸਾਰੇ ਲੋਕ ਜੋ ਧਰਤੀ ਦੀ ਧੂੜ ਵਿੱਚ ਸੌਂਦੇ ਹਨ ਜਾਗ ਜਾਣਗੇ। ਭਜਨ ਸੰਹਿਤਾ 104:29 ਵਿੱਚ ਲਿਖਿਆ ਹੈ ਕਿ ਉਹਨਾਂ ਦੇ ਸਾਹ ਖੋਹ ਲਏ ਜਾਂਦੇ ਹਨ, ਉਹ ਮਰ ਜਾਂਦੇ ਹਨ ਤੇ ਧੂੜ ਵੱਲ ਮੁੜ ਜਾਂਦੇ ਹਨ। ਅਤੇ ਸਬਉਪਦੇਸ਼ਕ 9:5 ਵਿੱਚ ਮੁਰਦਿਆਂ ਨੂੰ ਕੁਝ ਨਹੀਂ ਪਤਾ, ਕੋਈ ਵੀ ਆਤਮਾ ਨਹੀਂ ਹੈ ਜੋ ਸਵਰਗ ਤੱਕ ਤੈਰਦੀ ਹੈ, ਨਾ ਹੀ ਨਰਕ ਦੀਆਂ ਲਾਟਾਂ ਵਿੱਚ ਉਸਨੂੰ ਧੱਕਾ ਦਿੱਤਾ ਜਾਂਦਾ ਹੈ। ਨਹੀਂ, ਕਿਉਂਕਿ ਦੁਸ਼ਟ ਮੌਤ ਦੇ ਸਮੇਂ ਨਰਕ ਵਿੱਚ ਨਹੀਂ ਜਾਂਦੇ। ਫਿਰ ਉਹ ਕਿੱਥੇ ਜਾਂਦੇ ਹਨ? ਅਯੂਬ 21:30 ਤੇ 32 ਵਿੱਚ ਦੁਸ਼ਟ ਤਬਾਹੀ ਦੇ ਦਿਨ ਦੇ ਰਾਖਵੇਂ ਹਨ, ਉਹਨਾਂ ਨੂੰ ਕ੍ਰੋਧ ਦੇ ਦਿਨ ਤੱਕ ਲਿਆਂਦਾ ਜਾਵੇਗਾ। ਫਿਰ ਵੀ ਉਸਨੂੰ ਉਹ ਕਬਰ ਵਿੱਚ ਲਿਆਂਦਾ ਜਾਵੇਗਾ ਅਤੇ ਉਹ ਕਬਰ ਵਿੱਚ ਹੀ ਰਹੇਗਾ। ਨੋਟ ਕਰੋ ਕਿ ਧਰਮੀ ਅਤੇ ਦੁਸ਼ਟ ਵਿਭਿੰਨ ਇਨਾਮ ਪ੍ਰਾਪਤ ਕਰਨਗੇ। ਰੋਮੀਓ 6:23 ਦੇ ਵਿੱਚ, ਕਿਉਂਕਿ ਪਾਪ ਦੀ ਦਿਹਾੜੀ ਮੌਤ ਹੈ, ਪਰਮੇਸ਼ਵਰ ਦਾ ਤੋਹਫਾ ਯੀਸ਼ੂ ਮਸੀਹ ਸਾਡੇ ਪ੍ਰਭੂ ਦਾ ਸਦੀਵੀ ਜੀਵਨ ਹੈ। ਧਰਮੀ ਨੂੰ ਸਦੀਵੀ ਜੀਵਨ ਮਿਲਦਾ ਹੈ, ਜਦ ਕਿ ਬਦਮਾਸ਼ਾਂ ਤੇ ਦੁਸ਼ਟ ਵਿਅਕਤੀਆਂ ਨੂੰ ਮੌਤ ਦਾ ਇਨਾਮ ਮਿਲਦਾ ਹੈ। ਪਰ ਦੁਸ਼ਟਾਂ ਦਾ ਇਨਾਮ ਸਦੀਵੀ ਤਸੀਹੇ ਨਹੀਂ ਹੈ, ਉਹਨਾਂ ਨੂੰ ਮੌਤ ਦੀ ਸਦੀਵੀ ਅੰਤਿਮਤਾ ਪ੍ਰਾਪਤ ਹੁੰਦੀ ਹੈ, ਜਿੱਥੇ ਕਿ ਕੋਈ ਪੂਰਨ ਸੁਰਜਤੀ ਨਹੀਂ ਹੁੰਦੀ। ਪਰਮੇਸ਼ਵਰ ਦੇ ਵਚਨ ਅਨੁਸਾਰ ਪਾਪ ਦੀ ਦਿਹਾੜੀ ਨਰਕਾਂ ਦੀ ਅੱਗ ਦੀ ਸਦੀਵੀ ਅੱਗ ਨਹੀਂ ਲੱਗ ਰਹੀ, ਇਹ ਸਥਾਈ ਤੌਰ ਤੇ ਅਲੋਪ ਹੋ ਰਿਹਾ ਹੈ। ਪਹਿਲੀ ਅਤੇ ਦੂਜੀ ਮੌਤ ਦੇ ਵਿੱਚ ਅੰਤਰ ਹੈ ਕਿ ਦੂਜੀ ਮੌਤ ਤੋਂ ਕੋਈ ਮੁੜ ਸੁਰਜੀਤੀ ਨਹੀਂ ਹੁੰਦੀ, ਇਹ ਅੰਤਿਮ ਹੈ। ਅੱਗ ਧਰਤੀ ਦੇ ਦੁਸ਼ਟਾਂ ਨੂੰ ਨਿਗਲਣ ਲਈ ਉੱਪਰੋਂ ਆਉਂਦੀ ਹੈ ਅਤੇ ਪ੍ਰਸਿੱਧ ਵਿਚਾਰ ਤੋਂ ਨਹੀਂ ਕਿ ਕਿਤੇ ਨਾ ਕਿਤੇ ਨਰਕ ਦੀ ਅੱਗ ਹੈ। ਨਹੀਂ, ਪ੍ਰਕਾਸ਼ਨ 20:9 ਕਹਿੰਦੀ ਹੈ, ਆਓ ਹਮੇਸ਼ਾ ਬਾਈਬਲ ਰੱਖੀਏ। ਸਾਨੂੰ ਜਵਾਬ ਦੇ ਗਈ ਅਤੇ ਅੱਗ ਸਵਰਗ ਤੋਂ ਪਰਮੇਸ਼ਵਰ ਤੋਂ ਹੇਠਾਂ ਆਈ ਤੇ ਉਹਨਾਂ ਨੂੰ ਖਾ ਲਿਆ। ਬਹੁਤ ਸਾਰੇ ਲੋਕ ਕਹਿੰਦੇ ਹਨ, ਮੈਨੂੰ ਮਾਫ ਕਰਨਾ, ਬਹੁਤ ਸਾਰੇ ਲੋਕ ਕਹਿੰਦੇ ਹਨ ਜਦੋਂ ਕਿ ਉਹ ਮਰਦੇ ਨਹੀਂ। ਪਰ ਰੱਬ ਕੀ ਕਹਿੰਦਾ ਹੈ? ਇਜ਼ੇਕੀਏਲ 18:20 ਦੇ ਵਿੱਚ, ਪਾਪ ਕਰਨ ਵਾਲੀ ਆਤਮਾ ਮਰ ਜਾਵੇਗੀ, ਇਹ ਸਪਸ਼ਟ ਹੈ। ਸਦੀਆਂ ਦੇ ਅੰਤ ਤੇ ਪਵਿੱਤਰ ਸ਼ਹਿਰ ਨਵਾਂ ਯਰੂਸ਼ਲਮ, ਜਿਸ ਵਿੱਚ ਸਾਰੇ ਸੰਤ ਹਨ, ਸਵਰਗ ਤੋਂ ਹੇਠਾਂ ਆਉਂਦਾ ਹੈ ਅਤੇ ਜੈਤੂਨ ਦੇ ਪਰਬਤ ਉੱਤੇ ਵਸ ਜਾਂਦਾ ਹੈ। ਹਰ ਉਮਰ ਦੇ ਦੁਸ਼ਟਾਂ ਨੂੰ ਮੁੜ ਜੀਵਿਤ ਕੀਤਾ ਜਾਂਦਾ ਹੈ ਅਤੇ ਸ਼ੈਤਾਨ ਉਹਨਾਂ ਨੂੰ ਇੱਕ ਨਾਟਕੀ ਕੋਸ਼ਿਸ਼ ਦੇ ਵਿੱਚ ਲੈ ਜਾਂਦਾ ਹੈ ਸ਼ਹਿਰ ਅਤੇ ਰੱਬ ਦੇ ਤਖਤ ਉੱਤੇ ਕਬਜ਼ਾ ਕਰਨ ਦੇ ਲਈ। ਅਤੇ ਜਿਵੇਂ ਉਹ ਆਪਣੀਆਂ ਫੌਜਾਂ ਅਤੇ ਜਰਨੈਲਾਂ ਨੂੰ ਰੈਲੀ ਕਰਾਉਂਦਾ ਹੈ, ਅੱਗ ਸਵਰਗ ਤੋਂ ਬਾਹਰ ਪਰਮੇਸ਼ਵਰ ਤੋਂ ਨਿਕਲਦੀ ਹੈ। ਇਹ ਬਾਈਬਲ ਵਿੱਚ ਨਰਕ ਦੀ ਅੱਗ ਹੈ ਜੋ ਦੁਸ਼ਟਾਂ ਨੂੰ ਪੀ ਲੈਂਦੀ ਹੈ। ਪ੍ਰਕਾਸ਼ਨ 20:9 ਦੇ ਵਿੱਚ, ਅਤੇ ਪਰਮੇਸ਼ਵਰ ਤੋਂ ਅੱਗ ਸਵਰਗ ਵਿੱਚੋਂ ਬਾਹਰ ਆਈ ਅਤੇ ਉਹਨਾਂ ਨੂੰ ਉਸਨੇ ਖਾ ਲਿਆ। ਜਦੋਂ ਪਾਪੀ ਅੱਗ ਵਿੱਚ ਖਾਏ ਜਾਂਦੇ ਹਨ, ਇਹਨਾਂ ਨੂੰ ਹੋਣ ਤੋਂ ਬਾਹਰ ਰੱਖਿਆ ਜਾਂਦਾ ਹੈ। ਤੁਸੀਂ ਦੇਖਦੇ ਹੋ ਕਿ ਇੱਕ ਵਾਰ ਦੁਸ਼ਟ ਕਬਰਾਂ ਖੁੱਲ ਜਾਂਦੀਆਂ ਹਨ, ਅੱਗ ਚੋਂ ਹੇਠ ਆਉਂਦੀਆਂ ਹਨ। ਇਸ ਧਰਤੀ ਦੀ ਸਤ੍ਹਾ ਨੂੰ ਅੱਗ ਦੀ ਝੀਲ ਬਣਾ ਦਿੱਤਾ ਜਾਂਦਾ ਹੈ ਅਤੇ ਦੁਸ਼ਟਾਂ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ ਜਾਂਦਾ ਹੈ। ਫਿਰ ਨਿਮਰ ਨੂੰ ਵਿਰਾਸਤ ਵਿੱਚ ਮਿਲੇਗਾ ਇੱਕ ਸ਼ੁੱਧ, ਸੁੰਦਰ ਤੇ ਨਵੀਂ ਧਰਤੀ। ਪਾਪ ਸਦਾ ਲਈ ਮਿਟ ਜਾਂਦਾ ਹੈ। ਪਰਮੇਸ਼ਵਰ ਦੁਸ਼ਟਾਂ ਨੂੰ ਕੋਈ ਨਜਾਇਜ਼ ਸਜ਼ਾ ਨਹੀਂ ਦੇ ਰਿਹਾ ਇਸ ਸਮੇਂ ਅੱਗ ਦੇ ਵਿੱਚ, ਬਿਲਕੁਲ ਵੀ ਨਹੀਂ। ਦੂਜਾ ਪਤਰਸ 3:10 ਵਿੱਚ ਅੱਗ ਦਾ ਲੱਗਣ ਦਾ ਵਰਣਨ ਕੀਤਾ ਜਾਂਦਾ ਹੈ। ਤੱਤ ਗਰਮ ਤਾਪ ਨਾਲ ਪਿਘਲ ਜਾਣਗੇ। ਧਰਤੀ ਅਤੇ ਉਸ ਵਿੱਚ ਜੋ ਰਚਨਾਵਾਂ ਹਨ, ਉਹ ਦੋਵੇਂ ਹੀ ਹਨ ਜੋ ਕਿ ਸਾੜ ਦਿੱਤੇ ਜਾਣਗੇ। ਨਰਕ ਦੀ ਅੱਗ ਸਾਰੀ ਧਰਤੀ ਨੂੰ ਢੱਕ ਲਵੇਗੀ, ਕਿਉਂਕਿ ਗ੍ਰਹਿ ਦੇ ਚਿਹਰੇ ਤੇ ਹਰ ਚੀਜ਼ ਸੜ ਜਾਵੇਗੀ। ਮਲਾਕੀ 4:1, ਨਰਕ ਦੀ ਅੱਗ ਦਾ ਵਰਣਨ ਇਸ ਤਰ੍ਹਾਂ ਕੀਤਾ ਗਿਆ ਹੈ, ਦੇਖੋ ਦਿਨ ਆ ਰਿਹਾ ਹੈ, ਓਵਨ ਵਾਂਗ ਜਲ ਰਿਹਾ ਹੈ ਅਤੇ ਸਾਰੇ ਅਭਿਮਾਨੀ ਵੀ, ਹਾਂ, ਜੋ ਵੀ ਦੁਸ਼ਟ ਕੰਮ ਕਰਦਾ ਹੈ, ਉਹ ਭਸਮ ਕਰ ਦਿੱਤੇ ਜਾਣਗੇ ਅਤੇ ਉਹ ਦਿਨ ਜੋ ਆਉਣ ਵਾਲਾ ਹੈ ਉਹ ਸਾੜ ਦੇ ਦਿੱਤੇ ਜਾਣਗੇ। ਮੇਜ਼ਬਾਨ ਪਰਮੇਸ਼ਵਰ ਕਹਿੰਦਾ ਹੈ, ਇਸ ਨਾਲ ਉਹਨਾਂ ਦੀ ਕੋਈ ਜੜ ਨਹੀਂ ਤੇ ਨਾ ਹੀ ਟਾਹਣੀ ਵੀ ਰਹਿ ਜਾਵੇਗੀ। ਠੀਕ ਹੈ, ਇੱਕ ਓਵਨ ਵਜੋਂ ਗਰਮ ਕਰੋ ਉਹ ਸਾਰੇ ਜਿਨ੍ਹਾਂ ਨੇ ਸ਼ੈਤਾਨ ਦੇ ਬੁਰੇ ਤਰੀਕੇ ਚੁਣੇ। ਇੱਕ ਸੁੱਕੇ ਟਾਹਣੀ ਦੀ ਤਰ੍ਹਾਂ ਉਹਨਾਂ ਨੂੰ ਅੱਗ ਦੇ ਵਿੱਚ ਸਾੜ ਦਿੱਤਾ ਜਾਵੇਗਾ। ਇਹ ਅੱਗ ਉਹਨਾਂ ਨੂੰ ਭਸਮ ਕਰ ਦੇਵੇਗੀ। ਇਹ ਛੋਟਾ ਜਿਹਾ ਸ਼ਬਦ ਪੂਰਨ ਹੋਣ ਨੂੰ ਦਰਸਾਉਂਦਾ ਹੈ 100%। ਪਰਮੇਸ਼ਵਰ ਦੀ ਅੱਗ ਆਪਣਾ ਕੰਮ ਕਰਦੀ ਹੈ, ਦੁਸ਼ਟਾਂ ਨੂੰ ਨਸ਼ਟ ਕਰਦੀ ਹੈ ਅਤੇ ਉਹ ਹੁਣ ਨਹੀਂ ਹਨ। ਨਹੀਂ ਤਾਂ ਪਾਪ ਕੈਂਸਰ ਵਾਂਗ ਫੈਲਦਾ ਜਾਵੇਗਾ ਅਤੇ ਸਾਰੇ ਬ੍ਰਹਿਮੰਡ ਨੂੰ ਖਤਰੇ ਵਿੱਚ ਪਾ ਦੇਵੇਗਾ। ਤੁਸੀਂ ਦੇਖਦੇ ਹੋ, ਜੇ ਮੈਂ ਆਪਣੇ ਆਪ ਨੂੰ ਲਟਕਾਉਂਦੀ ਹਾਂ ਤੇ ਮੈਨੂੰ ਇਸ ਨਾਲ ਤਬਾਹ ਹੋਣਾ ਪਵੇਗਾ। ਪਰਮੇਸ਼ਵਰ ਪਾਪ ਨੂੰ ਸਦੀਵੀ ਹੋਣ ਨਹੀਂ ਦੇ ਸਕਦਾ। ਜੇ ਸਦੀਵੀ ਤਸੀਹੇ ਦਿੱਤੇ ਜਾਣ ਤਾਂ ਇਸ ਬਾਰੇ ਸੋਚੋ, ਇਹ ਪਾਪ ਨੂੰ ਹਮੇਸ਼ਾ ਹੀ ਲਈ ਆਲੇ ਦੁਆਲੇ ਰੱਖਦਾ ਹੈ। ਸਾਰੀਆਂ ਪਹਿਲਾਂ ਵਾਲੀਆਂ ਚੀਜ਼ਾਂ ਹੀ ਚੱਲੀ ਜਾਣਗੀਆਂ, ਕੋਈ ਅਪਵਾਦ ਨਹੀਂ, ਤਾਂ ਜੋ ਪਰਮੇਸ਼ਵਰ ਦੇ ਬ੍ਰਹਿਮੰਡ ਵਿੱਚ ਕਿਤੇ ਨਾ ਕਿਤੇ ਨਰਕ ਨੂੰ ਜਲਦਾ ਰਹੇਗਾ। ਪਰਮੇਸ਼ਵਰ ਦੀ ਯੋਜਨਾ ਬ੍ਰਹਿਮੰਡ ਨੂੰ ਬੁਰਾਈ ਤੋਂ ਪੂਰੀ ਤਰ੍ਹਾਂ ਮੁਕਤ ਕਰਨ ਦੀ ਹੈ। ਸਦੀਵੀ ਜਲਦਾ ਨਰਕ ਪਾਪ ਅਤੇ ਬੁਰਾਈ ਨੂੰ ਸਥਾਈ ਬਣਾ ਦੇਵੇਗਾ। ਦਰਦ ਅਤੇ ਉਦਾਸੀ ਦੀ ਲਗਾਤਾਰ ਯਾਦ ਦਹਾਨੀ, ਅਤੇ ਇਹ ਬਿਲਕੁਲ ਸੱਚ ਹੈ। ਸ਼ੈਤਾਨ ਇਸ ਨੂੰ ਜਿਉਂਦਾ ਰਹੇਗਾ। ਅੱਗ ਨੂੰ ਸਾਫ਼ ਕਰਨ ਵਿੱਚ ਦੁਸ਼ਟਾਂ ਨੂੰ ਅੰਤ ਵਿੱਚ ਨਸ਼ਟ ਕਰ ਦਿੱਤਾ ਜਾਵੇਗਾ ਅਤੇ ਜੜ੍ਹਾਂ ਅਤੇ ਟਾਹਣੀਆਂ ਤੱਕ ਨੂੰ ਵੀ ਨਸ਼ਟ ਕਰ ਦਿੱਤਾ ਜਾਵੇਗਾ ਉਹਨਾਂ ਦੀ। ਸ਼ੈਤਾਨ ਜੜ ਅਤੇ ਉਸਦੇ ਪੈਰੋਕਾਰ ਹਨ ਟਾਹਣੀਆਂ। ਬੁਰਾਈ ਸਦਾ ਲਈ ਖਤਮ ਹੋ ਜਾਂਦੀ ਹੈ। ਯਸ਼ਾਇਆ 47:14 ਦੇ ਵਿੱਚ,
ਅੱਗ ਉਹਨਾਂ ਨੂੰ ਸਾੜ ਦੇਵੇਗੀ। ਦੇਖੋ, ਉਹ ਅੱਗ ਉਹਨਾਂ ਨੂੰ ਸਾੜ ਦੇਵੇਗੀ। ਉਹ ਆਪਣੇ ਆਪ ਨੂੰ ਨਹੀਂ ਦੇਣਗੇ ਲਾੜ ਦੀ ਸ਼ਕਤੀ ਤੋਂ। ਇੱਕ ਕੋਇਲੇ ਨੂੰ ਗਰਮ ਕਰਨ ਲਈ ਨਹੀਂ ਹੋਵੇਗਾ, ਨਾ ਹੀ ਕਿ ਅੱਗ ਚੱਲਦੀ ਹੈ ਤਾਂ ਉਸਦੇ ਅੱਗੇ ਬੈਠਣ ਦੇ ਲਈ। ਕੋਈ ਵੀ ਪਰਮੇਸ਼ਵਰ ਦੀ ਅੱਗ ਤੋਂ ਬਚ ਨਹੀਂ ਸਕੇਗਾ। ਪਰ ਜਦੋਂ ਹਰ ਬੁਰਾਈ ਨੂੰ ਸਾੜ ਦਿੱਤਾ ਜਾਂਦਾ ਹੈ ਅਤੇ ਇਹ ਅੱਗ ਫਿਰ ਬਾਹਰ ਚਲੀ ਜਾਂਦੀ ਹੈ ਅਤੇ ਕੋਇਲੇ ਨੂੰ ਵੀ ਚਮਕਣ ਲਈ ਨਹੀਂ ਛੱਡਿਆ ਜਾਵੇਗਾ। ਇਹ ਰੱਬ ਦੀ ਦਇਆ ਹੈ ਕਿ ਅੱਗ ਬਾਹਰ ਚਲੀ ਜਾਂਦੀ ਹੈ। ਹੁਣ ਅਸੀਂ ਦੇਖਾਂਗੇ ਮਲਾਕੀ ਉਸਦੀ 4:3 ਦੇ ਵਿੱਚ ਕੀ ਲਿਖਿਆ ਗਿਆ ਹੈ। ਤੂੰ ਦੁਸ਼ਟਾਂ ਨੂੰ ਮਾਰ ਦੇਵੇਂਗਾ, ਕਿਉਂਕਿ ਉਹ ਤੁਹਾਡੇ ਪੈਰਾਂ ਦੀ ਤਲੀਆਂ ਹੇਠਾਂ ਸੁਆਹ ਹੋ ਜਾਣਗੀਆਂ। ਜਿਸ ਦਿਨ ਮੈਂ ਇਹ ਕਰਦਾ ਹਾਂ ਉਸ ਦਿਨ ਮੇਜ਼ਬਾਨ ਪ੍ਰਭੂ ਕਹਿੰਦਾ ਹੈ। ਦੋਸਤੋ, ਮੈਂ ਇੱਥੇ ਰੁਕਣਾ ਚਾਹੁੰਦੀ ਹਾਂ। ਯਾਦ ਰੱਖੋ, ਤੁਸੀਂ ਇਸ ਸਭ ਤੋਂ ਬਚ ਸਕਦੇ ਹੋ ਕਿਉਂਕਿ ਤੁਹਾਡੇ ਕੋਲ ਅੱਜ ਵੀ ਪਰਮੇਸ਼ਵਰ ਦੇ ਤਰੀਕੇ ਨੂੰ ਚੋਣ ਕਰਨ ਦਾ ਸਮਾਂ ਹੈ ਅਤੇ ਸ਼ਹਿਰ ਦੇ ਗੇਟਾਂ ਦੇ ਅੰਦਰ ਰਹੋ। ਤੁਸੀਂ ਨਰਕ ਦੇ ਵਿੱਚ ਨਾ ਮਰੋ। ਤੁਹਾਡੇ ਕੋਲ ਸਦੀਵੀ ਸਵਰਗ ਕਰਨ ਦੀ ਚੋਣ ਹੈ ਔਰ ਇਸ ਨੂੰ ਹੀ ਲਓ। ਬਾਦਸ਼ਾਹ ਦਾਊਦ ਭਜਨ ਸੰਹਿਤਾ ਵਿੱਚ ਕਹਿੰਦਾ ਹੈ ਕਿ ਬਦਮਾਸ਼ ਲੱਭੇ ਜਾਣ ਤੇ ਵੀ ਲੱਭੇ ਨਹੀਂ ਜਾਵੇਂਗੇ, ਭਾਵੇਂ ਕੋਈ ਵੀ ਵਿਅਕਤੀ ਕਿੰਨੀ ਵੀ ਮਿਹਨਤ ਦੇ ਨਾਲ ਉਸਦੀ ਤਲਾਸ਼ ਕਰਨ। ਇਸ ਨੂੰ ਆਪਾਂ ਭਜਨ ਸੰਹਿਤਾ ਉਸਦੀ 37, 10 ਅਤੇ 20 ਆਇਤ ਦੇ ਵਿੱਚ ਦੇਖ ਸਕਦੇ ਹਾਂ, ਜਿਸ ਵਿੱਚ ਇਸ ਤਰ੍ਹਾਂ ਲਿਖਿਆ ਗਿਆ ਹੈ, ਅਜੇ ਕੁਝ ਸਮਾਂ ਅਤੇ ਬਦਮਾਸ਼ ਹੁਣ ਨਹੀਂ ਹੋਣਗੇ। ਸੱਚਮੁੱਚ ਤੁਸੀਂ ਉਸਦੀ ਥਾਂ ਨੂੰ ਧਿਆਨ ਨਾਲ ਦੇਖੋਗੇ, ਪਰ ਹੁਣ ਉਹ ਨਹੀਂ ਹੋਵੇਗਾ। ਉਸਦੀ ਵੀ ਪਰ ਦੁਸ਼ਟ ਨਾਸ਼ ਕਰ ਦਿੱਤੇ ਜਾਣਗੇ ਅਤੇ ਪ੍ਰਭੂ ਦੇ ਦੁਸ਼ਮਣ, ਜਿਵੇਂ ਕਿ ਹਰਿਆਲੀ ਅਤੇ ਚਾਰਾਗਾਹ ਦੀ ਸੁੰਦਰਤਾ ਅਲੋਪ ਹੋ ਜਾਵੇਗੀ, ਧੂਏ ਵਿੱਚ ਹੀ ਉਹ ਅਲੋਪ ਹੋ ਜਾਣਗੇ। ਇਸ ਲਈ ਦੁਸ਼ਟ ਸਾਨੂੰ ਨਹੀਂ ਮਿਲਣਗੇ, ਕਿਉਂਕਿ ਉਹ ਅੱਗ ਦੀ ਲਪਟਾਂ ਦੇ ਵਿੱਚ ਉਸ ਉੜਦੇ ਹੋਏ ਧੂਏ ਦੇ ਵਿੱਚ ਫੈਲ ਗਏ ਹਨ। ਅਸੀਂ ਸਾਫ਼ ਤੌਰ ਤੇ ਦੇਖ ਸਕਦੇ ਹਾਂ ਕਿ ਮਨੁੱਖ ਨੇ ਇੱਕ ਮਨ ਘੜਤ ਆਪਣਾ ਇੱਕ ਵਿਸ਼ਵਾਸ ਬਣਾਇਆ ਹੈ ਕਿ ਨਰਕ ਵਿੱਚ ਤੇ ਰਹਿਮ ਦੇ ਲਈ ਚੀਕਾਂ ਮਾਰ ਰਹੇ ਬਾਦਸ਼ਾਹ ਬਦਮਾਸ਼ਾਂ ਨੂੰ ਚਿਤਰਨ ਕੀਤਾ ਗਿਆ ਹੈ ਕਿ ਬਾਦਸ਼ਾਹ ਸਾਡਾ ਰਾਜਾ ਉਹਨਾਂ ਨੂੰ ਸੁਣ ਰਿਹਾ ਹੈ, ਇਹ ਜੋ ਕਿ ਝੂਠ ਹੈ। ਸ਼ਾਸਤਰ ਕਹਿੰਦਾ ਹੈ ਕਿ ਉਹ ਸੁਆਹ ਵੱਲ ਮੁੜ ਗਏ ਹਨ। ਉਹ ਧੂਏ ਦੀ ਇੱਕ ਚਪਟੀ ਵਿੱਚ ਹਮੇਸ਼ਾ ਲਈ ਅਲੋਪ ਹੋ ਜਾਂਦੇ ਹਨ ਅਤੇ ਫਿਰ ਇਹ ਸਭ ਕੁਝ ਹਮੇਸ਼ਾ ਲਈ ਖਤਮ ਹੋ ਜਾਂਦਾ ਹੈ ਜਦੋਂ ਸ਼ੈਤਾਨ ਨੂੰ ਰੱਖਿਆ ਜਾਂਦਾ ਹੈ ਉਸ ਅੱਗ ਦੇ ਵਿੱਚ, ਜਿਸ ਦਾ ਖੁਲਾਸਾ ਪ੍ਰਕਾਸ਼ਨ 20:10 ਦੇ ਵਿੱਚ ਕੀਤਾ ਗਿਆ ਹੈ। ਸ਼ੈਤਾਨ ਜਿਸ ਨੇ ਇਹਨਾਂ ਨੂੰ ਧੋਖਾ ਦਿੱਤਾ ਸੀ, ਅੱਗ ਅਤੇ ਬ੍ਰਿਮਸਟੋਨ ਦੀ ਝੀਲ ਵਿੱਚ ਸੁੱਟ ਦਿੱਤਾ ਗਿਆ ਸੀ। ਜਾਨਵਰ ਅਤੇ ਝੂਠੇ ਪੈਗੰਬਰ ਕਿੱਥੇ ਹਨ? ਸ਼ੈਤਾਨ ਨਾਲ ਅਸਲ ਵਿੱਚ ਕੀ ਹੁੰਦਾ ਹੈ? ਹਿਜਕੇਲ ਉਸਦੀ 28, 18 ਦੀ 19 ਸਾਨੂੰ ਦੱਸਦਾ ਹੈ, ਤੁਹਾਡੀਆਂ ਬਹੁਗਿਣਤੀਆਂ ਦੁਆਰਾ ਪਾਪ, ਤੁਹਾਡੇ ਵਪਾਰ ਦੀ ਅਸਮਾਨਤਾ ਨਾਲ ਤੁਹਾਡੇ ਸੌਦੇ, ਇਸ ਲਈ ਮੈਂ ਤੇਰੇ ਵਿਚਕਾਰੋਂ ਇਸ ਨੂੰ ਤੈਨੂੰ ਨਿਗਲਣ ਦੇ ਲਈ ਅੱਗ ਲੈ ਕੇ ਆਇਆ ਹਾਂ। ਇਹ ਅੱਗ ਇਸ ਲਈ ਲਿਆਂਦੀ ਗਈ ਹੈ ਤਾਂ ਜੋ ਤੈਨੂੰ ਨਿਗਲ ਲਵੇਗੀ ਔਰ ਤੈਨੂੰ ਇਸ ਧਰਤੀ ਤੇ ਸਵਾਹ ਵਾਂਗ ਕਰ ਦੇਵੇਗੀ। ਜੋ ਲੋਕ ਤੈਨੂੰ ਜਾਣਦੇ ਹੋਣਗੇ ਉਹ ਤੁਹਾਡੇ ਨਾਲ ਹੈਰਾਨ ਹੋਣਗੇ ਤੇ ਤੂੰ ਇੱਕ ਭਿਆਨਕ ਬਣ ਜਾਵੇਂਗਾ ਅਤੇ ਹਮੇਸ਼ਾ ਲਈ ਨਹੀਂ ਰਹੇਗਾ। ਪਾਪ ਦੀ ਦਿਹਾੜੀ ਸਥਾਈ ਮੌਤ ਹੈ, ਸਦੀਵੀ ਤਸੀਹੇ ਨਹੀਂ, ਜਿਵੇਂ ਕਿ ਸ਼ੈਤਾਨ ਸਾਨੂੰ ਵਿਸ਼ਵਾਸ ਕਰਨ ਦੇ ਲਈ ਕਹਿੰਦਾ ਹੈ। ਤੁਸੀਂ ਦੇਖਦੇ ਹੋ, ਸ਼ੈਤਾਨ ਪਰਮੇਸ਼ਵਰ ਦੇ ਚਰਿੱਤਰ ਨੂੰ ਬਦਨਾਮ ਕਰਨਾ ਚਾਹੁੰਦਾ ਹੈ ਅਤੇ ਸਾਨੂੰ ਪਰਮੇਸ਼ਵਰ ਤੋਂ ਦੂਰ ਰੱਖਣ ਦੇ ਲਈ ਸਾਡੇ ਮਨ ਦੇ ਵਿੱਚ ਉਸਦੇ ਪ੍ਰਤੀ ਡਰ ਪੈਦਾ ਕਰਨਾ ਚਾਹੁੰਦਾ ਹੈ। ਇਸ ਕਰਕੇ ਤਾਂ ਜੋ ਉਹ ਆਪਣੇ ਝੂਠ ਦਾ ਪ੍ਰਚਾਰ ਕਰਦਾ ਰਵੇ, ਜਿਵੇਂ ਕਿ ਅਸੀਂ ਦੇਖਦੇ ਹਾਂ 1400 ਈਸਵੀ ਦੇ ਵਿੱਚ ਜਦੋਂ ਰੋਮਨ ਸਾਮਰਾਜ ਨੇ ਪੁਰਗਾਦੀ ਦੀ ਰੋਮਨ ਪੁਜਾਰੀ ਕਾਰਡ ਰੋਮਨ ਕੈਥੋਲਿਕ ਚਰਚ ਵਿੱਚ ਜਦੋਂ ਉਹਨਾਂ ਨੇ ਇਸ ਨੂੰ ਗੋਦ ਲਿਆ ਸੀ ਤਾਂ ਜੋ ਉਹ ਅੰਧ ਵਿਸ਼ਵਾਸੀਆਂ ਨੂੰ ਡਰਾ ਸਕਣ। ਇਸੇ ਤਰ੍ਹਾਂ ਤਸੀਹੇ ਦੇਣ ਵਾਲੀ ਥਾਂ ਦੀ ਹੋਂਦ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। ਮਰ ਰਹੀਆਂ ਆਤਮਾਵਾਂ ਕਿਸੇ ਨਾ ਕਿਸੇ ਤਰ੍ਹਾਂ ਇੱਥੇ ਹੀ ਲਟਕ ਰਹੀਆਂ ਹਨ ਤਾਂ ਜੋ ਉਹਨਾਂ ਦੇ ਪਾਪਾਂ ਲਈ ਤਸੀਹੇ ਚੱਲਣੇ ਪੈਣ। ਜਦੋਂ ਅਸ਼ੁੱਧਤਾ ਤੋਂ ਮੁਕਤ ਕੀਤਾ ਜਾਂਦਾ ਹੈ, ਫਿਰ ਤਦ ਹੀ ਉਹਨਾਂ ਨੂੰ ਸਵਰਗ ਵਿੱਚ ਦਾਖਲ ਕੀਤਾ ਜਾਂਦਾ ਹੈ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਪੈਸੇ ਦਾ ਭੁਗਤਾਨ ਰੋਮਨ ਕੈਥੋਲਿਕ ਚਰਚ ਪ੍ਰਣਾਲੀ ਤੱਕ ਇਹਨਾਂ ਨੂੰ ਇਹਨਾਂ ਦੇ ਪਾਪਾਂ ਤੋਂ ਛੁਟਕਾਰਾ ਦੇ ਸਕਦਾ ਹੈ। ਜੋਨਾਥਨ ਐਡਵਰਡਜ਼ ਦੀ ਇੱਕ ਪ੍ਰਸਿੱਧ ਕਿਤਾਬ ਦਾ ਸਿਰਲੇਖ ਹੈ, ਇੱਕ ਗੁੱਸੇ ਵਾਲੇ ਪਰਮੇਸ਼ਵਰ ਦੇ ਹੱਥ ਵਿੱਚ ਪਾਪੀ ਪਰਮੇਸ਼ਵਰ ਨੂੰ ਕਠਪੁਤਲੀ ਮਾਲਕ ਸਮਝਦਾ ਹੈ, ਜਿਸ ਦੀ ਮਾਨਵਤਾ ਲਈ ਇੱਕ ਸ਼ਾਨਦਾਰ ਯੋਜਨਾ ਹੈ।
ਉਹ ਕਿਸੇ ਵੀ ਪਲ ਵਿਸ਼ਵਾਸ ਕਰਦਾ ਹੈ ਔਰ ਕਿਸੇ ਵੀ ਪਲ ਉਹਨਾਂ ਦੇ ਉੱਪਰ ਆਪਣਾ ਕ੍ਰੋਧੀ ਰੱਬ ਬਣ ਕੇ ਉਹ ਸਾਨੂੰ ਤਬਾਹ ਕਰ ਸਕਦਾ ਹੈ। ਉਹ ਭਿਆਨਕ ਵੇਰਵੇ ਪ੍ਰਦਾਨ ਕਰਦਾ ਹੈ ਜਿਸ ਨੂੰ ਨਰਕ ਦੇ ਅੱਗ ਦੇ ਟੋਏ ਉੱਤੇ ਪਾਪੀ ਨੂੰ ਫੜਿਆ ਹੋਵੇ। ਉਹ ਇਸ ਤਰ੍ਹਾਂ ਕਰਦਾ ਹੈ ਜਿਵੇਂ ਉਹ ਕਿਸੇ ਵੀ ਪਲ ਉਹ ਪਾਪੀਆਂ ਨੂੰ ਅੱਗ ਦੀ ਲਪਟਾਂ ਦੇ ਵਿੱਚ ਡਿਗਾ ਸਕਦਾ ਹੈ। ਉਹ ਕਹਿੰਦਾ ਹੈ ਪਰਮੇਸ਼ਵਰ ਤੁਹਾਨੂੰ ਨਰਕ ਦੀ ਖੱਡ ਉੱਤੇ ਰੱਖਦਾ ਹੈ ਜਿਵੇਂ ਅੱਗ ਤੇ ਕੋਈ ਨਾ ਕੋਈ ਕੀੜਾ ਹੋਵੇ। ਉਹ ਤੁਹਾਨੂੰ ਨਫ਼ਰਤ ਕਰਦਾ ਹੈ। ਉਸਦਾ ਮਨੁੱਖ ਨਿਰਮਿਤ ਸੰਕਲਪ 1741 ਵਿੱਚ ਪ੍ਰਸਿੱਧ ਹੋਇਆ। ਕਨੈਕਟੀਕਟ ਵਿੱਚ ਪਾਸਟਰਿੰਗ ਕਰਦੇ ਸਮੇਂ ਉਸਦੀ ਵਿਚਾਰਧਾਰਾ ਦੀ ਵਰਤੋਂ ਅੱਜ ਵੀ ਧਾਰਮਿਕ ਅਕਾਦਮਿਕ ਅਧਿਐਨਾਂ ਵਿੱਚ ਕੀਤੀ ਜਾਂਦੀ ਹੈ। ਇਹ ਸ਼ੈਤਾਨ ਦਾ ਸਿਧਾਂਤ ਹੈ ਜੋ ਕਾਲੇ ਯੁੱਗ ਦੇ ਪਿੱਛੇ ਲੱਭਿਆ ਗਿਆ ਹੈ, ਜਿੱਥੇ ਪੁਜਾਰੀ ਵਿਸ਼ਵਾਸਾਂ ਨੂੰ ਚਰਚ ਵਿੱਚ ਦਾਖਲ ਹੋਣ ਦਾ ਰਾਹ ਦਿਖਾਉਂਦੇ ਹਨ। ਇਹ ਉਹਨਾਂ ਲਈ ਬਹੁਤ ਹੀ ਫਾਇਦੇਮੰਦ ਹੋ ਗਿਆ ਹੈ ਕਿਉਂਕਿ ਉਹਨਾਂ ਨੂੰ ਪਤਾ ਲੱਗਾ ਹੈ ਕਿ ਡਰ ਇੱਕ ਸ਼ਕਤੀਸ਼ਾਲੀ ਤੰਤਰ ਹੈ। ਤੁਸੀਂ ਡਰ ਦੁਆਰਾ ਪੇਸ਼ਕਸ਼ਾਂ ਨੂੰ ਪ੍ਰੇਰਿਤ ਕਰ ਸਕਦੇ ਹੋ ਅਤੇ ਵਧਾ ਵੀ ਸਕਦੇ ਹੋ। ਤੁਸੀਂ ਡਰ ਦੁਆਰਾ ਪੇਸ਼ਕਸ਼ਾਂ ਨੂੰ ਪ੍ਰੇਰਿਤ ਕਰ ਸਕਦੇ ਹੋ ਅਤੇ ਵਧਾ ਸਕਦੇ ਹੋ ਜਿਸ ਵਿੱਚ ਭੋਗ ਦੇ ਝੂਠੇ ਸਿਧਾਂਤ ਹਨ। ਬਹੁਤ ਸਾਰੇ ਚਰਚ ਆਪਣੇ ਪਿਓੜਿਆਂ ਨੂੰ ਡਰ ਨਾਲ ਭਰ ਕੇ ਰੱਖਦੇ ਹਨ। ਦੋਸਤੋ, ਜਿਵੇਂ ਅਸੀਂ ਆਪਣੀ ਬਾਈਬਲ ਪੜ੍ਹਦੇ ਹਾਂ, ਅਸੀਂ ਦੇਖਦੇ ਹਾਂ ਕਿ ਸਵਰਗ ਵਿੱਚ ਰੱਬ ਇਸ ਤਰ੍ਹਾਂ ਨਹੀਂ ਹੈ। ਇਸ ਦੀ ਬਜਾਏ ਉਹ ਪਿਆਰ, ਦਇਆ, ਸ਼ਾਂਤੀ ਬਾਰੇ ਹੈ, ਡਰ ਬਾਰੇ ਨਹੀਂ। ਸ਼ੈਤਾਨ ਪਰਮੇਸ਼ਵਰ ਨੂੰ ਗਲਤ ਪੇਸ਼ ਕਰਦਾ ਹੈ। ਕਿੰਨੀ ਤਰਾਸਦੀ ਹੈ ਜਿਸ ਦਾ ਸਿਹਰਾ ਯਿਸੂ ਨੂੰ ਦਿੱਤਾ ਜਾਂਦਾ ਹੈ ਸਦੀਵੇ ਤਸੀਹੇ ਦੀ ਸਿੱਖਿਆ ਦੇ ਨਾਲ, ਜਦੋਂ ਉਸਨੇ ਕੁਝ ਵੱਖਰਾ ਸਿਖਾਇਆ। ਕੀ ਤੁਸੀਂ ਆਪਣੇ ਬੱਚੇ ਨੂੰ ਸੜਦੇ ਹੋਏ ਦੇਖਣ ਲਈ ਖੜੇ ਹੋ ਸਕਦੇ ਹੋ? ਭਿਆਨਕ ਅਪਰਾਧ ਲਈ, ਭਾਵੇਂ ਉਹ 1 ਘੰਟੇ ਲਈ ਹੀ ਹੋਵੇ। ਜੇ ਤੁਹਾਡਾ ਬੱਚਾ ਅਵਗਿਆ ਕਰਦਾ ਹੈ, ਤੁਸੀਂ ਉਹਨਾਂ ਨੂੰ ਬਿਨਾਂ ਰੁਕੇ ਇਹਨਾਂ ਨੂੰ ਸੰਪੰਨ ਕਰਨ ਦਾ ਸੁਪਨਾ ਨਹੀਂ ਦੇਖੋਗੇ। 1 ਸਾਲ, 1 ਮਹੀਨਾ, ਹਫ਼ਤਾ ਜਾਂ ਇੱਥੋਂ ਤੱਕ ਕਿ 1 ਘੰਟਾ ਵੀ। ਫਿਰ ਵੀ ਮਨੁੱਖ ਸਾਡੇ ਪਿਆਰੇ ਰੱਬ ਨੂੰ ਪਿਤਾ ਦਾ ਦੋਸ਼ ਲਗਾਉਂਦੇ ਹਨ, ਉਸਦੇ ਨਾਫਰਜ਼ੀ ਬੱਚਿਆਂ ਨੂੰ ਸਾੜਦੇ ਹੋਏ। ਸਦੀਵੀ ਤਸੀਹੇ ਬਾਈਬਲ ਦਾ ਸਿਧਾਂਤ ਨਹੀਂ ਹੈ, ਸਗੋਂ ਝੂਠ ਹੈ। ਮੈਂ ਇੱਕ ਅਜਿਹੇ ਆਦਮੀ ਦਾ ਹਵਾਲਾ ਦੇਵਾਂ ਜੋ ਕਿ ਪਰੇਸ਼ਾਨ ਕਰਨ ਵਾਲਾ ਵਿਚਾਰ ਸਿਖਾਉਂਦਾ ਹੈ ਕਿ ਦੁਸ਼ਟਾਂ ਨੂੰ ਨਾ ਰੋਕ ਕੇ ਸਾੜਨਾ ਕਿਸੇ ਤਰ੍ਹਾਂ ਸੰਤਾਂ ਨੂੰ ਖੁਸ਼ੀ ਮਿਲੇਗੀ। ਸਾਰੇ ਸਦੀਵੀ ਡਾਕਟਰ ਸੈਮੂਅਲ ਹੌਪਕਿੰਸ ਨੇ ਇਹ ਲੇਖਨ ਕੀਤਾ, ਨਰਤਸੀਆਂ ਦਾ ਨਜ਼ਾਰਾ। ਸੰਤਾਂ ਦੀ ਖੁਸ਼ੀ ਸਦਾ ਲਈ ਰਹੇਗੀ ਜਦੋਂ ਉਹ ਦੂਜਿਆਂ ਨੂੰ ਦੇਖਦੇ ਹਨ ਜੋ ਇੱਕੋ ਕਿਸਮ ਦੇ ਹਨ ਅਤੇ ਇੱਕੋ ਹਾਲਾਤ ਵਿੱਚ ਪੈਦਾ ਹੋਏ, ਇਸ ਤਰ੍ਹਾਂ ਦੇ ਦੁੱਖ ਵਿੱਚ ਉਹ ਡੁੱਬ ਗਏ। ਇਸ ਨਾਲ ਉਹਨਾਂ ਨੂੰ ਇਸ ਗੱਲ ਦੀ ਸਮਝ ਆ ਜਾਵੇਗੀ ਕਿ ਉਹ ਕਿੰਨੇ ਖੁਸ਼ ਹਨ। ਹੈ ਕੀ ਸੱਚੀ? ਇਸ ਨਾਲ ਮੈਨੂੰ ਖੁਸ਼ ਨਹੀਂ ਕੀਤਾ ਜਾ ਸਕਦਾ। ਪਰਮੇਸ਼ਵਰ ਦੇ ਵਚਨ ਵਿੱਚ ਅਜਿਹੀਆਂ ਸਿੱਖਿਆਵਾਂ ਕਿੱਥੇ ਮਿਲਦੀਆਂ ਹਨ ਕਿ ਸਵਰਗ ਵਿੱਚ ਮੁੜ-ਮੁੜ ਕੇ ਤਰਸ ਅਤੇ ਤਰਸ ਦੀਆਂ ਭਾਵਨਾਵਾਂ ਗੁਆ ਬੈਠੇ, ਜਾਂ ਸਾਂਝੀ ਮਾਨਵਤਾ ਦੀਆਂ ਭਾਵਨਾਵਾਂ ਵੀ? ਕੀ ਪਰਮੇਸ਼ਵਰ ਨੂੰ ਤਸੀਹੇ ਦੇਣ ਵਿੱਚ ਖੁਸ਼ੀ ਹੁੰਦੀ ਹੈ? ਬਿਲਕੁਲ ਨਹੀਂ। ਹਿਜਕੇਲ 33:11 ਵਿੱਚ ਲਿਖਿਆ ਹੈ, ਜਿਉਂ-ਜਿਉਂ ਮੈਂ ਰਹਿੰਦਾ ਹਾਂ, ਪ੍ਰਭੂ ਕਹਿੰਦਾ ਹੈ, ਮੈਨੂੰ ਦੁਸ਼ਟਾਂ ਦੀ ਮੌਤ ਦਾ ਕੋਈ ਆਨੰਦ ਨਹੀਂ ਹੈ, ਪਰ ਇਹ ਦੁਸ਼ਟ ਉਸਦੇ ਰਾਹ ਤੋਂ ਮੁੜ ਕੇ ਜਿਉਂਦੇ ਹਨ। ਪਰਮੇਸ਼ਵਰ ਕਹਿੰਦਾ ਹੈ, ਮੁੜੋ, ਆਪਣੇ ਬੁਰੇ ਤਰੀਕਿਆਂ ਤੋਂ ਮੁੜੋ। ਕਿਉਂ ਮਰਨਾ ਚਾਹੀਦਾ ਹੈ ਇਜ਼ਰਾਈਲ ਦਾ ਘਰ? ਇਹ ਸਿਧਾਂਤ ਕਿ ਦੁਸ਼ਟ ਮਰ ਗਏ, ਤਸੀਹਾਂ ਦੀਆਂ ਲਾਟਾਂ ਵਿੱਚ ਹਮੇਸ਼ਾ ਲਈ ਤਸੀਹੇ ਦਿੱਤੇ ਜਾਂਦੇ ਹਨ, ਇਹ ਪਰਮੇਸ਼ਵਰ ਦੇ ਚਰਿੱਤਰ ਦੇ ਉਲਟ ਹੈ। ਜਿਨ੍ਹਾਂ ਨੇ ਤੁਹਾਡੇ ਅਤੇ ਮੇਰੇ ਲਈ ਬੇਅੰਤ ਪਿਆਰ ਦਾ ਪ੍ਰਦਰਸ਼ਨ ਕੀਤਾ ਉਸਦੇ ਪੁੱਤਰ ਯਿਸੂ ਦੀ ਕੁਰਬਾਨੀ ਦੇ ਨਾਲ। ਦੁੱਖ ਦੀ ਗੱਲ ਇਹ ਹੈ ਕਿ ਬਹੁਤ ਸਾਰੇ ਲੋਕਾਂ ਨੇ ਇਹਨਾਂ ਧਾਰਨਾਵਾਂ ਨੂੰ ਗਲਤ ਸਮਝਿਆ ਹੈ ਅਤੇ ਇਹਨਾਂ ਝੂਠਾਂ ਦੇ ਨਤੀਜੇ ਵਜੋਂ ਪਰਮੇਸ਼ਵਰ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਇਹ ਸ਼ੈਤਾਨ ਦੀ ਯੋਜਨਾ ਹੈ। ਸਾਨੂੰ ਮੂਰਖ ਨਹੀਂ ਬਣਨਾ ਚਾਹੀਦਾ ਜਾਂ ਆਪਣੇ ਆਪ ਨੂੰ ਮੂਰਖ ਨਹੀਂ ਬਣਾਉਣਾ ਚਾਹੀਦਾ। ਪਰਮੇਸ਼ਵਰ ਨੇ ਆਪਣੇ ਵਚਨ ਵਿੱਚ ਨਿਰਣਾਇਕ ਸਬੂਤ ਦਿੱਤੇ ਹਨ ਕਿ ਉਹ ਉਹਨਾਂ ਲੋਕਾਂ ਨੂੰ ਸਜ਼ਾ ਦੇਵੇਗਾ ਜੋ ਉਹਨਾਂ ਨੂੰ ਕਾਨੂੰਨਾਂ ਨੂੰ ਤੋੜਦੇ ਹਨ। ਉਹ ਲੋਕ ਜੋ ਆਪਣੇ ਆਪ ਨੂੰ ਖੁਸ਼ ਕਰਦੇ ਹਨ ਕਿ ਪਰਮੇਸ਼ਵਰ ਇਹਨਾਂ ਦਇਆਵਾਨ ਹੈ ਕਿ ਪਾਪੀ ਨੂੰ ਨਿਆਂ ਨਹੀਂ ਦੇ ਸਕਦਾ, ਸਿਰਫ ਕੈਲਵਰੀ ਦੇ ਕ੍ਰਾਸ ਵੱਲ ਹੀ ਵੇਖਣਾ ਹੈ। ਨਿਰਦੋਸ਼ ਯਿਸੂ ਦੀ ਮੌਤ ਦੀ ਗਵਾਹੀ ਦਿੰਦੇ ਹਨ ਕਿ ਪਾਪ ਦੀ ਦਿਹਾੜੀ ਮੌਤ ਹੈ, ਕਿ ਪਰਮੇਸ਼ਵਰ ਦੇ ਕਾਨੂੰਨ ਦੀ ਹਰ ਉਲੰਘਣਾ ਨੂੰ ਭੁਗਤਾਨ ਕਰਨਾ ਚਾਹੀਦਾ ਹੈ। ਮਸੀਹ ਪਾਪ ਮਨੁੱਖ ਲਈ ਪਾਪ ਬਣ ਗਿਆ। ਕਿਸੇ ਹੋਰ ਤਰੀਕੇ ਨਾਲ ਮਨੁੱਖ ਨੂੰ ਪਾਪ ਦੀ ਸਜ਼ਾ ਤੋਂ ਮੁਕਤ ਨਹੀਂ ਕੀਤਾ ਜਾ ਸਕਦਾ ਸੀ। ਪਰਮੇਸ਼ਵਰ ਦੀ ਤੁਹਾਡੇ ਅਤੇ ਮੇਰੇ ਲਈ ਇੱਛਾ ਇਹ ਹੈ ਕਿ ਅਸੀਂ ਸਦੀਵੀ ਤੌਰ ਤੇ ਬਚ ਗਏ ਹਾਂ, ਪਰ ਇਹ ਪੂਰੀ ਤਰ੍ਹਾਂ ਸਾਡੀ ਚੋਣ ਹੈ ਕਿ ਅਸੀਂ ਕੀ ਕਰਨਾ ਚਾਹੁੰਦੇ ਹਾਂ। ਪ੍ਰਭੂ ਕਿਸੇ ਵੀ ਤਰ੍ਹਾਂ ਦੋਸ਼ਾਂ ਨੂੰ ਸਾਫ਼ ਨਹੀਂ ਕਰੇਗਾ ਜਦ ਤੱਕ ਅਸੀਂ ਖੁਦ ਚੋਣ ਨਹੀਂ ਕਰਾਂਗੇ, ਕਿਉਂਕਿ ਪਰਮੇਸ਼ਵਰ ਪਿਆਰ ਕਰ ਰਿਹਾ ਹੈ। ਨਿਆਂ ਜ਼ਰੂਰੀ ਹੈ। ਪਰਮੇਸ਼ਵਰ ਦਾ ਨਿਆਂ ਸੁਤੰਤਰ ਇੱਛਾ ਤੇ ਆਧਾਰਿਤ ਹੈ। ਲੋਕ ਪੂਰੀ ਤਰ੍ਹਾਂ ਇਸ ਖਬਰ ਬਾਰੇ ਜਾਗਰੂਕ ਹੋਣੇ ਚਾਹੀਦੇ ਹਨ ਕਿ ਕਿਸੇ ਵਿਅਕਤੀ ਉੱਤੇ ਜੀਵਨ ਸ਼ੈਲੀ ਥੋਪਣਾ ਗੈਰ ਵਾਜਬ ਹੋਵੇਗਾ। ਉਸਦੇ ਉਲਟ
ਜਿਸ ਨੂੰ ਉਸਨੇ ਚੁਣਿਆ ਹੈ। ਪਰਮੇਸ਼ਰ ਸਾਨੂੰ ਇੰਨਾ ਪਿਆਰ ਕਰਦਾ ਹੈ ਕਿ ਸਾਨੂੰ ਆਜ਼ਾਦੀ ਦੀ ਉਸਨੇ ਇਜਾਜ਼ਤ ਦਿੱਤੀ ਹੈ ਉਸ ਜੀਵਨ ਸ਼ੈਲੀ ਦੀ ਚੋਣ ਕਰਨ ਲਈ ਜੋ ਅਸੀਂ ਪਸੰਦ ਕਰਦੇ ਹਾਂ। ਪਰਮੇਸ਼ਰ ਦਾ ਨਿਆਂ ਸਿਰਫ ਇੰਨਾ ਜ਼ੋਰ ਦਿੰਦਾ ਹੈ ਕਿ ਅਸੀਂ ਉਹੀ ਪ੍ਰਾਪਤ ਕਰੀਏ ਜੋ ਅਸੀਂ ਚੁਣਿਆ ਹੈ ਉਸਦੇ ਨਤੀਜਿਆਂ ਬਾਰੇ ਸੋਚ ਕੇ। ਜੇ ਅਸੀਂ ਪਾਪ ਚੁਣਨੇ ਹਾਂ ਤਾਂ ਅਸੀਂ ਮੌਤ ਦੀ ਚੋਣ ਕਰਦੇ ਹਾਂ ਅਤੇ ਰੱਬ ਚੀਕਦਾ ਹੈ, ਮੈਂ ਤੈਨੂੰ ਕਿਵੇਂ ਛੱਡ ਸਕਦਾ ਹਾਂ? ਮੈਂ ਜੋ ਕੁਝ ਕੀਤਾ ਉਸ ਤੋਂ ਵੱਧ ਮੈਂ ਹੋਰ ਕੀ ਕਰ ਸਕਦਾ ਸੀ? ਇਹ ਸਵਰਗ ਦਾ ਸਭ ਤੋਂ ਭਿਆਨਕ ਪਲ ਹੋਵੇਗਾ ਜਦੋਂ ਪਰਮੇਸ਼ਰ ਦੇ ਅਵਗਿਆ ਕਰਨ ਵਾਲੇ ਬੱਚਿਆਂ ਨੂੰ ਨਸ਼ਟ ਕੀਤਾ ਜਾਵੇਗਾ ਕਿਉਂਕਿ ਉਹਨਾਂ ਨੇ ਉਸ ਦੇ ਪਿਆਰ ਤੋਂ ਇਨਕਾਰ ਕਰ ਦਿੱਤਾ ਸੀ। ਜਿਹੜੇ ਲੋਕਾਂ ਨੇ ਇਸ ਧਰਤੀ ਤੇ ਯੀਸ਼ੂ ਦਾ ਅਨੁਸਰਨ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਇਹ ਦੁੱਖ ਦੀ ਗੱਲ ਹੈ ਕਿ ਉਹ ਸਵਰਗ ਵਿੱਚ ਨਹੀਂ ਹੋਣਗੇ ਕਿਉਂਕਿ ਉਹ ਸਥਾਨ ਜਿੱਥੇ ਕੇਵਲ ਪਵਿੱਤਰਤਾ ਹੀ ਮੌਜੂਦ ਹੈ। ਪਰਮੇਸ਼ਰ ਹਰ ਵਿਅਕਤੀ ਨੂੰ ਸਵਰਗ ਵਿੱਚ ਦੇਖਣਾ ਚਾਹੁੰਦਾ ਹੈ। ਕਿਸੇ ਇੱਕ ਵਿਅਕਤੀ ਨੂੰ ਵੀ ਉਹ ਗੁੰਮ ਨਹੀਂ ਹੋਣ ਦੇਣਾ ਚਾਹੁੰਦਾ। ਕੋਈ ਵੀ ਅਜਿਹਾ ਵਿਅਕਤੀ ਨਹੀਂ ਹੈ ਜੋ क्षमा ਦੇ ਲਾਇਕ ਨਹੀਂ ਹੈ। ਸਵਰਗ ਤੁਹਾਡੇ ਲਈ ਖੁੱਲਾ ਹੈ ਦੋਸਤੋ। ਤੁਹਾਡੇ ਕੋਲ ਅੱਜ ਵੀ ਸਵਰਗ ਦੀ ਸਦੀਵੀ ਚੋਣ ਕਰਨ ਦਾ ਸਮਾਂ ਹੈ। ਚਾਹੇ ਤੁਸੀਂ ਆਪਣੇ ਅਤੀਤ ਵਿੱਚ ਜੋ ਕੀਤਾ ਹੋਵੇ, ਯੀਸ਼ੂ ਕੋਲ ਤੁਹਾਨੂੰ ਟਕਣ ਦੇ ਲਈ ਕਾਫੀ ਰਹਿਮ ਹੈ। ਬਸ ਉਸਦੇ ਪਿਆਰ ਨੂੰ ਸਮਰਪਣ ਕਰੋ। ਇਸ ਨਾਲ ਮੈਂ ਤੁਹਾਨੂੰ ਉਸ ਆਦਮੀ ਬਾਰੇ ਸੋਚਣ ਲਈ ਮਜਬੂਰ ਕਰਦੀ ਹਾਂ ਜਿਸ ਨੂੰ ਅਸੀਂ ਔਕਸ ਕਹਾਂਗੇ। ਇਹ AWR ਦੀ ਇੱਕ ਕਰਾਮਾਤੀ ਕਹਾਣੀ ਹੈ। ਪਾਸਟਰ ਬੋਰਜ਼ੋਨ ਸਾਡੇ AWR ਪ੍ਰਸਾਰਕਾਂ ਵਿੱਚੋਂ ਇੱਕ ਹੈ। ਹਾਲ ਹੀ ਵਿੱਚ ਉਸਨੂੰ ਇੱਕ ਫੋਨ ਕਾਲ ਪ੍ਰਾਪਤ ਹੋਈ। ਦੂਜੇ ਪਾਸੇ ਬਹੁਤ ਸ਼ਾਂਤ ਆਵਾਜ਼ ਸੀ। ਉਸਨੇ ਬੁੜਬੁੜਾਇਆ, ਮੇਰੇ ਕੋਲ ਸਿਰਫ 2 ਮਿੰਟ ਹਨ। ਕੀ ਇਹ ਉਹ ਪਾਦਰੀ ਹੈ ਜੋ ਆਸ ਤੇ ਆਡੀਓ ਸੰਦੇਸ਼ ਭੇਜਦਾ ਹੈ? ਪਾਦਰੀ ਨੇ ਜਵਾਬ ਦਿੱਤਾ, ਹਾਂ। ਠੀਕ ਹੈ, ਧਿਆਨ ਨਾਲ ਸੁਣੋ ਅਤੇ ਕੁਝ ਨਾ ਕਹੋ। ਆਦਮੀ ਪਾਦਰੀ ਨੂੰ ਦੱਸਣ ਲਈ ਅੱਗੇ ਵਧਿਆ ਕਿ ਉਹ ਕਮਾਂਡਰ ਸੀ ਇੱਕ ਚੰਗੀ ਤਰ੍ਹਾਂ ਸੰਗਠਿਤ ਸਰਕਾਰ ਵਿਰੋਧੀ ਤਾਕਤ ਵਿੱਚ ਜੋ ਕਈ ਸਾਲਾਂ ਤੋਂ ਅਰਾਜਕਤਾ ਅਤੇ ਦਹਿਸ਼ਤ ਪੈਦਾ ਕਰ ਰਿਹਾ ਸੀ। ਮੈਂ ਆਡੀਓ ਸੰਦੇਸ਼ ਸੁਣ ਰਿਹਾ ਹਾਂ ਅਤੇ ਮੇਰੇ ਕੋਲ ਕਈ ਸਵਾਲ ਹਨ। ਕੀ ਤੁਸੀਂ ਮੈਨੂੰ ਮਿਲਣ ਲਈ ਤਿਆਰ ਹੋ? ਮੈਂ ਨਿੱਜੀ ਤੌਰ ਤੇ ਤੁਹਾਡੀ ਸੁਰੱਖਿਆ ਦੀ ਗਾਰੰਟੀ ਦਿੰਦਾ ਹਾਂ, ਉਸਨੇ ਕਿਹਾ। ਪਾਸਟਰ ਬੋਰਜ਼ਨ ਹੈਰਾਨ ਰਹਿ ਗਏ। ਉਸਨੇ ਬਹੁਤ ਜ਼ੋਰ ਨਾਲ ਨਿਗਾਇਆ ਤੇ ਕਿਹਾ ਅਤੇ ਇਸ ਜਰਨਲ ਨੂੰ ਮਿਲਣ ਲਈ ਉਹ ਸਹਿਮਤ ਹੋ ਗਿਆ। ਉਸਨੇ ਤੁਰੰਤ ਅਹਿਸਾਸ ਹੋਇਆ ਕਿ ਉਸ ਨੂੰ ਔਕਸ ਕਿਉਂ ਕਹਿੰਦੇ ਹਨ। ਉਹ ਇੱਕ ਆਦਮੀ ਦਾ ਬਲਦ ਸੀ। ਉਸਦਾ ਚਿਹਰਾ ਨਫ਼ਰਤ ਅਤੇ ਅਪਰਾਧ ਦੀ ਜ਼ਿੰਦਗੀ ਨਾਲ ਬਹੁਤ ਡੂੰਘਾ ਸੀ ਅਤੇ ਹੁਣ ਰਿਟਾਇਰਮੈਂਟ ਦੀ ਉਮਰ ਤੇ ਉਹ 17 ਸਾਲ ਦੀ ਉਮਰ ਤੋਂ ਹੀ ਇਸ ਸੰਸਥਾ ਵਿੱਚ ਸੀ ਅਤੇ ਕੁਝ ਨਕਸਲੀ ਵਾਦਾਂ ਦੇ ਬਾਅਦ ਇਹ ਪੁਸ਼ਟੀ ਕਰਨ ਲਈ ਕਿ ਉਹ ਸੱਚਮੁੱਚ ਪਾਸਟਰ ਬੋਰਜ਼ਨ ਸੀ, ਕਮਾਂਡਰ ਨੇ ਬੋਲਣਾ ਸ਼ੁਰੂ ਕਰ ਦਿੱਤਾ ਜਿਸ ਦੀ ਆਵਾਜ਼ ਸ਼ਾਂਤ ਹੋ ਗਈ ਸੀ। ਮੈਂ ਕਦੇ ਵੀ ਧਾਰਮਿਕ ਵਿਅਕਤੀ ਨਹੀਂ ਰਿਹਾ ਹਾਂ ਅਤੇ ਅਪਰਾਧ ਦੀ ਸਰਗਰਮ ਜ਼ਿੰਦਗੀ ਬਤੀਤ ਕੀਤੀ ਹੈ। ਮੇਰੇ ਜ਼ਿਆਦਾਤਰ ਬਾਲਗ ਜੀਵਨ ਲਈ ਮੈਂ ਰਾਤ ਨੂੰ ਜ਼ਿਆਦਾ ਸੌਣ ਦੇ ਅਯੋਗ ਰਿਹਾ ਹਾਂ। ਮੈਂ ਸਿਰਫ ਆਪਣੇ ਮਨ ਵਿੱਚ ਜੋ ਕੁਝ ਵੀ ਕੀਤਾ ਹੈ ਉਹ ਮੁੜ ਖੇਡਣਾ ਹੈ। ਮੈਂ ਚੰਗਾ ਇਨਸਾਨ ਨਹੀਂ ਹਾਂ। ਅਗਲੇ 2 ਘੰਟਿਆਂ ਲਈ ਇਸ ਸ਼ਕਤੀਸ਼ਾਲੀ ਵਿਅਕਤੀ ਨੇ ਆਪਣੇ ਅਪਰਾਧ ਤੋਂ ਬਾਅਦ ਸਾਰੇ ਜੁਰਮਾਂ ਨੂੰ ਕਬੂਲ ਕਰ ਲਿਆ। ਇਸ ਸਭ ਦੇ ਬਾਵਜੂਦ ਜਦੋਂ ਮੈਨੂੰ ਆਡੀਓ ਸੰਦੇਸ਼ ਪ੍ਰਾਪਤ ਹੋਣ ਲੱਗੇ, ਮੈਂ ਆਪਣੇ ਜੀਵਨ ਵਿੱਚ ਪਹਿਲੀ ਵਾਰ ਜਾਣਿਆ ਕਿ ਪਰਮੇਸ਼ਰ ਅਸਲੀ ਹੈ ਕਿਉਂਕਿ ਜਿਵੇਂ ਮੈਂ ਸੁਣਿਆ, ਮੈਨੂੰ ਸ਼ਾਂਤੀ ਅਤੇ ਪਰਮੇਸ਼ਰ ਦੀ ਮੌਜੂਦਗੀ ਦਾ ਇੱਕ ਅਜੀਬ ਜਿਹਾ ਅਹਿਸਾਸ ਹੋਇਆ। ਮੈਂ ਹੁਣ ਰਾਤ ਨੂੰ ਬਹੁਤ ਵਧੀਆ ਨੀਂਦ ਸੌਂਦਾ ਹਾਂ, ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਲਈ ਪ੍ਰਾਰਥਨਾ ਕਰੋ। ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਪਰਮੇਸ਼ਰ ਮੈਨੂੰ ਪੂਰੀ ਤਰ੍ਹਾਂ ਮਾਫ ਕਰ ਸਕਦਾ ਹੈ। ਪਾਸਟਰ ਬੋਰਜ਼ਨ ਨੇ ਉਸ ਨੂੰ ਕਿਹਾ, ਹਾਂ, ਤੁਸੀਂ ਬਹੁਤ ਭਿਆਨਕ ਕੰਮ ਕੀਤਾ ਹੈ, ਪਰ ਪਰਮੇਸ਼ਰ ਦੀ ਕਿਰਪਾ ਸਾਡੇ ਸਾਰੇ ਪਾਪਾਂ ਨਾਲੋਂ ਵੱਡੀ ਹੈ। ਜੇ ਤੁਸੀਂ ਉਸ ਨੂੰ ਪੁੱਛੋਗੇ ਤਾਂ ਉਹ ਤੁਹਾਨੂੰ ਮਾਫ ਕਰਨ ਦੇ ਯੋਗ ਹੈ ਤੇ ਉਹ ਤਿਆਰ ਹੈ। ਉਹ ਤੁਹਾਡੇ ਲਈ ਤੁਹਾਡੇ ਜਨਮ ਤੋਂ ਪਹਿਲਾਂ ਹੀ ਮਰ ਗਿਆ, ਇਸ ਤੋਂ ਪਹਿਲਾਂ ਕਿ ਤੁਸੀਂ ਆਪਣਾ ਪਹਿਲਾ ਅਪਰਾਧ ਕੀਤਾ ਹੋਵੇ। ਉਹਨਾਂ ਨੇ ਸਵੇਰ ਦੇ ਸਮੇਂ ਵਿੱਚ ਗੱਲ ਕੀਤੀ, ਜਿਵੇਂ ਕਿ ਆਮ ਪੁੱਛੇ ਗਏ ਸਵਾਲ ਅਤੇ ਪਰਮੇਸ਼ਰ ਦੇ ਵਚਨ ਤੋਂ ਜਵਾਬ ਪ੍ਰਾਪਤ ਕੀਤੇ। ਕੁਝ ਹਫ਼ਤੇ ਬੀਤ ਗਏ ਅਤੇ ਪਾਸਟਰ ਬੋਰਜ਼ਨ ਨੂੰ ਇੱਕ ਹੋਰ ਅਜੀਬ ਕਾਲ ਆਈ। ਕੀ ਤੁਹਾਨੂੰ ਉਸ ਬੰਦੇ ਨੂੰ ਯਾਦ ਹੈ ਜਿਸ ਨਾਲ ਤੁਸੀਂ ਗੱਲ ਕੀਤੀ ਸੀ? ਪਿਛਲੀ ਰਾਤ ਤੂੰ ਇੱਥੇ ਸੀ? ਅਤੇ ਪਾਸਟਰ ਬੋਰਜ਼ਨ ਬਚ ਗਿਆ ਸੀ। ਪਤਾ ਨਹੀਂ ਕੌਣ ਕਾਲ ਕਰ ਰਿਹਾ ਹੈ, ਪਰ ਉਸ ਆਦਮੀ ਨੇ ਅੱਗੇ ਕਿਹਾ, ਮੈਂ ਉਸ ਆਦਮੀ ਬਾਰੇ ਗੱਲ ਕਰ ਰਿਹਾ ਹਾਂ ਜਿਸ ਨੇ ਕਿਹਾ ਸੀ ਕਿ ਉਸਨੂੰ ਨਹੀਂ ਪਤਾ ਕਿ ਰੱਬ ਉਸਨੂੰ ਮਾਫ ਕਰ ਸਕਦਾ ਹੈ ਜਾਂ ਨਹੀਂ। ਠੀਕ ਹੈ, ਹੁਣ ਉਸਦਾ ਵਿਸ਼ਵਾਸ ਹੈ ਕਿ ਪਰਮੇਸ਼ਰ ਨੇ ਉਸਨੂੰ ਮਾਫ ਕਰ ਦਿੱਤਾ ਹੈ ਅਤੇ ਉਹ ਬਪਤਿਸਮਾ ਲੈਣਾ ਚਾਹੁੰਦਾ ਹੈ। ਹਾਲੇਲੂਇਆ। ਇਸ ਆਦਮੀ ਨੇ ਪਰਮੇਸ਼ਰ ਦਾ ਰਾਹ ਚੁਣਿਆ ਅਤੇ ਹਾਲ ਹੀ ਵਿੱਚ ਯਿਸੂ ਨੂੰ ਸਵੀਕਾਰ ਕੀਤਾ। ਬਪਤਿਸਮਾ ਵਿੱਚ ਉਸਦਾ ਨਿੱਜੀ ਮੁਕਤੀਦਾਤਾ ਸੀ। ਸਵਰਗ ਸਾਰਿਆਂ ਲਈ ਖੁੱਲਿਆ ਹੈ। ਬਲਦ ਵਾਂਗ ਹੀ ਸਾਡਾ ਜੀਵਨ ਦਾ ਰਿਕਾਰਡ ਸਾਫ਼ ਕੀਤਾ ਜਾ ਸਕਦਾ ਹੈ। ਬਸ ਸਾਨੂੰ ਪੁੱਛਣ ਦੀ ਪਰਮੇਸ਼ਰ ਤੋਂ ਲੋੜ ਹੈ। ਕੀ ਇਹ ਜਾਣਨਾ ਸ਼ਾਨਦਾਰ ਨਹੀਂ ਕਿ ਸਦੀਆਂ ਦੇ ਦੌਰਾਨ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਜਾਵੇਗਾ ਅਤੇ ਪਰਮੇਸ਼ਰ ਦੇ ਚਰਿੱਤਰ ਦੀ ਪੁਸ਼ਟੀ ਹੋ ਜਾਵੇਗੀ? ਹੋ ਸਕਦਾ ਹੈ ਉਹ ਲੋਕ ਹੁਣ ਜੋ ਤੁਸੀਂ ਸੋਚਿਆ ਸੀ ਉਹ ਸਵਰਗ ਦੇ ਵਿੱਚ ਨਹੀਂ ਹੋਣਗੇ। ਉਹਨਾਂ ਲੋਕਾਂ ਬਾਰੇ ਜਿਸ ਨੂੰ ਤੁਸੀਂ ਸੋਚਦੇ ਸੀ ਕਿ ਉਹ ਸਵਰਗ ਵਿੱਚ ਹੋਣਗੇ
ਅਤੇ ਉੱਥੇ ਉਹ ਕੁਝ ਲੋਕ ਹੋਣਗੇ ਜਿਨ੍ਹਾਂ ਦੀ ਤੁਸੀਂ ਕਦੀ ਉਮੀਦ ਹੀ ਨਹੀਂ ਕੀਤੀ ਸੀ ਕਿ ਉਹ ਉੱਥੇ ਹੋਣਗੇ। ਸਵਰਗ ਦੇ ਰਿਕਾਰਡ ਖੁੱਲੇ ਰਹਿਣਗੇ ਇਹ ਦੇਖਣ ਲਈ ਕਿ ਕਿੰਨੀ ਵਾਰ ਪਵਿੱਤਰ ਆਤਮਾ ਨੇ ਉਸ ਦਾ ਪਿੱਛਾ ਕੀਤਾ ਤੇ ਉਸ ਦਾ ਪਿੱਛਾ ਕਰਦੇ ਹੋਏ ਉਸ ਦਾ ਪਿੱਛਾ ਕੀਤਾ, ਫਿਰ ਪਿੱਛਾ ਕੀਤਾ ਅਤੇ ਉਸ ਦਾ ਪਿੱਛਾ ਕਰਦੇ ਰਹੇ, ਕੇਵਲ ਰੱਦ ਕੀਤੇ ਜਾਣ ਦੇ ਲਈ। ਤੁਸੀਂ ਦੇਖੋਗੇ ਜਦੋਂ ਉਹਨਾਂ ਨੂੰ ਰੋਸ਼ਨੀ ਦਿੱਤੀ ਗਈ ਸੀ ਉਹਨਾਂ ਨੇ ਇਸ ਦਾ ਅਨੁਸਰਨ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਦੇ ਉਲਟ ਦ੍ਰਿਸ਼ ਵੀ ਵਾਪਰੇਗਾ। ਜਿਸ ਵਿਅਕਤੀ ਦੀ ਅਸੀਂ ਆਸ ਨਹੀਂ ਕੀਤੀ ਸੀ ਕਿ ਉਹ ਸਵਰਗ ਵਿੱਚ ਹੋਣਗੇ, ਕਲਪਨਾ ਕਰੋ ਕਿ ਜਦੋਂ ਕੋਈ ਸਟੀਫਨ ਨੂੰ ਪੌਲ ਨੇ ਰਸੂਲਾਂ ਦੇ ਕਰਤੱਵ 7 ਵਿੱਚ ਪੱਥਰ ਮਾਰਿਆ ਸੀ, ਜਦੋਂ ਉਹ ਪੌਲ ਦੀਆਂ ਅੱਖਾਂ ਅੱਗੇ ਮਿਲਿਆ ਸੀ ਉਸ ਜ਼ੁਲਮ ਕਰਨ ਵਾਲੇ ਤੇ। ਕਿਤਾਬਾਂ ਸਟੀਵਨ ਨੂੰ ਦਿਖਾਉਣਗੀਆਂ ਕਿ ਪੌਲ ਨੇ ਕਿਵੇਂ ਪਛਤਾਵਾ ਕੀਤਾ ਅਤੇ ਉਹ ਕਿਵੇਂ ਮਹਾਨ ਪ੍ਰਚਾਰਕ ਬਣ ਗਿਆ। ਸੰਸਾਰ ਦਾ ਸਾਰਾ ਇਤਿਹਾਸ ਦੇਖਣ ਲਈ ਸਾਰੀਆਂ ਅੱਖਾਂ ਤੋਂ ਪਹਿਲਾਂ ਪ੍ਰਦਰਸ਼ਿਤ ਕੀਤਾ ਜਾਵੇਗਾ। ਸਾਡਾ ਸ਼ਕਤੀਸ਼ਾਲੀ ਰੱਬ ਇੰਨਾ ਰਹਿਮਦਿਲ ਹੈ ਕਿ ਉਹ ਸ਼ੈਤਾਨ ਨੂੰ ਆਗਿਆ ਦਿੰਦਾ ਹੈ 1000 ਸਾਲਾਂ ਤੱਕ ਸੁਨਸਾਨ ਗ੍ਰਹਿ ਤੇ ਭਟਕਣ ਦੇ ਲਈ। ਸ਼ੈਤਾਨ ਕੋਲੋਂ ਸਮੀਖਿਆ ਕਰਨ ਲਈ ਵੀ ਸਮਾਂ ਹੋਵੇਗਾ ਕਿ ਉਸਨੇ ਜੋ ਵੀ ਬੁਰਾਈ ਕੀਤੀ ਉਸ ਬਾਰੇ ਸੋਚੇ। ਇਹ ਉਹ ਸਮਾਂ ਵੀ ਹੈ ਜਦੋਂ ਸਾਡੇ ਸਮੇਤ ਸਾਰੇ ਬ੍ਰਹਿਮੰਡ, ਸਾਰੇ ਗ੍ਰਹਿ ਦੇ ਪਾਪਾਂ ਦੇ ਨਤੀਜੇ ਦੇਖਣਗੇ, ਬਿਲਕੁਲ ਉਜਾੜਾ, ਹਮੇਸ਼ਾ ਲਈ। ਹੋਰ ਕੋਈ ਸਵਾਲ ਨਹੀਂ ਹੋਣਗੇ ਕਿ ਪਾਪ ਨੇ ਕੀ ਕੀਤਾ ਹੈ। 1000 ਸਾਲਾਂ ਬਾਅਦ ਪਵਿੱਤਰ ਸ਼ਹਿਰ ਉਤਰਦਾ ਹੈ, ਸੋਨੇ ਤੋਂ ਬਣਿਆ ਹੋਇਆ, ਕੱਚ ਦੀ ਤਰ੍ਹਾਂ ਪਾਰਦਰਸ਼ੀ ਅਤੇ ਜੈਤੂਨਾਂ ਦੇ ਪੇੜ ਤੇ ਟਿਕਿਆ ਹੋਇਆ ਹੈ। ਇੱਕ ਵਾਰ ਅਜਿਹਾ ਹੋਣ ਤੇ ਮਰਨ ਵਾਲੇ ਦੁਸ਼ਟਾਂ ਦਾ ਪਾਲਣ ਪੋਸ਼ਣ ਕੀਤਾ ਜਾਂਦਾ ਹੈ ਅਤੇ ਇੱਕ ਆਖਰੀ ਵਾਰ ਉਹਨਾਂ ਨੇ ਜੋ ਕੁਝ ਵੀ ਕੀਤਾ ਰੱਦ ਕੀਤਾ ਗਿਆ ਹੈ ਉਸ ਨੂੰ ਦੇਖਣ ਦੇ ਲਈ। ਸ਼ੈਤਾਨ ਆਪਣੇ ਫਾਈਨਲ ਲਈ ਸਨਾਵਾਂ ਨੂੰ ਗੋਲ-ਗੋਲ ਕਰਦਾ ਹੈ ਤਾਂ ਜੋ ਉਹ ਆਖਰੀ ਵੱਡਾ ਹੁਰਾ ਹੈ। ਸ਼ੈਤਾਨ ਜਾਣਦਾ ਹੈ ਕਿ ਇਸ ਦੇ ਉਹ ਆਖਰੀ ਪਲ ਹਨ, ਕਿਉਂਕਿ ਉਹ ਵੀ ਬਾਈਬਲ ਦੀ ਭਵਿੱਖਬਾਣੀ ਨੂੰ ਜਾਣਦਾ ਹੈ ਕਿ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਸੈਨਾ ਕਿਹੋ ਜਿਹੀ ਦਿਖੇਗੀ। ਕਿਉਂਕਿ ਯਾਦ ਰੱਖੋ ਕਿ ਦੁਸ਼ਟਾਂ ਨੂੰ ਨਵਾਂ ਨਹੀਂ ਬਣਾਇਆ ਜਾਂਦਾ ਅਤੇ ਸੰਪੂਰਨ ਅਮਰ ਸਰੀਰ ਨਹੀਂ ਦਿੱਤੇ ਗਏ। ਉਹ ਕਬਰਾਂ ਵਿੱਚ ਕਿਵੇਂ ਗਏ, ਇਹ ਬਿਲਕੁਲ ਉਸੇ ਤਰ੍ਹਾਂ ਹਨ ਜਿਵੇਂ ਉਹ ਵਾਪਸ ਆਉਂਦੇ ਹਨ। ਇਹ ਕਾਫੀ ਵੱਡਾ ਸੀਨ ਹੋਵੇਗਾ। ਇਸ ਸਮੇਂ ਸਾਰੇ ਧਰਮਾਂ ਨੂੰ ਯਕੀਨ ਦਿਖਾਇਆ ਜਾਵੇਗਾ ਕਿ ਪਰਮੇਸ਼ਵਰ ਦੇ ਫੈਸਲੇ ਕੇਵਲ ਹੀ ਉਹੀ ਰਹੇ ਹਨ, ਕਿਉਂਕਿ ਸਾਰੇ ਦੁਸ਼ਟ ਅਜੇ ਵੀ ਬੁਰਾਈ ਲਈ ਇੱਕੋ ਹੀ ਚੋਣ ਕਰਦੇ ਹਨ ਤੇ ਉਹਨਾਂ ਦੇ ਦਿਲ ਨਹੀਂ ਬਦਲੇ ਹਨ। ਉਹ ਪਵਿੱਤਰ ਸ਼ਹਿਰ ਨੂੰ ਆਪਣਾ ਆਖਰੀ ਪਾਪ ਮੰਨਦੇ ਹਨ ਤਾਂ ਜੋ ਰੱਬ ਦੇ ਤਖਤ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕੇ। ਕਿਉਂਕਿ ਸਾਡਾ ਰੱਬ ਵਫਾਦਾਰ ਹੈ ਤੇ ਉਹ ਕਦੇ ਬਦਲਦਾ ਨਹੀਂ। ਉਹ ਆਪਣੇ ਵਾਅਦੇ ਨੂੰ ਪੂਰਾ ਕਰਦਾ ਹੈ ਕਿ ਪਾਪ ਦੁਬਾਰਾ ਕਦੇ ਨਹੀਂ ਵਧੇਗਾ ਅਤੇ ਪਰਮੇਸ਼ਵਰ ਇਸ ਵਾਅਦੇ ਨੂੰ ਕਿਵੇਂ ਪੂਰਾ ਕਰ ਸਕਦਾ ਹੈ? ਸਾਰੇ ਪਾਪ ਨੂੰ ਨਸ਼ਟ ਕਰ ਦੇਣਾ ਚਾਹੀਦਾ ਹੈ। ਪਰਮੇਸ਼ਵਰ ਇੱਕ ਬਲਦੀ ਹੋਈ ਅੱਗ ਦੀ ਵਾਂਗ ਹੈ। ਪਾਪ ਪਰਮੇਸ਼ਵਰ ਦੀ ਸ਼ਾਨ ਵਿੱਚ ਨਹੀਂ ਹੋ ਸਕਦਾ, ਇਸ ਲਈ ਅੱਗ ਪਰਮੇਸ਼ਵਰ ਦੀ ਦਇਆ ਵਿੱਚ ਪਾਪ ਨੂੰ ਸਾੜ ਦਿੰਦੀ ਹੈ। ਕਿਉਂਕਿ ਪਰਮੇਸ਼ਵਰ ਨੇ ਵਾਅਦਾ ਕੀਤਾ ਸੀ ਕਿ ਸੰਸਾਰ ਦਾ ਕੋਈ ਹੋਰ ਹੜ੍ਹ ਨਹੀਂ ਆਵੇਗਾ, ਇਸ ਵਾਰ ਉਹ ਧਰਤੀ ਨੂੰ ਸਾਫ਼ ਕਰਨ ਲਈ ਅੱਗ ਦੀ ਵਰਤੋਂ ਕਰਦਾ ਹੈ। ਕਿੰਨੀ ਦਇਆਵਾਨ ਹੈ, ਕਿਉਂਕਿ ਅੱਗ ਤੇਜ਼ੀ ਨਾਲ ਖਪਤ ਕਰਦੀ ਹੈ। ਇਹ ਇੱਕ ਮੈਚ ਵਾਂਗ ਚੱਲਦਾ ਹੈ। ਇਸ ਤਰ੍ਹਾਂ ਉਹ ਪੂਰੀ ਤਰ੍ਹਾਂ ਸੜ ਜਾਂਦੀ ਹੈ ਤੇ ਫਿਰ ਹਮੇਸ਼ਾ ਲਈ ਬੁਝਾ ਦਿੱਤੀ ਜਾਂਦੀ ਹੈ। ਜਿਵੇਂ ਕਿ ਧਰਤੀ ਦੇ ਅੰਤਿਮ ਪੰਨਿਆਂ ਉੱਤੇ ਹੋਵੇਗਾ, ਕੇਵਲ ਰਾਖ ਹੀ ਸਾਡੇ ਪੈਰਾਂ ਹੇਠ ਹੁੰਦੀ ਹੈ। ਕੀ ਹੈਰਾਨੀਜਨਕ ਵਾਲੀ ਗੱਲ ਨਹੀਂ ਹੈ ਕਿ ਸਦੀਆਂ ਵਿੱਚ ਅਸੀਂ ਅਸਲ ਵਿੱਚ ਪਰਮੇਸ਼ਵਰ ਦੇ ਨਿਰਣੇ ਦਾ ਨਿਰਣਾ ਕਰਦੇ ਹਾਂ? ਇਸ ਬਾਰੇ ਇੱਕ ਪਲ ਲਈ ਸੋਚੋ। ਜਿਸ ਪਰਮੇਸ਼ਵਰ ਨੇ ਸਾਰਾ ਬ੍ਰਹਮੰਡ ਬਣਾਇਆ ਚਾਹੁੰਦਾ ਹੈ ਕਿ ਉਹ ਉਸ ਨਾਲ ਤੁਹਾਡਾ ਰਿਸ਼ਤਾ ਇਸ ਪੱਧਰ ਤੇ ਹੋਵੇ ਕਿ ਉਹ 1000 ਸਾਲ ਬਿਤਾਉਣ ਲਈ ਤਿਆਰ ਹੈ। ਇਹ ਯਕੀਨੀ ਬਣਾਉਣਾ ਕਿ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਜਾਂਦਾ ਹੈ। ਕੀ ਤੁਸੀਂ ਆਪਣੇ ਦਿਮਾਗ ਵਿੱਚ ਤਸਵੀਰ ਬਣਾ ਸਕਦੇ ਹੋ? ਪਰਮੇਸ਼ਵਰ ਨਾਲ ਬੈਠ ਕੇ ਉਸ ਨੂੰ ਪੁੱਛਣਾ ਤੁਹਾਡੇ ਜੀਵਨ ਵਿੱਚ ਕਿਸੇ ਵਿਸ਼ੇਸ਼ ਵਿਸ਼ੇ ਦਾ ਜਾਂ ਘਟਨਾ ਬਾਰੇ। ਦੋਸਤੋ, ਇਹ ਉਹ ਰੱਬ ਹੈ ਜਿਸ ਉੱਤੇ ਅਸੀਂ ਭਰੋਸਾ ਰੱਖ ਸਕਦੇ ਹਾਂ। ਇਸ ਸਮੇਂ ਕੀ ਤੁਸੀਂ ਉਸ ਨੂੰ ਕਹਿਣਾ ਚਾਹੁੰਦੇ ਹੋ, ਮੈਂ ਜਾਣਦੀ ਹਾਂ ਕਿ ਮੈਂ ਤੁਹਾਡੇ ਤੇ ਭਰੋਸਾ ਰੱਖ ਸਕਦੀ ਹਾਂ ਰੱਬਾ। ਮੈਂ ਤੁਹਾਡੇ ਨਾਲ ਹਮੇਸ਼ਾ ਲਈ ਰਿਸ਼ਤੇ ਵਿੱਚ ਰਹਿਣਾ ਚਾਹੁੰਦਾ ਹਾਂ। ਜੇ ਇਹ ਤੁਹਾਡੀ ਇੱਛਾ ਹੈ ਤਾਂ ਬਸ ਹੇਠਾਂ ਦਿੱਤੇ ਹੋਏ ਲਿੰਕ ਤੇ ਕਲਿੱਕ ਕਰੋ ਤੇ ਸਾਨੂੰ ਦੱਸੋ ਕਿ ਤੁਸੀਂ ਪਰਮੇਸ਼ਵਰ ਨਾਲ ਸਦੀਵੀ ਦੋਸਤੀ ਵਿੱਚ ਰਹਿਣਾ ਚਾਹੁੰਦੇ ਹੋ। ਮੈਂ ਤੁਹਾਨੂੰ ਇੱਕ ਹੋਰ ਮੌਕਾ ਦੇਣਾ ਚਾਹੁੰਦੀ ਹਾਂ ਤਾਂ ਜੋ ਹੋਰ ਵੀ ਡੂੰਘੀ ਵਚਨਬੱਧਤਾ ਕੀਤੀ ਜਾ ਸਕੇ। ਤੁਹਾਡੇ ਵਿੱਚੋਂ ਕੁਝ ਨਾ ਕੁਝ ਇੱਕ ਨਵੀਂ ਸ਼ੁਰੂਆਤ ਦੀ ਤਲਾਸ਼ ਕਰ ਰਹੇ ਹਨ ਅਤੇ ਇਸ ਬਾਰੇ ਪੁੱਛ ਰਹੇ ਹਨ ਕਿ ਨਵੀਂ ਸ਼ੁਰੂਆਤ ਕਿਵੇਂ ਕਰਨੀ ਹੈ ਅਤੇ ਤੁਸੀਂ ਬਪਤਿਸਮੇ ਦੀ ਪੜਚੋਲ ਕਰਨਾ ਚਾਹੁੰਦੇ ਹੋ। ਹੇਠਾਂ ਕਲਿੱਕ ਕਰੋ ਅਤੇ ਸਾਨੂੰ ਦੱਸੋ ਅਤੇ ਸਾਡੇ ਕੋਲ ਇਸ ਬਾਰੇ ਕੋਈ ਤੁਹਾਡੇ ਨਾਲ ਸੰਪਰਕ ਜ਼ਰੂਰ ਕਰੇਗਾ। ਮੈਂ ਤੁਹਾਡੇ ਲਈ ਪ੍ਰਾਰਥਨਾ ਕਰਦੀ ਹਾਂ। ਸਵਰਗ ਪਿਤਾ, ਮੈਂ ਇੱਕ ਵਿਸ਼ੇਸ਼ ਆਸ਼ੀਰਵਾਦ ਲਈ ਪ੍ਰਾਰਥਨਾ ਕਰਦੀ ਹਾਂ। ਅੱਜ ਰਾਤ ਹਰੇਕ ਸਰੋਤੇ ਉੱਤੇ ਤੁਸੀਂ ਹਰ ਦਿਲ ਦੇ ਦਰਦ ਨੂੰ ਜਾਣਦੇ ਹੋ, ਹਰ ਸੰਘਰਸ਼ ਨੂੰ ਵੀ ਤੁਸੀਂ ਹਰ ਇੱਕ ਦੀ ਬਹੁਤ ਪਰਵਾਹ ਕਰਦੇ ਹੋ। ਮੈਂ ਉਹਨਾਂ ਲੋਕਾਂ ਲਈ ਪ੍ਰਾਰਥਨਾ ਕਰਦੀ ਹਾਂ ਜੋ ਫੈਸਲੇ
ਲੋੜ ਦੇ ਵਿੱਚ ਹਨ, ਇਸ ਤੇ ਕਿ ਉਹ ਤੁਹਾਨੂੰ ਪੂਰੀ ਤਰ੍ਹਾਂ ਨਾਲ ਚੁਣ ਸਕਣ ਤੇ ਤੁਹਾਡੇ ਕਦਮਾਂ ਤੇ ਚੱਲ ਸਕਣ। ਮੈਂ ਪ੍ਰਾਰਥਨਾ ਕਰਦੀ ਹਾਂ ਹਰੇਕ ਨੂੰ ਸੱਚ ਦੇ ਪਿਆਰ ਦਾ ਅਨੁਭਵ ਹੋਵੇ ਅਤੇ ਉਹ ਖੁਸ਼ੀ ਨਾਲ ਯੀਸ਼ੂ ਦੇ ਨਾਲ ਆਪਣੀ ਬਾਕੀ ਦੀ ਜ਼ਿੰਦਗੀ ਸੇਵਾ ਕਰ ਸਕਣ। ਯੀਸ਼ੂ ਦੇ ਕੀਮਤੀ ਸ਼ਕਤੀਸ਼ਾਲੀ ਨਾਮ ਵਿੱਚ ਆਮੇਨ। ਮੇਰੇ ਨਾਲ ਇਸ ਸਮੇਂ ਨੂੰ ਬਿਤਾਉਣ ਲਈ ਤੁਹਾਡਾ ਧੰਨਵਾਦ। ਕੱਲ ਰਾਤ ਨੂੰ ਮਾਰਕ ਵਾਸਤੇ ਮੈਨੂੰ ਇੱਥੇ ਮਿਲੋ। ਹਾਂ, ਉਹ ਜਾਨਵਰ ਦਾ ਨਿਸ਼ਾਨ ਬਾਈਬਲ ਦੇ ਭਵਿੱਖਬਾਣੀਆਂ ਨੂੰ ਅਨਲੌਕ ਕਰਨ ਦੇ ਉੱਤੇ। ਪਰਮੇਸ਼ਵਰ ਦਾ ਰਸਤਾ ਚੁਣੋ। ਗੁੱਡ ਨਾਈਟ ਦੋਸਤੋ।